ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ, ਵਾਟਰ ਦ ਗਿਫਟ ਆਫ ਲਾਈਫ। ਗੁਰੂ ਸਾਹਿਬ ਨੇ ਜਦੋਂ ਪਰਮਾਤਮਾ ਦੀ ਗੱਲ ਕੀਤੀ ਤੇ ਪਰਮਾਤਮਾ ਦੀ ਕੁਦਰਤ ਦੀ ਵੀ ਬਹੁਤ ਹੀ ਡਿਟੇਲ ਵਿੱਚ ਮਹਾਰਾਜ ਨੇ ਬਹੁਤ ਕੁਝ ਗੁਰਬਾਣੀ ਵਿੱਚ ਸਾਨੂੰ ਸਿੱਖਿਆ ਦਿੱਤੀ ਕਿ ਗੁਰੂ ਸਾਹਿਬ ਇੱਕ ਪੰਕਤੀ ਵਿੱਚ ਕਹਿੰਦੇ ਆ, ਸਭ ਜੀਓ ਪਿੰਡ ਮੁਖ ਨਕ ਦੀਆ ਵਰਤਨ ਕੋ ਪਾਣੀ। ਜਿਵੇਂ ਗੁਰੂ ਸਾਹਿਬ ਨੇ ਹਰ ਇੱਕ ਚੀਜ਼, ਭਾਵੇਂ ਆਪਣੇ ਔਰਗਨਸ ਤੋਂ ਲੈ ਕੇ ਭਾਵੇਂ ਜਿਹੜੇ ਵੀ ਪਦਾਰਥ ਗੁਰੂ ਸਾਹਿਬ ਨੇ ਬਖਸ਼ੇ ਆ, ਪਾਣੀ ਹੋ ਗਿਆ, ਲੈਂਡ ਹੋ ਗਈ, ਆਕਾਸ਼ ਹੋ ਗਿਆ, ਜਿੰਨੇ ਵੀ ਜੋ ਵਰਤਣ ਲਈ ਪਦਾਰਥ ਦਿੱਤੇ, ਮਹਾਰਾਜ ਨੇ ਇੱਕ ਜੁਗਤੀ ਦਿੱਤੀ ਕਿ ਇਹ ਸਭ ਚੀਜ਼ਾਂ ਜੋ ਕ੍ਰੀਏਸ਼ਨ ਹੈ, ਉਹਨੂੰ ਵੀ ਵੇਖ ਕੇ ਸਾਨੂੰ ਕ੍ਰੀਏਟਰ ਦੀ ਯਾਦ ਆਏ, ਉਹਨੂੰ ਵੀ ਵੇਖ ਕੇ ਸਾਨੂੰ ਇੱਕ ਦਿਲ ਵਿੱਚ ਇਹ ਗੱਲ ਆਏ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਰੱਖਿਆ। ਔਰ ਉਹਦੇ ਸ਼ੁਕਰਾਨੇ ਵਿੱਚ ਹੀ ਆਪਾਂ ਰਹੀਏ ਕਿ ਇੰਨੇ ਪਦਾਰਥ ਆਪ ਜੀ ਨੇ ਬਖਸ਼ੇ, ਸ਼ੁਕਰ ਹੈ। ਲੇਕਿਨ ਕੀ ਆਪਾਂ ਅੱਜ ਉਹ ਜੋ ਵੀ ਪਦਾਰਥ ਪਰਮਾਤਮਾ ਨੇ ਬਖਸ਼ੇ, ਕੀ ਆਪਾਂ ਉਹਨੂੰ ਚੰਗੀ ਤਰ੍ਹਾਂ ਸਾਂਭ ਰਹੇ ਹਾਂ? ਤੇ ਇਹੀ ਪਦਾਰਥਾਂ ਵਿੱਚੋਂ ਜਿਹੜਾ ਸਭ ਤੋਂ ਇੰਪੋਰਟੈਂਟ, ਵਨ ਆਫ ਦਾ ਮੋਸਟ ਇੰਪੋਰਟੈਂਟ ਜੋ ਪਦਾਰਥ ਹੈਗਾ ਆ, ਪਾਣੀ। ਤੇ ਉਹਦੇ ਤੇ ਆਪਾਂ ਡਿਸਕਸ ਕਰਾਂਗੇ ਕਿ ਕੀ ਹੈ, ਮਤਲਬ ਪਾਣੀ ਦੇ ਕੀ ਸਟੇਟਸ ਹੈ, ਆਪਾਂ ਕਿਵੇਂ ਰੱਖ ਰਹੇ ਹੈਗੇ ਆ। ਔਰ ਅਗਰ ਆਪਾਂ ਇਸੇ ਤਰੀਕੇ ਨਾਲ ਚੱਲਦੇ ਰਹੇ ਤੇ ਜੋ ਆਪਾਂ ਆਪਣਾ ਭਵਿੱਖ ਹੋਏਗਾ, ਆਪਾਂ ਕੀ ਵੇਖਦੇ ਆ ਅੱਗੇ ਜਾ ਕੇ। ਤੇ ਇਹ ਵਿਸ਼ੇ ਨੂੰ ਡਿਸਕਸ ਕਰਨ ਲਈ ਸਾਡੇ ਨਾਲ ਨੇ ਸੁਰਿੰਦਰ ਸਿੰਘ ਕੁੱਕਲ ਜੀ, ਜੋ ਕਿ ਪੰਜਾਬ ਵਾਟਰ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਦੇ ਮੈਂਬਰ ਨੇ ਪੰਜਾਬ ਤੋਂ। ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਿੱਖੀ ਸਪੀਕਸ ਜੀ। ਧੰਨਵਾਦ ਜੀ। ਤੇ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਾਣਨਾ ਚਾਹਾਂਗੇ ਕਿ ਤੁਹਾਡੀ ਜੋ ਜਰਨੀ ਰਹੀ ਹੈਗੀ ਆ ਫਰਮ ਚਾਈਲਡਹੁੱਡ ਟੂ ਬਿਕਮਿੰਗ ਅ ਮੈਂਬਰ। ਆਪ ਜੀ ਡੀਨ ਵੀ ਰਹੇ ਹੈਗੇ ਹੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ। ਤੇ ਕੀ ਤੁਹਾਨੂੰ ਇੰਸਪਾਇਰ ਕੀਤਾ ਕਿ ਆਪ ਜੀ ਇਸ ਮੁਹਿੰਮ ਵੱਲ ਆਪ ਜੀ ਆਪਣਾ ਪੂਰਾ ਲਾਈਫ ਡੈਡੀਕੇਟ ਕਰੋ? ਹਾਂਜੀ ਯਸ਼ਰਾਜ ਜੀ, ਮੈਂ ਦੋ ਗੱਲਾਂ ਸਮਝਦਾ ਹੁੰਦਾ ਕਿ ਕਿਸੇ ਵੀ ਪਾਸੇ ਜਦੋਂ ਤੁਸੀਂ ਤੁਰਦੇ ਹੋ, ਉਹਦੇ ਵਿੱਚ ਦੋ ਚੀਜ਼ਾਂ ਦਾ ਹੱਥ ਹੁੰਦਾ। ਇੱਕ ਤਾਂ ਤਾਲੀਮ ਹੁੰਦੀ ਹੈ, ਜਿਵੇਂ ਤੁਹਾਡੇ ਘਰ ਤੋਂ ਸ਼ੁਰੂ ਹੁੰਦੀ ਹੈ, ਫਿਰ ਸਕੂਲਾਂ ਕਾਲਜਾਂ ਦੇ ਵਿੱਚ। ਤੇ ਇੱਕ ਹੁੰਦਾ ਜਦੋਂ ਚੀਜ਼ ਤੁਹਾਡੇ ਸਿਰ ਤੇ ਪੈਂਦੀ ਹੈ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਇੱਕ ਕੰਜ਼ਰਵੇਟਿਵ ਮਾਈਂਡ ਸੈਟ ਹੀ ਰਿਹਾ ਸ਼ੁਰੂ ਤੋਂ, ਬਚਪਨ ਤੋਂ। ਮੇਰੇ ਮਦਰ ਫਾਦਰ ਕਹਿੰਦੇ ਹੁੰਦੇ ਸੀ ਵੀ ਮੇਰੇ ਕੱਪੜੇ ਸਭ ਤੋਂ ਘੱਟ ਖਰਾਬ ਹੁੰਦੇ, ਮੇਰੇ ਕੱਪੜੇ ਕਦੀ ਪਾੜਦੇ ਨਹੀਂ ਕਿ ਮੈਂ ਆਪਣੇ ਕੱਪੜੇ ਸੁੱਟਦਾ ਜਦੋਂ ਬਹੁਤ ਜ਼ਿਆਦਾ 15-20 ਸਾਲ ਪੁਰਾਣੇ ਹੋ ਜਾਂਦੇ ਆ। ਸੰਭਾਲਣ ਦਾ ਇੱਕ ਮਾਈਂਡ ਸੈਟ ਹੀ ਹੈ ਕਿ ਮੇਰੇ ਮਾਈਂਡ ਦੇ ਵਿੱਚ ਸੰਭਾਲ ਕੇ ਰੱਖਣੀ ਚੀਜ਼। ਉਸ ਤੋਂ ਬਾਅਦ ਕੁਦਰਤ ਨੇ ਕੀਤਾ ਇਸ ਤਰ੍ਹਾਂ ਕਿ ਜਦੋਂ ਪੜ੍ਹਾਈ ਲਿਖਾਈ ਵਾਲੀ ਗੱਲ ਆ ਗਈ ਤਾਂ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਵਾਲੇ ਪਾਸੇ ਤੁਰ ਪਏ, ਕਿਉਂਕਿ ਐਗਰੀਕਲਚਰ ਦਾ ਵਿਸ਼ਾ ਸੀ। BSc ਐਗਰੀਕਲਚਰ ਕੀਤੀ। ਮੇਰੀ ਮਾਸਟਰਸ ਜਿਹੜੀ MSc ਸੀ ਸੋਇਲ ਸਾਇੰਸ ਦੀ, ਉਹਦੇ ਵਿੱਚ ਵੀ ਮੈਂ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ 'ਤੇ ਮੇਰੀ ਰਿਸਰਚ ਸੀਗੀ। PhD ਦੀ ਰਿਸਰਚ 'ਤੇ ਆਈਏ ਤੇ ਆਪਣੇ ਝੋਨੇ ਦੇ ਵਿੱਚ ਪਾਣੀ ਕਿਸ ਤਰ੍ਹਾਂ ਬਚਤ ਕਰਨਾ, ਮੇਰੀ ਰਿਸਰਚ ਖੋਜ ਉਹਦੇ 'ਤੇ ਸੀ। ਫਿਰ ਜਦੋਂ ਨੌਕਰੀ ਲੱਗੀ, ਕੁਦਰਤ ਤੁਹਾਨੂੰ ਤੋਰਦੀ ਹੈ ਉਸ ਪਾਸੇ। ਜਦੋਂ ਨੌਕਰੀ ਲੱਗੀ ਤਾਂ ਮੇਰੀ ਜਿਹੜੀ ਡੈਜ਼ਿਗਨੇਸ਼ਨ ਹੀ ਸੀ ਅਸਿਸਟੈਂਟ ਪ੍ਰੋਫੈਸਰ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ। ਮੈਂ ਫਿਰ ਐਸੋਸੀਏਟ ਪ੍ਰੋਫੈਸਰ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਬਣਿਆ, ਫਿਰ ਪ੍ਰੋਫੈਸਰ ਆਫ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਬਣਿਆ। ਇਹ ਤਕਰੀਬਨ ਮੈਂ 25-26 ਸਾਲ ਇਸੇ ਵਿਸ਼ੇ 'ਤੇ ਕਰਦਾ ਰਿਹਾ। ਮੈਂ ਪੜ੍ਹਾਉਂਦਾ ਰਿਹਾ ਬੱਚਿਆਂ ਨੂੰ, ਭੂਮੀ ਦੀ ਕਿੱਦਾਂ ਕੰਜ਼ਰਵੇਸ਼ਨ ਕਰਨੀ ਹੈ, ਪਾਣੀ ਨੂੰ ਕਿਵੇਂ ਸੰਭਾਲਣਾ ਹੈ। ਫਿਰ ਮੈਂ ਐਨਵਾਇਰਨਮੈਂਟ ਦੇ ਕੋਰਸ ਪੜ੍ਹਾਉਂਦਾ ਰਿਹਾ। ਸੋ ਉਹ ਕਰਦੇ ਕਰਦੇ ਫਿਰ ਮੈਂ ਡੀਨ ਵਾਲੀ ਜਦੋਂ ਪੋਜੀਸ਼ਨ 'ਤੇ ਆਇਆ ਤਾਂ ਮੈਂ, ਕਿਉਂਕਿ ਪੂਰੇ ਕਾਲਜ ਦੇ ਬੱਚੇ ਮੇਰੇ ਕੋਲ ਸੀਗੇ, ਤਾਂ ਮੈਂ ਜਦੋਂ ਉਹਨਾਂ ਨੂੰ ਸੰਬੋਧਨ ਕਰਨਾ ਤੇ ਮੈਂ ਐਨਵਾਇਰਨਮੈਂਟ, ਕੁਦਰਤ, ਜੋ ਵੀ ਸਾਡੇ ਕੁਦਰਤੀ ਸਰੋਤ ਨੇ, ਸਾਡੇ ਪਾਣੀ ਹੈ, ਭੂਮੀ ਹੈ, ਹਵਾ। ਉਸ ਤੋਂ ਬਾਅਦ ਜਿਹੜੀ ਫਿਰ ਜਦੋਂ ਮੈਨੂੰ ਇੱਕ ਓਪਰਚੁਨਿਟੀ ਮਿਲੀ ਕਿ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਬਣੀ, ਤਾਂ ਮੈਂ ਸੋਚਿਆ ਬਈ ਇੱਥੇ ਇੱਕ ਮੌਕਾ ਹੈ ਕਿ ਤੁਸੀਂ ਪਾਲਿਸੀ ਵਾਲੇ ਪਾਸੇ ਜਾ ਕੇ ਪਾਣੀ ਦੇ ਬਾਰੇ ਕੁਝ ਕਰੀਏ। ਆਪਾਂ ਘੱਟ ਤੋਂ ਘੱਟ ਪੰਜਾਬ ਸਟੇਟ ਬਾਰੇ ਕਰੀਏ, ਕਿਉਂਕਿ ਯੂਨੀਵਰਸਿਟੀ ਇੱਕ ਬੜਾ ਛੋਟਾ ਜਿਹਾ ਅਦਾਰਾ ਸੀ। ਸੋ ਕੁਦਰਤ ਨੇ ਕੀਤਾ ਕਿ ਮੈਨੂੰ ਉੱਥੇ ਇੱਕ ਓਪਰਚੁਨਿਟੀ ਮਿਲ ਗਈ। ਤਾਂ ਪਿਛਲੇ ਅਸੀਂ 3 ਮਹੀਨਿਆਂ ਤੋਂ ਲੱਗੇ ਹੋਏ ਹਾਂ ਕਿ ਕੀ ਕੀਤਾ ਜਾ ਸਕਦਾ, ਗਾਈਡਲਾਈਨਸ ਤਿਆਰ ਕਰ ਰਹੇ।
ਦੂਸਰੀ ਗੱਲ ਜਿਹੜੀ ਮੈਂ ਕਹੀ ਕਿ ਜਦੋਂ ਸਿਰ ਤੇ ਪੈਂਦੀ ਹੈ ਤੇ ਬੰਦਾ ਸਿੱਖਦਾ। ਮੈਂ ਇੱਥੇ ਤੁਹਾਨੂੰ ਬੜੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਕਿ ਜਦੋਂ ਮੈਂ ਆਪਣੀ ਨੌਕਰੀ ਜੁਆਇਨ ਕੀਤੀ ਤਾਂ ਕਿਰਾਏ ਦੇ ਮਕਾਨ ਅਸੀਂ ਲਿਆ, ਤੇ ਫਸਟ ਫਲੋਰ ਤੇ ਸਾਨੂੰ 2 ਰੂਮ ਸੈੱਟ ਮਿਲਿਆ, ਤੇ ਸਾਡੇ ਜਿਹੜੇ ਉਹ ਮਾਲਮ ਮਕਾਨ ਸੀ ਉਹ ਬਜ਼ੁਰਗ ਸੀਗੇ, ਉਹਨਾਂ ਦਾ ਬਾਲ ਬੱਚਾ ਕੋਈ ਨਹੀਂ ਸੀ। ਉਹ ਉਹ ਸਾਨੂੰ ਇੰਨਾ ਤੰਗ ਕਰਦੇ ਰਹੇ ਕਿ ਸਾਡਾ ਇੱਕ ਸਬ ਮੀਟਰ ਉੱਪਰ ਲੱਗਿਆ ਹੋਇਆ ਸੀ ਬਿਜਲੀ ਦਾ, ਤੇ ਜਦੋਂ ਬਿਜਲੀ ਆਣੀ ਤੇ ਉਹਨਾਂ ਨੇ ਮਤਲਬ ਪਿੱਛੋਂ ਪਾਣੀ ਦਾ ਟਾਈਮਿੰਗ ਹੁੰਦਾ ਸੀ, ਉਹ ਸਿਰਫ 5 ਮਿੰਟ ਮੋਟਰ ਔਨ ਕਰਦੇ ਸੀ। 5 ਮਿੰਟ, ਤੁਸੀਂ ਮੰਨੋਗੇ ਨਹੀਂ, 6 ਮਿੰਟ ਨਹੀਂ ਸੀ ਹੋਣ ਦਿੰਦੇ। ਤੇ ਮੈਂ ਤੇ ਮੇਰੀ ਵਾਈਫ ਤੇ ਮੇਰਾ ਵੱਡਾ ਬੇਟਾ ਬਹੁਤ ਛੋਟਾ ਸੀ, 2.5-3 ਸਾਲ ਦਾ, ਅਸੀਂ, ਤੁਸੀਂ ਮੰਨਣਾ ਨਹੀਂ, ਅਸੀਂ ਟੱਬ ਹੁੰਦੇ ਕਿੰਨਾ ਸੀ, ਮਤਲਬ ਮਾੜੇ ਮੋਟੇ ਹੀ ਸੀਗੇ, ਕੋਈ ਇੰਨਾ ਨਹੀਂ ਸੀ ਸਾਡੇ ਕੋਲ ਡਰਮ ਹੈ ਜਾਂ ਕੁਝ ਰੱਖਿਆ ਹੋਇਆ। ਟੱਬ, ਬਾਲਟੀਆਂ, ਜੱਗ ਤੇ ਗਲਾਸ ਤੱਕ, ਜਿੰਨੇ 4-5 ਗਲਾਸ ਸੀ, ਅਸੀਂ ਉਹ ਵੀ ਪਾਣੀ ਦੇ ਭਰ ਲੈਣੇ। ਤੇ ਇੰਨਾ ਲਿਮਟਿਡ ਪਾਣੀ ਹੁੰਦਾ ਸੀ ਕਿ ਜਦੋਂ ਮੈਂ ਨਹਾਉਣ ਜਾਂਦਾ ਸੀ, ਤੁਸੀਂ ਮੰਨਣਾ ਨਹੀਂ, 1/4 ਬਾਲਟੀ ਦੇ ਨਾਲ ਮੈਂ ਨਹਾਉਂਦਾ ਹੁੰਦਾ ਸੀ, ਕਿਉਂਕਿ ਬਈ ਉਹ ਜਿਹੜਾ ਪਾਣੀ ਹੁਣ ਸਟੋਰ ਕੀਤਾ ਹੋਇਆ, ਮੇਰੀ ਵਾਈਫ ਨੇ ਪੋਚੇ ਵੀ ਲਾਣੇ ਹੈ, ਸਫਾਈ ਵੀ ਕਰਨੀ ਹੈ, ਕੱਪੜੇ ਵੀ ਧੋਣੇ ਹੈ, ਨਹਾਉਣਾ ਵੀ ਹੈ, ਬੱਚੇ ਨੂੰ ਵੀ ਕਰਨਾ। ਸੋ ਇਹ ਕਹਿ ਲਓ ਕਿ ਇੱਕ ਪਤਾ ਨਹੀਂ ਪਰਮਾਤਮਾ ਨੇ, ਉਹ ਮੈਂ ਉਹਨਾਂ ਬਜ਼ੁਰਗਾਂ ਦਾ ਕਸੂਰ ਹੁਣ ਨਹੀਂ ਸਮਝਦਾ, ਉਸ ਟਾਈਮ ਤੇ ਬੜਾ ਗੁੱਸਾ ਆਉਂਦਾ ਹੁੰਦਾ ਸੀ ਵੀ ਇਹ ਕਿੰਨਾ ਸਾਨੂੰ ਤੰਗ ਕਰਦੇ ਆ, ਪਰ ਮੈਂ ਸੋਚਿਆ ਕਿ ਨਹੀਂ, ਸ਼ਾਇਦ ਮੈਨੂੰ ਪਰਮਾਤਮਾ ਨੇ ਇਸ ਵਾਲੇ ਪਾਸੇ ਤੋਰਨਾ ਸੀ ਕਿ ਮੈਂ ਪਾਣੀ ਦੀ ਮਹੱਤਤਾ ਨੂੰ ਸਮਝਾਂ, ਕਿਉਂਕਿ ਜੇ ਜਦ ਤੱਕ ਮੈਂ ਆਪ ਨਹੀਂ ਸਮਝਦਾ, ਮੇਰੇ ਤੇ ਚੀਜ਼ ਵਾਪਰੀ ਨਹੀਂ ਹੋਈ, ਮੈਂ ਦੂਜਿਆਂ ਨੂੰ ਕਿਵੇਂ ਸਮਝਾਊਂਗਾ। ਸੋ ਉਹ ਸ਼ਾਇਦ ਕਿਤੇ ਨਾ ਕਿਤੇ ਉਹਦਾ ਉਹ ਰੋਲ ਵੀ ਹੈ ਕਿ ਜਦੋਂ ਸਾਡੇ ਸਿਰ ਤੇ ਪਈ ਕਿ ਪਾਣੀ ਦੀ ਮੈਂ ਅਹਿਮੀਅਤ ਨੂੰ ਸਮਝਿਆ, ਕਿਉਂਕਿ ਅਸੀਂ ਲੋਕ ਪਾਣੀ ਦੀ ਅਹਿਮੀਅਤ ਜਾਂ ਕਿਸੇ ਵੀ ਚੀਜ਼ ਦੀ ਅਹਿਮੀਅਤ ਨਹੀਂ ਉਦੋਂ ਸਮਝਦੇ ਹਾਂ ਜਦੋਂ ਉਹਦੀ ਕਿੱਲਤ ਹੁੰਦੀ ਹੈ। ਜਦ ਤੱਕ ਉਹ ਸਾਡੇ ਕੋਲ ਹੈ, ਅਸੀਂ ਉਹਦੀ ਮਹੱਤਤਾ ਜਿਹੜੀ ਹੈ, ਉਹਦੀ ਇੰਪੋਰਟੈਂਸ ਜਿਹੜੀ ਹੈ, ਉਹਨੂੰ ਨਹੀਂ ਸਮਝਦੇ। ਸੋ ਇਹ ਮੇਰੀ ਇੱਕ ਤਾਲੀਮ ਸਾਰੀ, ਪਤਾ ਨਹੀਂ ਕੁਦਰਤ ਨੇ ਕੀਤਾ, ਮੇਰੀ ਨੌਕਰੀ ਦਾ ਸਾਰਾ, ਉਹ ਮੇਰਾ ਸਾਰਾ ਕੁਛ ਹੀ ਇਹਦੇ ਨਾਲ ਜੁੜਦਾ ਗਿਆ, ਕੁਦਰਤੀ ਸਰੋਤਾਂ ਦੇ ਨਾਲ, ਪਾਣੀ ਦੇ ਨਾਲ। ਸੋ ਮੇਰਾ ਇੱਕ ਉਹ ਇਸ ਤਰ੍ਹਾਂ ਦਾ ਮੇਰਾ ਮਾਈਂਡ ਸੈਟ ਹੀ ਬਣ ਗਿਆ। ਤੇ ਅੱਜ ਦੀ ਡੇਟ ਵਿੱਚ ਵੀ ਹੁਣ ਅਸੀਂ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਰਹਿ ਰਹੇ ਹਾਂ, 24 ਘੰਟੇ ਸਾਨੂੰ ਪਾਣੀ ਦੀ ਉਪਲਬਧੀ ਹੈ, ਜਿਹੜੀ ਕਿ ਆਮ ਬਾਹਰ ਸ਼ਹਿਰਾਂ ਦੇ ਵਿੱਚ, ਕਲੋਨੀਆਂ ਦੇ ਵਿੱਚ ਨਹੀਂ ਹੁੰਦੀ। ਪਰ ਤੁਸੀਂ ਮੰਨਣਾ ਨਹੀਂ ਕਿ ਅੱਜ ਵੀ ਮੇਰਾ ਮਾਈਂਡ ਸੈਟ ਉਹੀ ਬਣਿਆ ਹੋਇਆ ਹੈ ਕਿ ਮੈਂ ਅੱਧੀ ਬਾਲਟੀ ਤੋਂ ਵੱਧ ਨਹਾਉਂਦਾ ਨਹੀਂਗਾ। ਮੈਂ ਟੂਟੀ ਔਨ ਹੀ ਨਹੀਂ ਕਰਦਾ, ਜੇ ਬਾਲਟੀ ਅੱਧੀ ਭਰੀ ਹੋਈ ਹੈ ਫਾਈਨ, ਜੇ ਨਹੀਂ ਬਿਲਕੁਲ ਖਾਲੀ ਹੈ ਤੇ ਫਿਰ ਟੂਟੀ ਔਨ ਕਰਕੇ ਅੱਧੀ ਤੇ ਕਰਕੇ ਛੱਡ ਦੇਣਾ ਕਿ ਮੈਂ ਇੰਨੇ ਨਾਲ ਹੀ ਨਹਾਉਣਾ। ਉਹ ਮਾਈਂਡ ਸੈਟ ਮੇਰਾ ਬਣ ਗਿਆ, ਕਿਉਂਕਿ ਮੈਨੂੰ ਸ਼ਾਇਦ ਇਹਦੀ ਇੰਪੋਰਟੈਂਸ ਪਤਾ ਲੱਗ ਗਈ ਹੈ ਪਾਣੀ ਦੀ। ਸੋ ਇਹ ਇੱਕ ਕੁਦਰਤ ਨੂੰ ਮੈਂ ਇਹਨੂੰ ਜਿਹੜਾ ਕ੍ਰੈਡਿਟ ਦੇਣਾ ਕਿ ਕੁਦਰਤ ਨੇ ਮੈਨੂੰ ਇਸ ਪਾਸੇ ਤੋਰਿਆ, ਤੇ ਸ਼ਾਇਦ ਮੈਂ ਕੁਛ ਅੱਗੇ ਕੁਛ ਕਰ ਸਕਾਂ ਇਹਦੇ ਬਾਰੇ, ਜਿਹੜਾ ਮੇਰਾ ਡ੍ਰੀਮ ਹੈ। ਸੋ ਇਹ ਹੈ ਜੀ ਮੇਰੀ ਬਰੀਫ ਦੇ ਵਿੱਚ ਇੱਕ ਜਰਨੀ ਇਸ ਪਾਸੇ ਨੂੰ। ਜੀ ਬਹੁਤ ਬਹੁਤ ਇਨਸਪਾਇਰਿੰਗ ਜਰਨੀ ਆ। ਹੁਣ ਆਪਾਂ ਜਦੋਂ ਇਸ ਵਾਲੇ ਪੱਖ ਨੂੰ ਵਹਿੰਦੇ ਆ, ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਆਪਾਂ ਬਚਪਨ ਤੋਂ ਹੀ ਪੜ੍ਹਦੇ ਹੋਏ ਆਉਂਦੇ ਆ ਕਿ ਪਾਣੀ ਸਭ ਤੋਂ ਇੰਪੋਰਟੈਂਟ ਪਦਾਰਥ ਹੈਗਾ ਹੈ, ਜਿਹਦੇ ਬਿਨਾਂ ਇੱਕ ਇਨਸਾਨ ਨਹੀਂ ਰਹਿ ਸਕਦਾ। ਲੇਕਿਨ ਤਾਂ ਵੀ ਆਪਾਂ ਜਿਹੜੇ ਨਾਰਮਲ ਲੋਕ ਹੈਗੇ ਆ, ਆਪਾਂ ਕਿਤੇ ਨਾ ਕਿਤੇ ਢਿੱਲ ਖਾ ਜਾਂਦੇ ਆ ਵਾਟਰ ਪ੍ਰੀਜ਼ਰਵੇਸ਼ਨ ਦੀ, ਸਾਨੂੰ ਅਹਿਮੀਅਤ ਨਹੀਂ ਪਤਾ ਲੱਗਦੀ। ਤੇ ਆਪ ਜੀ ਸੰਗਤ ਨੂੰ ਚਾਨਣ ਕਰਾਉਣਾ ਚਾਹੋਗੇ ਕਿ ਸਾਨੂੰ ਕਿਉਂ ਸਾਨੂੰ ਵੀ ਸ਼ੁੱਡ ਬੀ ਵਰੀਡ ਅਬਾਊਟ ਪ੍ਰੀਜ਼ਰਵਿੰਗ ਵਾਟਰ। ਬਿਲਕੁਲ, ਇਹ ਇੱਥੇ ਫਿਰ ਮੈਂ ਇਹੀ ਗੱਲ ਕਹੂੰਗਾ ਕਿ ਸਾਨੂੰ, ਜੇ ਅਸੀਂ ਕਹੀਏ ਪੰਜਾਬ ਦੇ ਵਿੱਚ, ਦੇਖੋ ਹਰ ਚੀਜ਼ ਹੁੰਦੀ ਹੈ ਰਿਚ ਵਰਸਿਸ ਪੂਅਰ। ਜਿੰਨੀ ਵੀ ਰਿਸੋਰਸਿਸ ਨੇ ਕੁਦਰਤ ਦੇ, ਇਹ ਅਮੀਰ ਆਦਮੀ ਦਾ ਹੱਕ, ਉਹ ਅਮੀਰ ਹੱਕ ਨਹੀਂ ਮੈਂ ਕਹੂੰਗਾ, ਅਮੀਰ ਆਦਮੀ ਦੀ ਪਹੁੰਚ ਦੇ ਵਿੱਚ ਹੁੰਦੇ ਹੈ ਤੇ ਗਰੀਬ ਦੀ ਪਹੁੰਚ ਤੋਂ ਦੂਰ ਹੁੰਦੇ ਹੈ। ਹੁਣ ਅਗਰ ਅਸੀਂ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਪਾਣੀ ਸੁੱਖ ਨਾਲ ਮੈਂ ਕਹਾਂ, ਹੁਣ ਤੱਕ ਪਿਛਲੇ ਦਹਾਕੇ ਤੱਕ ਪਾਣੀ ਸਾਡੇ ਕੋਲ ਸੀ ਅੱਛਾ, ਸਾਨੂੰ ਕਦੀ ਕਿੱਲਤ ਮਹਿਸੂਸ ਨਹੀਂ ਹੋਈ, ਤੇ ਸਾਡੇ ਲੋਕਾਂ ਨੇ ਇਹਨੂੰ ਕਦੀ ਸੀਰੀਅਸਲੀ ਲਿਆ ਨਹੀਂਗਾ। ਦੂਜੇ ਬੰਨੇ ਜੇ ਗੱਲ ਕਰੀਏ, ਤੁਸੀਂ ਮਹਾਰਾਸ਼ਟਰ ਸਾਹਮਣੇ ਤੁਸੀਂ ਸਲਾਈਡ ਦੇਖ ਰਹੇ ਹੋ, ਇਹ ਆਮ ਸਾਡੇ ਹਿੰਦੁਸਤਾਨ, ਪੰਜਾਬ ਤੋਂ ਬਾਹਰ ਹਾਲੇ ਤੱਕ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹ ਸਿਚੁਏਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਆਈ ਕਿ ਇਸ ਤਰ੍ਹਾਂ ਪਾਣੀ ਇਕੱਠਾ ਕੀਤਾ ਜਾਵੇ। ਪਰ ਬਹੁਤ ਸਾਰੀਆਂ ਸਾਡੀਆਂ ਰਿਆਸਤਾਂ ਜਿਹੜੀਆਂ ਨੇ ਹਿੰਦੁਸਤਾਨ ਦੀਆਂ, ਉੱਥੇ ਪਾਣੀ ਵਾਕਈ ਲੋਕ ਇਸ ਤਰ੍ਹਾਂ, ਕਈ ਸਟੇਟਾਂ ਦੇ ਵਿੱਚ ਲੋਕੀ 10-10 15-15 ਕਿਲੋਮੀਟਰ ਤੋਂ ਪਾਣੀ, ਪੀਣ ਵਾਲਾ ਪਾਣੀ ਲੈ ਕੇ ਆਉਂਦੇ ਆ। ਤੁਸੀਂ ਮੰਨੋਗੇ, ਅਸੀਂ ਇਸ ਚੀਜ਼ ਨੂੰ ਸੋਚ ਵੀ ਨਹੀਂ ਸਕਦੇ। ਹੁਣ ਅਸੀਂ ਗੱਲ ਕਰੀਏ ਰਾਜਸਥਾਨ ਵਰਸਿਸ ਪੰਜਾਬ, ਗੁਜਰਾਤ ਵਰਸਿਸ ਪੰਜਾਬ, ਤਾਂ ਮੈਂ ਸਮਝਦਾ ਕਿ ਗੁਜਰਾਤ ਜੋ ਅੱਜ ਕਰ ਰਿਹਾ ਪਾਣੀ ਨੂੰ ਸੰਭਾਲ, ਸ਼ਾਇਦ ਅਸੀਂ ਹਾਲੇ 10 ਸਾਲ ਬਾਅਦ ਕਰਾਂਗੇ,
ਕਿਉਂ? ਕਿਉਂਕਿ ਸਾਨੂੰ ਜਿਹੜੀ ਕਿੱਲਤ ਹੈ ਉਹ ਸਿਰ ਤੇ ਜਦੋਂ ਪੈਣੀ ਹੈ, ਹੋ ਸਕਦਾ 10 ਜਾਂ 15 ਸਾਲਾਂ ਬਾਅਦ ਇਹੋ ਜਿਹੀ ਸਿਚੁਏਸ਼ਨ ਆ ਜਾਵੇ ਕਿ ਅਸੀਂ ਫਿਰ ਕਹੀਏ ਕਿ ਨਹੀਂ ਯਾਰ, ਹੁਣ ਤਾਂ ਸਾਨੂੰ ਹੁਣ ਕੋਈ ਚਾਰਾ ਹੀ ਨਹੀਂਗਾ। ਚਾਰਾ ਹੁਣ ਵੀ ਜੀ ਨਹੀਂਗਾ, ਪਰ ਗੱਲ ਹੈ ਵੀ ਜੇ ਉਹੀ ਗੱਲ ਆ ਗਈ ਬਈ ਜਦੋਂ ਅੱਗ ਲੱਗੀ ਹੈ ਤੇ ਤਾਂ ਖੂਹ ਪੱਟਣਾ, ਫਿਰ ਜੇ ਤਾਂ ਉਹ ਲੈ ਕੇ ਚੱਲਣਾ ਵੀ ਨਹੀਂ ਜਦੋਂ ਅੱਗ ਲੱਗੂਗੀ ਦੇਖਾਂਗੇ ਫਿਰ ਖੂਹ ਪੱਟ ਲਾਂਗੇ, ਤੇ ਜੇ ਪਹਿਲਾਂ ਹੀ ਖੂਹ ਪੱਟ ਕੇ ਰੱਖੀਏ ਤਾਂ ਫਿਰ ਕੀ ਮਾੜਾ ਇਹਦੇ ਵਿੱਚ। ਸੋ ਉਹ ਹੈ। ਸੋ ਇਹ ਚੀਜ਼ਾਂ ਮੈਂ ਗੱਲ ਕਰਦਾ ਵੀ ਇੱਕ ਇਕਨੋਮਿਕ ਡਿਵਾਈਡ ਵੀ ਹੈ। ਤੁਸੀਂ ਵਿਦਿਨ ਪੰਜਾਬ ਦੇਖ ਲਓ, ਤੁਸੀਂ ਵਿਦਿਨ ਪੰਜਾਬ, ਮੈਂ ਕਹਿੰਦਾ ਲੁਧਿਆਣਾ ਸ਼ਹਿਰ ਹੈ, ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਸਰਾਭਾ ਨਗਰ ਕਲੋਨੀ ਹੈ ਜਿੱਥੇ ਅਮੀਰ ਤੋਂ ਅਮੀਰ ਤਬਕਾ ਰਹਿੰਦਾ, ਤੇ ਜੇ ਉਹਨਾਂ ਦੀ ਪਰ ਕੈਪੀਟਾ ਪਾਣੀ ਦੀ ਕੰਜ਼ੰਪਸ਼ਨ ਦੇਖੋਗੇ ਉਹ ਤਾਂ ਮੇਰੇ ਹਿਸਾਬ ਨਾਲ 1000-1500 ਲੀਟਰ ਹੋਣੀ ਹੈ ਪਰ ਡੇ। ਤੇ ਜੇ ਦੂਜੇ ਪਾਸੇ ਕਿਸੇ ਸਲੇਮ ਟਾਬਰੀ ਵਾਲੇ ਏਰੀਏ ਚਲੇ ਜਾਈਏ ਜਿੱਥੇ ਵਿਚਾਰੇ ਮੇਰੇ ਵਰਗੇ ਗਰੀਬ ਬੰਦੇ ਰਹਿੰਦੇ ਆ, ਉਹ ਤਾਂ ਵਿਚਾਰੇ 50 ਲੀਟਰ ਨਹੀਂ ਖਰਚਦੇ ਹੋਣੇ। ਸੋ ਹੁਣ ਕਈ ਜਗ੍ਹਾ ਇਹ ਤੁਸੀਂ ਸਲਾਈਡ ਸਾਹਮਣੇ ਆ ਰਿਹਾ ਹੈ ਕਿ ਸਾਡੇ ਸਰੋਤ ਖਤਮ ਹੋ ਜਾਂਦੇ, ਖਾਲੀ ਹੋ ਜਾਂਦੇ, ਸੋਕਾ ਪੈ ਜਾਂਦਾ ਹੈ। ਇਹ ਮਹਾਰਾਸ਼ਟਰ ਦੀ ਸਿਚੁਏਸ਼ਨ ਹੈ ਕਿ ਜਿੰਨੇ ਪਾਣੀ ਦੇ ਰੈਜ਼ਰਵਾਇਰ ਨੇ ਖਾਲੀ ਹੋ ਗਏ। ਕਿਉਂ? ਕਿਉਂਕਿ ਅਸੀਂ ਜਦੋਂ ਮੀਂਹ ਪਿਆ ਅਸੀਂ ਪਾਣੀ ਦੀ ਸੰਭਾਲ ਹੀ ਨਹੀਂ ਕੀਤੀ, ਤੇ ਆ ਸਿਚੁਏਸ਼ਨ ਇਹ ਹੋ ਜਾਂਦੀ ਹੈ। ਸੋ ਇਹ ਇਕਨੋਮਿਕ ਡਿਵਾਈਡ ਜਿਹੜਾ ਇਕਨੋਮਿਕ ਡਿਵਾਈਡ ਹੈ, ਜਾਂ ਕਹਿ ਲਓ ਤੀਸਰੀ ਚੀਜ਼ ਆ ਗਈ ਕੁਦਰਤ। ਜਿਹੜੇ ਅੱਗੇ ਮੀਂਹ ਪੈਂਦੇ ਹੁੰਦੇ ਸੀ, ਸਾਨੂੰ ਪਤਾ ਹੈ ਵੀ ਇਹ 3 ਮਹੀਨੇ ਸਾਨੂੰ ਹੌਲੀ ਹੌਲੀ ਮੀਂਹ ਪੈਣੇ ਹੈ, ਅਸੀਂ ਇਹ ਪਾਣੀ ਜਿਹੜਾ ਨਹੀਂ ਵੀ ਸਾਂਭਦੇ ਤਾਂ ਆਪਣੇ ਆਪ ਜ਼ਮੀਨ ਦੇ ਵਿੱਚ ਚਲਾ ਜਾਣਾ, ਰੀਚਾਰਜ ਹੋਏਗਾ। ਹੁਣ ਉਹ ਨਹੀਂ ਹੋ ਰਿਹਾ, ਮੀਂਹ ਨਹੀਂ ਪੈ ਰਹੇ। ਜਦੋਂ ਸੋਕਾ ਪੈਂਦਾ ਤੇ ਇਹੋ ਜਿਹੀ ਹਾਲਾਤ ਆਉਂਦੀ ਹੈ। ਇਹ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੇ ਵਿੱਚ, ਕੀ ਮੈਂ ਕਹਿੰਦਾ ਵਰਲਡ 'ਚ ਇੱਦਾਂ ਹੋਇਆ ਕਿ ਇੱਕ ਵਾਟਰ ਟ੍ਰੇਨ ਚੱਲੀ ਹੈ, ਲਾਤੂਰ ਐਕਸਪ੍ਰੈਸ ਜਿਹਨੂੰ ਕਿਹਾ, ਲਾਤੂਰ ਪਾਣੀ ਪਹੁੰਚਾਇਆ ਗਿਆ ਟ੍ਰੇਨ ਦੇ ਰਾਹੀਂ। ਹੁਣ ਇਹ ਕਿੰਨਾ, ਮਤਲਬ ਟੂ ਵਾਟ ਐਕਸਟੈਂਟ ਆ, ਅਸੀਂ ਕਦੋਂ ਤੱਕ ਇਸ ਤਰ੍ਹਾਂ ਕਿੰਨਾ ਪਾਣੀ ਪਹੁੰਚਾ ਸਕਾਂਗੇ, ਕਿ ਇਹ ਫਿਜ਼ੀਬਲ ਹੋਊਗਾ? ਸੋ ਇਹ ਦੂਸਰੀ ਗੱਲ ਇਹ ਹੈ, ਜਦੋਂ ਤੁਸੀਂ ਕਹੇ ਕਿ ਸੀਰੀਅਸ ਕਿਉਂ ਨਹੀਂ ਲੈਂਦੇ, ਮੈਂ ਕਹਿੰਦਾ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਅੱਜ ਤੱਕ ਸਾਨੂੰ ਕਿਸੇ ਨੇ ਸਮਝਾਇਆ ਕਿ ਪਾਣੀ ਦੀ ਇੰਪੋਰਟੈਂਸ ਕੀ ਹੈ। ਹੁਣ ਅਸੀਂ, ਮੈਂ ਕਹਿੰਦਾ ਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਣੀ ਦਾ ਜ਼ਿਕਰ ਕੀਤਾ ਹੋਇਆ, ਤੁਸੀਂ ਜ਼ਿਕਰ ਕੀਤਾ ਪਾਣੀ ਦਾ, ਤੇ ਅਸੀਂ ਮੈਂ ਅਗਰ ਕਹਾਂ ਪਵਨ ਗੁਰੂ ਪਾਣੀ ਪਿਤਾ, ਇਹ ਇੱਕ ਤੁਕ ਦੇ ਵਿੱਚ ਹੀ ਪੂਰੇ এনवायरमेंट ਦੀ ਮਹੱਤਤਾ ਦੱਸੀ ਗਈ ਹੈ। ਪਵਨ ਨੂੰ ਗੁਰੂ ਕਿਹਾ ਗਿਆ, ਪਾਣੀ ਨੂੰ ਪਿਤਾ ਕਿਹਾ ਗਿਆ, ਕਿਉਂਕਿ ਇਹਦਾ ਮਤਲਬ ਹੈ ਪਾਣੀ ਤੋਂ ਬਿਨਾਂ ਤੁਸੀਂ ਕੋਈ ਚੀਜ਼ ਉਪਜ ਹੀ ਨਹੀਂ ਸਕਦੀ, ਤੇ ਧਰਤੀ ਨੂੰ ਮਾਤਾ ਕਿਹਾ ਗਿਆ। ਸੋ ਇਹ ਅਗਰ ਅਸੀਂ ਰੋਜ਼ ਇਹਨੂੰ ਮੈਂ ਆਮ ਸੌਰੀ ਟੂ ਸੇ ਕਿ ਅਸੀਂ ਇਹਨੂੰ ਰੱਟਦੇ ਹਾਂ, ਰੱਟਾ ਲਾਉਂਦੇ ਹਾਂ, ਪਰ ਕਦੀ ਅਸੀਂ ਇਹਨੂੰ ਸੋਚੇ ਕਿ ਪਾਣੀ ਨੂੰ ਮਤਲਬ ਪਿਤਾ ਕਿਹਾ ਗਿਆ, ਕਿਉਂ ਕਿਹਾ ਗਿਆ, ਤੇ ਕੀ ਅਸੀਂ ਉਹਨੂੰ ਪਿਤਾ ਦਾ ਦਰਜਾ ਦੇ ਰਹੇ ਹਾਂ ਕਿ ਨਹੀਂ। ਸੋ ਇਹ ਕੋਸ਼ਿਸ਼ ਕਰਨੀ ਅਸੀਂ ਕੀਤੀ ਨਹੀਂ, ਕਿਸੇ ਨੇ ਨਹੀਂ ਕੀਤੀ, ਕਿਸੇ ਲੈਵਲ ਤੇ ਨਹੀਂ ਕੀਤੀ। ਸਾਹਮਣੇ ਸਲਾਈਡ ਤੇ ਆ ਰਿਹਾ, ਤੁਸੀਂ ਦੇਖੋ ਪਾਣੀ ਦੇ ਰਿਸੋਰਸਿਸ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਘਟਦੇ ਜਾ ਰਹੇ। ਸਾਡੇ ਕੋਲ ਜਿਹੜੀ ਇਸ ਵੇਲੇ ਡਿਮਾਂਡ ਹੈ ਉਹ 60 ਬਿਲੀਅਨ ਕਿਊਬਿਕ ਮੀਟਰ ਹੈ। 1 ਕਿਊਬਿਕ ਮੀਟਰ ਦਾ ਮਤਲਬ ਹੈ 1000 ਲੀਟਰ ਪਾਣੀ। 60 ਬਿਲੀਅਨ ਕਿਊਬਿਕ ਮੀਟਰ ਪਾਣੀ ਦੀ ਰਿਕੁਆਇਰਮੈਂਟ ਹੈ ਸਾਡੀ, ਤੇ ਹੈ ਕਿੰਨਾ ਸਾਡੇ ਕੋਲ? 35 ਬਿਲੀਅਨ। ਇਹਦਾ ਮਤਲਬ ਹੈ 25 ਬਿਲੀਅਨ ਕਿਊਬਿਕ ਮੀਟਰ ਜਿਹੜਾ ਪਾਣੀ ਹੈ ਉਹ ਸਾਡਾ ਡੈਫਿਸਿਟ ਹੈ, ਉਹ ਗੈਪ ਹੈ। ਉਹ ਫਿਰ ਅਸੀਂ ਕੀ ਕਰ ਰਹੇ, ਅਸੀਂ ਥੱਲੇ ਪਤਾਲ ਦੇ ਵਿੱਚ ਕਹਿ ਲਓ ਜਾ ਰਹੇ ਹਾਂ, ਕਿਉਂਕਿ ਟੈਕਨੋਲੋਜੀ ਆ ਗਈ, ਸਮਰਸੀਬਲ ਪੰਪ ਆ ਗਏ, ਉਹ ਜਿੰਨਾ ਡੂੰਘਾ ਤੁਸੀਂ ਪਾਣੀ ਉੱਥੋਂ ਖਿੱਚੀ ਜਾਂਦੇ। 10 ਬਿਲੀਅਨ ਕਿਊਬਿਕ ਮੀਟਰ ਅਸੀਂ ਰੇਨਫਾਲ ਤੋਂ ਐਕਸਪੈਕਟ ਕਰ ਰਹੇ ਹਾਂ। ਮੈਂ ਵਰਡ ਐਕਸਪੈਕਟ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਕੋਈ ਪਤਾ ਨਹੀਂ ਬਾਰਿਸ਼ ਕਿਹੀ ਜਿਹੀ ਪੈਂਦੀ ਹੈ। ਕਈ ਵਾਰੀ ਤੁਹਾਡੀ ਸਾਲ ਦਾ ਚੌਥਾ ਹਿੱਸਾ ਬਾਰਿਸ਼ ਜਿਹੜੀ ਹੈ ਹਫ਼ਤੇ ਦੇ ਵਿੱਚ ਪੈ ਜਾਂਦੀ ਹੈ, ਉਹਨੂੰ ਤੁਸੀਂ ਕਿਵੇਂ ਕਾਬੂ ਕਰੋਗੇ? ਅਸੀਂ ਤਾਂ ਇੱਕ ਦਿਨ ਨਾਲ ਹੀ ਬਾਰਿਸ਼ ਨਹੀਂ ਕਾਬੂ ਕਰ ਸਕਦੇ। ਚਲੋ ਮੰਨਿਆ ਕਿ 10 ਬਿਲੀਅਨ ਕਿਊਬਿਕ ਮੀਟਰ ਅਸੀਂ ਉੱਥੋਂ ਲੈ ਰਹੇ, ਤੇ 15 ਬਿਲੀਅਨ ਕਿਊਬਿਕ ਮੀਟਰ ਸਾਡਾ ਓਵਰਡਰਾਫਟ ਹੈ। ਉਹ ਫਿਰ ਅਸੀਂ ਜਿਹੜਾ ਸਾਡਾ ਉਹ ਪ੍ਰਮਾਤਮਾ ਨੇ ਜਿਹੜਾ ਸਾਡਾ ਰੱਖਿਆ ਹੋਇਆ ਰੈਜ਼ਰਵਾਇਰ ਐਮਰਜੈਂਸੀ ਵੇਲੇ ਦਾ, ਅਸੀਂ ਉਹ ਕੱਢ ਕੇ ਉਹਨੂੰ ਕਰ ਰਹੇ। ਉਹਦਾ ਨਤੀਜਾ ਇਹ ਹੈ ਕਿ ਸਾਡਾ ਜਿਹੜਾ ਗਰਾਊਂਡ ਵਾਟਰ ਟੇਬਲ ਹੈ ਪੰਜਾਬ ਦੇ ਵਿੱਚ, ਉਹ 65 ਸੈਂਟੀਮੀਟਰ ਹਰ ਸਾਲ ਥੱਲੇ ਜਾ ਰਿਹਾ। ਹਾਲਾਂਕਿ ਸਾਡਾ ਟੀਚਾ ਹੋਣਾ ਚਾਹੀਦਾ ਹੈ ਉੱਪਰ ਆਵੇ, ਮੈਂ ਕਹਿੰਦਾ ਉੱਪਰ ਨਾ ਵੀ ਆਵੇ, ਘੱਟ ਤੋਂ ਘੱਟ ਉਸੇ ਲੈਵਲ ਤੇ ਰਵੇ, ਪਰ ਉਹ ਹਰ ਸਾਲ 65 ਸੈਂਟੀਮੀਟਰ ਥੱਲੇ ਜਾ ਰਿਹਾ। ਤੇ ਤੁਸੀਂ ਹਿਸਾਬ ਲਾਓ ਕਿ ਜੇ 10 ਸਾਲ ਜਾਂ 20 ਸਾਲ ਬਾਅਦ ਕੀ ਹਾਲਤ ਹੋਣਗੇ ਮੈਨੂੰ ਨਹੀਂ ਪਤਾ, ਜਾਂ ਪਤਾ ਨਹੀਂ ਕੋਈ ਟੈਕਨੋਲੋਜੀ ਇਹੀ ਆਏਗੀ ਕਿ ਅਸੀਂ ਪਤਾਲ ਤੋਂ ਪਾਣੀ ਕੱਢ ਕੇ ਲੈ ਆਈਏ ਤੇ ਵਰਤੀ ਜਾਈਏ। ਮੈਂ ਇਹਨੂੰ ਰਾਦਰ ਕਹਿੰਦਾ ਹੁੰਦਾ ਕਿ ਇਹ ਸਾਇੰਸ ਦਾ ਨੈਗੇਟਿਵ ਇਫੈਕਟ ਹੈ। ਖੂਹ ਹੁੰਦੇ ਸੀ ਪਹਿਲਾਂ, ਖੂਹ ਦਾ ਪਾਣੀ ਥੱਲੇ ਚਲਾ ਗਿਆ, ਅਸੀਂ ਉਹ ਸੈਂਟਰੀਫਿਊਗਲ ਪੰਪ ਰੱਖ ਲਏ ਵੀ ਥੱਲੇ ਪਾਣੀ ਖਿੱਚੀਏ, ਟਿਊਬਵੈਲ ਬਣਾ ਲਏ।
ਟਿਊਬਵੈਲ ਦਾ ਜਦੋਂ ਪਾਣੀ ਥੱਲੇ ਚਲਾ ਗਿਆ, ਅਸੀਂ ਉਹ ਜਿਹੜੀ ਸਾਡੀ ਮੋਟਰ ਸੀ ਚੁੱਕੀ ਤੇ ਖੂਹ 'ਚ ਰੱਖਤੀ ਵੀ ਹੋਰ ਥੱਲਿਓਂ ਖਿੱਚ ਲਵੇ। ਜਦੋਂ ਉਹ ਵੀ ਕੰਮ ਕਰਨੋਂ ਹਟ ਗਿਆ, ਸਾਡੇ ਕੋਲ ਸਮਰਸੀਬਲ ਮੋਟਰਾਂ ਆ ਗਈ। ਮੈਂ ਕਹਿੰਦਾ ਕਿ ਜੇ ਸਾਇੰਸ ਇੰਨੀ ਤਰੱਕੀ ਨਾ ਕਰਦੀ ਤੇ ਸ਼ਾਇਦ ਸਾਨੂੰ ਪਾਣੀ ਦੀ ਕਿੱਲਤ ਇੰਨੀ ਨਾ ਹੁੰਦੀ, ਕਿਉਂਕਿ ਫਿਰ ਪਾਣੀ ਅਸੀਂ ਹਿਸਾਬ ਨਾਲ ਵਰਤਦੇ, ਸੋਚ ਸਮਝ ਕੇ ਵਰਤਦੇ, ਤਰੀਕੇ ਨਾਲ ਵਰਤਦੇ। ਪਰ ਜੀ ਸੌਰੀ ਟੂ ਸੇ ਕਿ ਸਾਨੂੰ ਅਕਲ ਹਾਲੇ ਵੀ ਨਹੀਂ ਆਈ ਪਾਣੀ ਦੇ ਵਰਤਣ ਦੀ। ਸੋ ਜਿਹੜੀ ਗੱਲ ਤੁਸੀਂ ਪੁੱਛੀ ਹੈ, ਵਾਹਿਗੁਰੂ। ਸੋ ਭਾਈ ਸਾਹਿਬ ਜੀ ਸਾਨੂੰ ਦੱਸ ਰਹੇ ਸੀਗੇ ਕਿ ਉਹਦਾ ਵਾਈ ਦੋਹਰੇ ਸ਼ੁੱਡ ਉਪਯੋਗ ਬੀ ਜਿਹੜਾ ਨਾ ਕਰੀਏ। ਵੀ ਹਾਂਜੀ, ਬੀ ਵਰੀਡ ਅਬਾਊਟ ਵਾਟਰ। ਹਾਂਜੀ, ਸੋ ਜਦ ਆਪਾਂ ਵਾਟਰ ਅਵੇਲੇਬਿਲਿਟੀ ਦੀ ਗੱਲ ਕਰਦੇ ਆ ਦੇਸ਼ ਵਿੱਚ ਜਾਂ ਪੂਰੀ ਦੁਨੀਆ ਵਿੱਚ, ਕਿਤੇ ਨਾ ਕਿਤੇ ਸਾਨੂੰ ਪਤਾ ਹੈ ਕਿ ਉਹ ਬਹੁਤ ਇੱਕ ਛੋਟੇ ਪਰਸੈਂਟੇਜ ਤੋਂ ਆਉਂਦਾ ਆ, ਜਿਵੇਂ ਨਦੀ ਦਾ ਪਾਣੀ ਹੋ ਗਿਆ ਤੇ ਹੋਰ ਇਹੋ ਜਿਹੇ ਜੋ ਸਰੋਤ ਹੈਗੇ ਨੇ। ਲੇਕਿਨ ਰੀਸੈਂਟ ਈਅਰਸ ਵਿੱਚ ਜੋ ਅਵੇਲੇਬਿਲਿਟੀ ਹੈਗੀ ਉਹ ਕਾਫੀ ਰਿਡਿਊਸ ਹੋ ਚੁੱਕੀ ਆ, ਕਿਤੇ ਬਾੜ ਆਉਂਦੀ ਆ ਤੇ ਕਿਤੇ ਡਰਾਟਸ ਹੁੰਦੇ ਨੇ। ਤੇ ਆਪ ਜੀ ਨੂੰ ਕੀ ਲੱਗਦਾ ਕੀ ਰੀਜ਼ਨ ਹੋ ਸਕਦੇ ਆ? ਕਿ ਆਪਾਂ ਕੁਦਰਤੀ ਜੋ ਪਰਮਾਤਮਾ ਨੇ ਜੋ ਸਾਨੂੰ ਗਿਫਟ ਦਿੱਤਾ ਸੀਗਾ ਵਾਟਰ ਸਾਈਕਲ ਦਾ, ਕਿਤੇ ਉਹਦਾ ਇਫੈਕਟ ਹੈ ਜਾਂ ਕੀ ਰੀਜ਼ਨਸ ਨੇ ਇਸ ਸਭ ਦੇ? ਦੇਖੋ ਯਸ਼ਰਾਜ ਜੀ, ਮੈਂ ਵਾਟਰ ਸਾਈਕਲ ਤੋਂ ਪਹਿਲਾਂ ਜਿਹੜੀ ਪਰਮਾਤਮਾ ਦਾ ਗਿਫਟ ਹੈ ਉਸ ਤੋਂ ਪਹਿਲਾਂ ਇੱਕ ਗੱਲ ਕਰੂੰਗਾ ਕਿ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੀ ਪਾਪੂਲੇਸ਼ਨ ਜਿਹੜੀ ਹੈ ਉਹ ਆਊਟ ਆਫ ਕੰਟਰੋਲ ਹੈ। ਓਕੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੋਈ ਪਾਲਿਸੀ ਮੇਕਰ, ਕੋਈ ਸਰਕਾਰ, ਕੋਈ ਇੰਟੈਲੀਜੈਂਸ਼ੀਆ ਪਾਪੂਲੇਸ਼ਨ ਦੀ ਗੱਲ ਨਹੀਂ ਕਰਦਾ। ਜਿਹੜਾ ਤੁਹਾਡੇ ਸਾਹਮਣੇ ਸਲਾਈਡ ਆ ਰਿਹਾ, ਅਗਰ 1951 ਤੋਂ ਦੇਖੀਏ ਤੇ ਪਾਪੂਲੇਸ਼ਨ ਜਿਹੜੀ ਹੈ, ਮਤਲਬ ਅਸੀਂ ਐਕਸਪੈਕਟ ਕਰਦੇ ਹਾਂ 2050 ਤੱਕ 5 ਗੁਣਾ ਵੱਧ ਜਾਣੀ ਹੈ। ਤੇ ਜੇ ਪਾਪੂਲੇਸ਼ਨ 5 ਗੁਣਾ ਵੱਧ ਜਾਣੀ ਤੇ ਪਰ ਕੈਪੀਟਾ ਪਾਣੀ ਦੀ ਤੁਸੀਂ ਦੇਖ ਲਓ ਅਵੇਲੇਬਿਲਟੀ, ਉਹ 5000 ਤੋਂ ਲੈ ਕੇ 1000 ਹੋ ਗਈ, ਉਹ 5 ਗੁਣਾ ਘਟ ਗਈ। ਇਹਦੇ ਵਿੱਚ ਕੁਦਰਤ ਦਾ ਕੋਈ ਕਸੂਰ ਨਹੀਂਗਾ। ਦੇਖੋ ਸਰੋਤ ਜਿਹੜੇ ਨੇ, ਕੁਦਰਤੀ ਸਰੋਤ, ਉਹ ਤਾਂ ਉਨੇ ਹੀ ਰਹਿਣੇ। ਕੁਐਸਚਨ ਹੈ ਕਿ ਅਸੀਂ ਜੇ ਹੁਣ ਵੱਧਦੀ ਜਾਂਦੀ ਹੈ ਪਾਪੂਲੇਸ਼ਨ ਤਾਂ ਕੀ ਕੀਤਾ ਜਾਵੇ? ਉਹ ਸਰੋਤ ਤਾਂ ਉਹਨੇ ਲਿਮਿਟਿਡ, ਸੋ ਅਵੇਲੇਬਿਲਟੀ ਉਸ ਹਿਸਾਬ ਨਾਲ ਘਟਦੀ ਹੈ। ਉਸ ਤੋਂ ਬਾਅਦ ਅਗਲਾ ਸਲਾਈਡ ਅਗਰ ਤੁਸੀਂ ਦੇਖੋਗੇ ਤਾਂ ਪਰ ਅਵੇਲੇਬਿਲਟੀ ਦੋ ਲਾਈਨ, ਵਾਟਰ ਸਟ੍ਰੈਸ ਲਾਈਨ ਹੈ ਜਿਹੜੀ ਲਾਈਨ ਹੈ। ਇਹਦਾ ਭਾਵ ਕਿ ਇਹ ਉਹ ਸਿਚੁਏਸ਼ਨ ਜਦੋਂ ਸ਼ਾਇਦ ਸਾਨੂੰ ਪਾਣੀ ਪੀਣ ਵਾਸਤੇ ਵੀ ਨਾ ਮਿਲੇ। ਬੜੇ ਅਫਸੋਸ ਦੀ ਗੱਲ ਹੈ ਕਿ ਅਗਰ ਇਹ ਲਾਈਨ ਆ ਗਈ ਤਾਂ ਫਿਰ ਸਾਨੂੰ ਹੋ ਸਕਦਾ 5-5, 10-10 ਕਿਲੋਮੀਟਰ ਤੇ ਜਾਣਾ ਪਏਗਾ। ਇਹ ਸਿਚੁਏਸ਼ਨ ਹੈ। ਇਹਨੂੰ ਅਗਰ ਅਸੀਂ ਜ਼ਿਆਦਾ ਫਿਕਰ ਵਾਲੀ ਗੱਲ ਇਹ ਹੈ ਕਿ ਇਹ ਸਾਨੂੰ ਪਿਛਲੇ ਦਹਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਵੱਧ ਰਿਹਾ। ਅਗਲੇ ਸਲਾਈਡ ਦੇ ਵਿੱਚ ਅਗਰ ਤੁਸੀਂ ਦੇਖੋ ਕਿ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਪੰਜਾਬ ਦਾ ਅਗਰ ਅਸੀਂ ਗਰਾਊਂਡ ਵਾਟਰ ਸਿਚੁਏਸ਼ਨ ਦੇਖੀਏ, ਅਗਲੇ ਸਲਾਈਡ ਦੇ ਵਿੱਚ, ਅਗਲਾ ਸਲਾਈਡ, ਹਾਂਜੀ ਇਹ ਦੇਖੋ। ਹੁਣ ਇੱਥੇ ਅਸੀਂ ਦਿਖਾਏ ਹੋਏ ਤੁਹਾਨੂੰ 6 ਹਰ ਦਹਾਕੇ ਦਾ, 70s ਤੋਂ ਲੈ ਕੇ 80s, 90s, 2000, 2010, 2020। ਹੁਣ ਜਿਹੜਾ ਨੀਲਾ, ਤੁਸੀਂ ਸਿੰਪਲੀ ਇਹ ਸੋਚ ਲਓ ਕਿ ਨੀਲਾ ਰੰਗ ਦਾ ਮਤਲਬ ਹੈ ਪਾਣੀ ਚੰਗਾ ਹੈ, ਠੀਕ ਹੈ, ਗਰਾਊਂਡ ਵਾਟਰ ਇੰਨਾ ਮਤਲਬ ਥੱਲੇ ਨਹੀਂ ਗਿਆ ਹੋਇਆ। ਪਰ ਜਿਵੇਂ ਜਿਵੇਂ ਉਹ ਲਾਲ ਹੁੰਦਾ ਜਾਂਦਾ ਹੈ, ਲਾਲ ਵਾਲੇ ਪਾਸੇ ਤੁਰਦਾ, ਇਹਦਾ ਮਤਲਬ ਹੈ ਕਿ ਸਿਚੁਏਸ਼ਨ ਬੜੀ ਗ੍ਰਿਮ ਹੁੰਦੀ ਜਾ ਰਹੀ ਹੈ। ਔਰ ਜੇ ਤੁਸੀਂ ਹੋਰ ਧਿਆਨ ਨਾਲ ਦੇਖੋ, 2019 ਤੇ 2009 ਦੇ ਵਿੱਚ ਜਿਹੜਾ ਉਹ ਲਾਲ ਜਿਹੜੀ ਲਲਿਆਈ ਹੈ ਉਹ ਵਧੀ ਹੈ। ਉਸ ਤੋਂ ਪਹਿਲਾਂ 2001 ਤੋਂ 2009 ਦੇ ਵਿੱਚ ਵੀ ਲਲਿਆਈ ਵਧੀ ਹੈ। ਮਤਲਬ ਪਿਛਲੇ 1-2 ਦਹਾਕਿਆਂ ਦੇ ਵਿੱਚ ਪਾਣੀ ਦੀ ਜਿਹੜੀ ਥੱਲੇ ਜਾਣਾ, ਉਹਦੀ ਸਕੇਅਰਸਿਟੀ ਜਿਹੜੀ ਹੈ, ਉਹਦੀ ਕਮੀ ਜਿਹੜੀ ਹੈ, ਉਹ ਬਹੁਤ ਜ਼ਿਆਦਾ ਖਰਾਬ ਹੋਈ ਹੈ। ਜਿਹੜੀ ਕਿ ਸ਼ਾਇਦ ਪਿਛਲੇ 3 ਦਹਾਕਿਆਂ 30 ਸਾਲਾਂ 'ਚ ਇੰਨਾ ਮਾੜਾ ਹਾਲ ਨਹੀਂ ਸੀ। 1900 ਅਗਰ ਅਸੀਂ 91 ਤੱਕ ਦੇਖੀਏ ਤੇ ਇੰਨਾ ਮਾੜਾ ਨਹੀਂ ਸੀ ਜਿੰਨਾ 2001 ਤੋਂ ਲੈ ਕੇ ਫਿਰ 2019 ਤੋਂ ਹੋਇਆ। ਸੋ ਇਹ ਇੱਥੇ ਸਾਨੂੰ ਬੜਾ ਚਿੰਤਾ ਵਾਲੀ ਗੱਲ ਹੈ। ਸ਼ਾਇਦ ਇਹ ਹੋ ਸਕਦਾ ਕਿ 2029 ਦੇ ਵਿੱਚ ਤਾਂ ਸ਼ਾਇਦ ਪਾਣੀ ਸਾਡੀ ਪਹੁੰਚ ਤੋਂ ਬਾਹਰ ਹੋ ਜਾਵੇ। ਜੇ ਇਦਾਂ ਹੁੰਦਾ ਤਾਂ ਬਹੁਤ ਫਿਕਰ ਵਾਲੀ ਗੱਲ ਹੈ। ਹੁਣ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਹਾਂ, ਵਾਟਰ ਸਾਈਕਲ, ਕੁਦਰਤ ਨੇ, ਪਰਮਾਤਮਾ ਨੇ ਸਾਨੂੰ ਇੱਕ ਸਾਈਕਲ ਦਿੱਤਾ ਪਾਣੀ ਦਾ, ਕਿ ਪਾਣੀ ਭਾਫ ਬਣ ਕੇ ਉੱਡ ਰਿਹਾ ਹੈ ਸਮੁੰਦਰਾਂ ਤੋਂ, ਜੰਗਲਾਂ ਤੋਂ, ਜ਼ਮੀਨ ਤੋਂ, ਧਰਤੀ ਤੋਂ।
ਫਿਰ ਉਹ ਬੱਦਲ ਬਣਦੇ ਆ, ਫਿਰ ਉਹ ਬੱਦਲ ਥੱਲੇ ਆਉਂਦੇ ਆ ਟੈਂਪਰੇਚਰ ਦੇ ਹਿਸਾਬ ਦੇ ਨਾਲ, ਫਿਰ ਉਹ ਬੱਦਲ ਵਰਦਾ, ਫਿਰ ਮੀਂਹ ਪੈਂਦਾ। ਸੋ ਇਸ ਹਿਸਾਬ ਨਾਲ ਅਸੀਂ ਜਦੋਂ ਸਾਡਾ ਕੁਦਰਤ ਦਾ ਜੇ ਪਾਣੀ ਦਾ ਸਾਈਕਲ ਠੀਕ ਚੱਲਦਾ ਸੀ ਤਾਂ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਪਾਣੀ ਜਿਹੜਾ ਹੈ ਇਹ ਰੀਨਿਊਏਬਲ ਐਂਟਾਈਟੀ ਹੈ, ਮੁੜ ਮੁੜ ਸਿਰੇ ਨਵਾਂ ਬਣਦਾ। ਇਹ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ, ਪੜ੍ਹਾਉਂਦੇ ਵੀ ਹਾਂ ਬੱਚਿਆਂ ਨੂੰ, ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਦੀ ਡੇਟ ਦੇ ਵਿੱਚ ਪਾਣੀ ਰੀਨਿਊਏਬਲ ਐਂਟਾਈਟੀ ਨਹੀਂ ਰਿਹਾ। ਕਿਉਂ? ਹੁਣ ਤੁਸੀਂ ਇੱਥੇ ਦੇਖੋ, ਮੈਂ ਇਹ ਫਿਗਰ ਦੇ ਵਿੱਚ ਸ਼ੋਅ ਕੀਤਾ ਹੈ ਕਿ ਇਹ ਜਿਹੜਾ ਕੁਦਰਤੀ ਪਾਣੀ ਦਾ ਸਾਈਕਲ ਹੈ ਕੁਦਰਤ ਦਾ, ਇਹ ਡਿਸਟਰਬ ਹੋ ਗਿਆ। ਸਭ ਤੋਂ ਪਹਿਲਾਂ ਅਸੀਂ ਜੰਗਲ ਕੱਟਣੇ ਸ਼ੁਰੂ ਕਰਤੇ, ਉੱਥੇ ਐਗਰੀਕਲਚਰ ਸ਼ੁਰੂ ਕਰ ਲਈ। ਜਦੋਂ ਤੁਸੀਂ ਜੰਗਲ ਕੱਟਦੇ ਤੇ ਜਿਹੜਾ ਉਹ ਭਾਫ ਬਣ ਕੇ, ਦੇਖੋ ਇੱਕ ਦਰਖਤ ਹੈ ਉਹਦੇ 'ਚ ਹਜ਼ਾਰਾਂ ਲੱਖਾਂ ਪੱਤੇ ਨੇ ਜਿਨ੍ਹਾਂ ਤੋਂ ਪਾਣੀ ਦੀ ਇਵੈਪਰੇਸ਼ਨ ਹੋਣੀ ਹੈ, ਵਾਸ਼ਪੀਕਰਨ ਹੋਣਾ। ਤੇ ਜਦੋਂ ਤੁਸੀਂ ਉਹ ਇੱਕ ਦਰਖਤ ਕੱਟਿਆ ਤੇ ਉਹਨੇ ਕਿੰਨੀ ਥਾਂ ਘੇਰੀ ਸੀ? ਮੇ ਬੀ 100 ਸਕੁਅਰ ਮੀਟਰ। ਕਿੱਥੇ 100 ਸਕੁਅਰ ਮੀਟਰ, ਕਿੱਥੇ ਲੱਖਾਂ ਸਕੁਅਰ ਮੀਟਰ ਏਰੀਏ ਤੋਂ ਪਾਣੀ ਭਾਫ ਬਣਨਾ ਸੀ। ਸੋ ਅਸੀਂ ਉਹ ਕੁਦਰਤ ਦਾ ਵਾਟਰ ਸਾਈਕਲ ਡਿਸਟਰਬ ਕਰਤਾ, ਜਿਹਦੇ ਕਰਕੇ ਪਾਣੀ ਜਿਹੜਾ ਬਹੁਤ ਸਾਰਾ ਜ਼ਮੀਨ ਦੇ ਵਿੱਚ ਨਹੀਂ ਜਾ ਰਿਹਾ, ਉਹ ਰੁੜਦਾ ਦਰਿਆਵਾਂ ਦੇ ਵਿੱਚ। ਦਰਿਆ ਤੁਹਾਡੇ ਸਮੁੰਦਰ 'ਚ ਚਲੇ ਗਏ, ਇੱਕ ਵਾਰੀ ਜਿਹੜਾ ਪਾਣੀ ਸਮੁੰਦਰ ਨੂੰ ਜੁਆਇਨ ਕਰ ਗਿਆ ਉਹ ਸਾਡੇ ਹੱਥੋਂ ਬਾਹਰ ਹੈ ਜਾਂ ਸਾਡੇ ਕਿਸੇ ਕੰਮ ਦਾ ਨਹੀਂਗਾ। ਇਹੀ ਕਾਰਨ ਹੈ ਕਿ ਹੁਣ ਕਿਤੇ ਤਾਂ ਸੋਕਾ ਪੈ ਰਿਹਾ। ਜੇ ਮੈਂ ਪਹਿਲਾਂ ਦੱਸਿਆ ਕਿ 2016 ਦੇ ਵਿੱਚ ਸੋਕਾ ਪਿਆ, ਤੇ ਬਹੁਤ ਸਾਰੀਆਂ ਰਿਆਸਤਾਂ ਦੇ ਵਿੱਚ 2016 ਦੇ ਵਿੱਚ ਹੀ ਵਰਸਟ ਫਲੱਡਸ ਆਏ ਸੀ, ਬਹੁਤ ਮਾੜੇ ਫਲੱਡ ਆਏ ਸੀ, ਬਹੁਤ ਜ਼ਿਆਦਾ ਸਿਚੁਏਸ਼ਨ ਆਈ। ਕਿਉਂ? ਕਿਉਂਕਿ ਅਸੀਂ ਜਿਹੜਾ ਉਹ ਕੁਦਰਤ ਨੇ ਸਾਨੂੰ ਮੀਂਹ ਦਿੱਤਾ, ਪਾਣੀ ਦਿੱਤਾ, ਉਹਨੂੰ ਸਾਂਭ ਹੀ ਨਹੀਂ ਸਕੇ। ਅਸੀਂ ਸਿਚੁਏਸ਼ਨ ਇੰਨੀ ਖਰਾਬ ਕਰ ਚੁੱਕੇ ਹਾਂ, ਅਸੀਂ ਵਾਟਰ ਸਾਈਕਲ ਨੂੰ ਇੰਨਾ ਡਿਸਟਰਬ ਕਰ ਲਿਆ ਕਿ ਉਹ ਸਾਡਾ ਹੁਣ ਸਾਡੇ ਕਾਬੂ ਨਹੀਂ ਆ ਰਿਹਾ। ਕਿਤੇ ਸੋਕਾ, ਕਿਤੇ ਕੁਛ। ਬਾਰਿਸ਼ਾਂ ਘਟ ਗਈਆਂ। ਹੁਣ ਜਦੋਂ ਬਾਰਿਸ਼ਾਂ ਘਟ ਗਈਆਂ, ਨਾ ਸਿਰਫ ਬਾਰਿਸ਼ਾਂ ਘਟੀਆਂ, ਸਗੋਂ ਬਾਰਿਸ਼ਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ, ਹੁਣ 3 ਮਹੀਨਿਆਂ ਦੇ ਵਿੱਚ ਅਗਰ ਬਾਰਿਸ਼ ਪੈਂਦੀ ਹੈ, ਮੰਨ ਲਓ 35 ਦਿਨ ਬਾਰਿਸ਼ ਪੈਂਦੀ ਹੈ, 35 ਰੇਨੀ ਡੇਜ਼ ਹੈ। ਸ਼ੁਰੂ ਦੇ ਵਿੱਚ ਹੁੰਦਾ ਸੀ ਜਿਹਨੂੰ ਤੁਸੀਂ ਕਹਿੰਦੇ ਝੜੀ ਲੱਗੀ ਹੈ। ਅੱਜ ਕੱਲ੍ਹ ਝੜੀ ਦਾ ਨਾਂ ਹੀ ਨਹੀਂਗਾ। ਅੱਜ ਕੱਲ੍ਹ ਤਾਂ ਅੱਧੇ ਘੰਟੇ ਦੇ ਵਿੱਚ ਇੰਨਾ ਛੜਾਕਾ ਪੈ ਗਿਆ, ਜਲ ਥਲ ਸਾਰਾ ਪਾਣੀ ਰੁੜ ਕੇ ਹੋ ਗਿਆ। ਉਹ ਜਿਹੜੀ ਝੜੀ ਹੁੰਦੀ ਸੀ ਨਾ, ਝੜੀ ਇਹਦੇ ਕਦੇ ਫਲੱਡਿੰਗ ਨਹੀਂ ਸੀ ਹੁੰਦੀ, ਉਹ ਸਾਰੇ ਦਾ ਸਾਰਾ ਪਾਣੀ ਜ਼ਮੀਨ ਦੇ ਵਿੱਚ ਜਾਂਦਾ ਸੀ। ਸੋ ਇਹ ਸਾਡਾ ਵਾਟਰ ਸਾਈਕਲ ਖਰਾਬ ਕਰਨ ਕਰਕੇ ਇਹ ਸਾਡੀ ਸਿਚੁਏਸ਼ਨ ਆਈ ਹੈ, ਕਿਤੇ ਹੜ੍ਹ, ਕਿਤੇ ਸੋਕਾ। ਹਾਂਜੀ ਜੀ। ਤੇ ਆਪਾਂ ਕਹਿੰਦੇ ਆ ਕਿ ਇੱਕ ਤੇ ਅਵੇਲੇਬਿਲਿਟੀ ਆਫ ਵਾਟਰ ਜਿਹਦੀ ਆਪਾਂ ਗੱਲ ਕਰ ਚੁੱਕੇ ਹਾਂ, ਪਰ ਇੱਕ ਹੋਰ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਮੁੱਦਾ ਹੈਗਾ ਆ ਕਿ ਜਿਹੜਾ ਅਵੇਲੇਬਲ ਵਾਟਰ ਹੈਗਾ ਵੀ ਆ, ਉਹ ਵੀ ਆਪਾਂ ਪੋਲਿਊਟੇਡ ਹੋ ਰਿਹਾ, ਤੇ ਉਹ ਵੀ ਫਿਰ ਪੀਣ ਯੋਗ ਨਹੀਂ ਬਚਦਾ। ਤੇ ਇਸ ਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਕੀ ਵਜ੍ਹਾ ਹੈਗੀ ਹੈ ਔਰ ਆਪਾਂ ਇਸ ਤੋਂ ਕਿਵੇਂ ਬਚ ਸਕਦੇ? ਬਿਲਕੁਲ ਜਸਰਾਜ ਜੀ, ਇਹ ਬਿਲਕੁਲ ਤੁਹਾਡਾ ਸਹੀ ਸਵਾਲ ਹੈ ਕਿ ਪਾਣੀ ਇੱਕ ਤਾਂ ਜਿਹੜਾ ਹੈ ਨਾ, ਹੁਣ ਜੇ ਅਸੀਂ ਕਹੀਏ ਕਿ ਕੀ ਉਹ ਪੀਣ ਯੋਗ ਹੈ, ਤੇ ਇੱਕ ਬੜਾ ਵੱਡਾ ਕੁਐਸਚਨ ਮਾਰਕ ਹੈ। ਦੇਖੋ, ਅੱਜ ਤੋਂ ਅਸੀਂ ਅਗਰ ਮੈਂ 30 ਸਾਲ ਪਹਿਲਾਂ ਚਲੇ ਜਾਵਾਂ, ਸ਼ਾਇਦ ਤੁਸੀਂ ਉਦੋਂ ਤੁਹਾਡਾ ਜਨਮ ਹੋਇਆ ਹੋਵੇ, ਮੈਨੂੰ ਪਤਾ ਹੈ ਕਿ ਅਸੀਂ ਜਦੋਂ ਘਰੋਂ ਨਿਕਲਦੇ ਸੀ, ਬੱਸ ਅੱਡੇ, ਬੱਸ ਖੜੀ ਹੈ ਕਿਤੇ ਵੀ, ਫਟਾਫਟ ਥੱਲੇ ਉਤਰੇ, ਟੂਟੀਆਂ ਲੱਗੀਆਂ ਹੁੰਦੀਆਂ ਸੀ, ਪਾਣੀ ਪੀਤਾ, ਵਾਪਸ ਆ ਗਏ। ਟ੍ਰੇਨ ਕਿਤੇ ਰੁਕੀ ਸਟੇਸ਼ਨ ਤੇ ਬੋਤਲ ਪਾਣੀ ਦੀ ਲੈ ਕੇ ਭਰ ਕੇ ਲਿਆਏ। ਅੱਜ ਦੀ ਡੇਟ ਦੇ ਵਿੱਚ ਟੂਟੀ ਚਲਦੀ ਵੀ ਹੋਵੇ, ਪਹਿਲਾਂ ਤੇ ਟੂਟੀਆਂ ਹੈ ਹੀ ਨਹੀਂ ਗੀਆਂ, ਨਾ ਸਟੇਸ਼ਨਾਂ ਤੇ ਨੇ, ਨਾ ਬੱਸ ਅੱਡਿਆਂ ਤੇ ਨੇ। ਤੇ ਜੇ ਹੈ ਵੀ ਹੈ ਕਿਤੇ, ਤੇ ਤੁਹਾਨੂੰ ਭਰੋਸਾ ਨਹੀਂ ਕਿ ਪਾਣੀ ਪੀਣ ਯੋਗ ਹੈ ਕਿ ਨਹੀਂ। ਤੇ ਤੁਸੀਂ ਜਾਂ ਤਾਂ ਪਾਣੀ ਘਰੋਂ ਕੈਰੀ ਕਰਦੇ ਹੋ, ਜਾਂ ਤੁਸੀਂ ਪਾਣੀ ਮੁੱਲ ਖਰੀਦਦੇ ਹੋ। ਔਰ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਵੀ ਪਾਣੀ ਹੈ, ਹਰ ਘਰ ਦੇ ਵਿੱਚ ਤੁਸੀਂ RO ਲਾਏ ਹੋਏ ਹੈ, ਕਿਉਂਕਿ ਤੁਹਾਨੂੰ ਜਿਹੜਾ ਟੂਟੀ ਵਾਲਾ ਪਾਣੀ ਹੈ ਉਹਦੇ ਤੇ ਭਰੋਸਾ ਨਹੀਂਗਾ। ਤੁਸੀਂ ਕਹਿੰਦੇ ਹੋ ਕਿ ਉਹ ਪਾਣੀ ਜਿਹੜਾ ਉਹ ਖਰਾਬ ਹੈ, ਉਹਦੇ ਵਿੱਚ ਸਾਲਟਸ ਨੇ। ਸੋ ਅਸੀਂ ਘਰ ਵਾਲਾ ਪਾਣੀ ਵੀ ਸਾਡਾ ਮੁੱਲ ਖਰੀਦਿਆ ਹੋਇਆ, ਸੋ ਅਸੀਂ ਪਾਣੀ ਮੁੱਲ ਖਰੀਦ ਕੇ ਪੀਂਦੇ। ਹੁਣ ਕੁਐਸਚਨ ਹੈ ਕਿ ਇਹ ਜਿਹੜਾ ਇਸ ਤੋਂ ਪਹਿਲਾਂ ਸਲਾਈਡ, ਇੱਕ ਇਸ ਤੋਂ ਪਹਿਲਾਂ ਦਿਖਾਇਓ ਜੀ ਸਲਾਈਡ, ਇੱਕ ਜਿਹੜਾ, ਹਾਂ ਇਹ ਦੇਖੋ, ਇਹਨੂੰ ਅਸੀਂ ਕਹਾਂਗੇ ਐਂਥਰੋਪੋਜੈਨਿਕ ਦਾ ਭਾਵ ਹੈ ਜਿਹੜਾ ਬੰਦੇ ਨੇ, ਸਾਡੀਆਂ ਐਕਟੀਵਿਟੀਜ਼, ਹਿਊਮਨ ਬੀਂਗਸ ਦੀ ਐਕਟੀਵਿਟੀਜ਼ ਦੇ ਨਾਲ ਪਾਣੀ ਖਰਾਬ ਹੋ ਰਿਹਾ। ਦੇਖੋ ਕਿਸ ਤਰ੍ਹਾਂ ਜਿਹੜਾ ਪੋਲਿਊਸ਼ਨ ਹੋ ਰਹੀ ਹੈ ਪਾਣੀ ਦੀ, ਸੀਵਰੇਜ ਵਾਟਰ ਡਿੱਗ ਰਿਹਾ। ਹਾਂਜੀ ਅਗਲੇ ਸਲਾਈਡ ਦੇ ਵਿੱਚ ਆਇਓ। ਫਿਰ ਅਗਲੀ ਸਲਾਈਡ ਦੇ ਵਿੱਚ ਹੁਣ ਇਹ ਜਿਹੜੀ ਐਗਜ਼ਾਮਪਲ ਹੈ ਬੁੱਢੇ ਨਾਲੇ ਦੀ ਹੈ। ਲੁਧਿਆਣੇ ਦਾ ਬੁੱਢਾ ਨਾਲਾ ਪੂਰੇ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹੈ ਕਿ ਇਹਦੇ ਵਿੱਚ ਜਿੰਨਾ ਇੰਡਸਟਰੀਅਲ ਐਫਲੂਐਂਟਸ ਨੇ, ਜਿੰਨਾ ਸ਼ਹਿਰ ਦਾ ਟ੍ਰੀਟਮੈਂਟ ਹੈ, ਅਨਟ੍ਰੀਟਡ ਵਾਟਰ ਹੈ, ਐਫਲੂਐਂਟ ਹੈ, ਉਹ ਸਾਰਾ ਇਹਦੇ ਵਿੱਚ ਡਿੱਗਦਾ। ਔਰ ਤੁਹਾਡੇ ਸਾਹਮਣੇ ਅਨਟ੍ਰੀਟਡ ਡਿੱਗ ਰਿਹਾ। ਔਰ ਇਹਦੇ ਵਿੱਚ ਮਤਲਬ ਇਹ ਕਹਿੰਦੇ ਕਿ ਬੁੱਢਾ ਦਰਿਆ ਹੁੰਦਾ ਸੀ ਕਿਸੇ ਟਾਈਮ ਤੇ, ਇਹਦੇ ਵਿੱਚ ਇੱਕ ਸਾਫ਼ ਪਾਣੀ ਵਗਦਾ ਹੁੰਦਾ ਸੀ।
ਤੇ ਅੱਜ ਤੁਸੀਂ ਉੱਥੇ 1 ਮਿੰਟ ਇਹਦੇ ਕੰਢੇ ਨਹੀਂ ਖੜ ਸਕਦੇ, ਇੰਨੀ ਸਟਿੰਕਿੰਗ ਸਮੈਲ, ਇਹਦੇ ਵੱਲ ਦੇਖਣਾ ਵੀ ਬੁਰਾ ਲੱਗਦਾ ਸਾਨੂੰ, ਇੰਨਾ ਗਾਰ ਇਕੱਠਾ ਹੋਇਆ। ਔਰ ਤੁਸੀਂ ਇਹ ਸਾਹਮਣੇ ਦੇਖ ਲਓ, ਤੁਹਾਡੇ ਸਾਹਮਣੇ ਸਿਚੁਏਸ਼ਨ ਹੈ ਇਹਦੇ ਵਿੱਚ ਜੀ ਜਿੰਨਾ, ਔਰ ਨਾ ਸਿਰਫ ਇਹ ਨਾਲੇ ਦੇ ਵਿੱਚ, ਇਸ ਤੋਂ ਤੁਸੀਂ 5 ਕਿਲੋਮੀਟਰ ਸੱਜੇ ਚਲੇ ਜਾਓ, 5 ਕਿਲੋਮੀਟਰ ਪਿੱਛੇ ਚਲੇ ਜਾਓ, ਤਾਂ ਜ਼ਮੀਨ ਦੇ ਵਿੱਚ ਤੇ ਉਸ ਜ਼ਮੀਨ ਤੇ ਜੋ ਉਗਦਾ ਉਹਦੇ ਵਿੱਚ ਹੈਵੀ ਮੈਟਲਸ ਨੇ। ਔਰ ਅਨਫੋਰਚੂਨੇਟਲੀ ਜਿਹੜੇ ਕਈ ਸਾਡੇ ਕਿਸਾਨ ਵੀਰ ਇਸ ਪਾਣੀ ਨੂੰ ਵਰਤ ਰਹੇ ਇਰੀਗੇਸ਼ਨ ਵਾਸਤੇ, ਤੇ ਉਹ ਜਿੰਨੇ ਹੈਵੀ ਮੈਟਲ ਨੇ ਉਹ ਸਬਜ਼ੀਆਂ ਦੇ ਵਿੱਚ ਆ ਰਹੇ, ਸਬਜ਼ੀਆਂ ਉਗਾਉਂਦੇ। ਸੋ ਜਿੰਨੇ ਲੁਧਿਆਣੇ ਸ਼ਹਿਰ ਦੀਆਂ ਸਬਜ਼ੀਆਂ ਨੇ ਉਹ ਇਸ ਪਾਣੀ ਤੋਂ ਹੁੰਦੀਆਂ ਸਬਜ਼ੀਆਂ, ਕਿਉਂਕਿ ਇਹਦੇ ਵਿੱਚ ਨਾਈਟ੍ਰੇਟ ਵੀ ਕਾਫੀ ਹੈ। ਨਾਈਟ੍ਰੇਟ ਦੇ ਨਾਲ ਸਬਜ਼ੀਆਂ ਦੀ ਗਰੋਥ ਬੜੀ ਅੱਛੀ ਹੋ ਜਾਂਦੀ ਹੈ, ਪਰ ਨਾਲ ਦੀ ਨਾਲ ਉਹ ਸਬਜ਼ੀਆਂ ਜਿਹੜੀਆਂ ਨੇ ਹੈਵੀ ਮੈਟਲ ਅਪਟੇਕ ਵੀ ਹੁੰਦਾ, ਉਹ ਹੈਵੀ ਮੈਟਲ ਸਾਡੇ ਫੂਡ ਚੇਨ ਵਿੱਚ ਆਉਂਦਾ, ਤੇ ਫਿਰ ਕਾਰਨ ਤੁਹਾਨੂੰ ਪਤਾ ਹੀ ਹੈ, ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ। ਅਗਲੇ ਸਲਾਈਡ ਤੇ ਅਸੀਂ ਜਾਈਏ, ਤੇ ਅਗਲੇ ਸਲਾਈਡ ਦੇ ਵਿੱਚ ਤੁਸੀਂ ਦੇਖੋ ਇੰਡਸਟਰੀਅਲ ਪੋਲਿਊਸ਼ਨ। ਇਹ ਜਲੰਧਰ ਦੀ ਇੱਕ ਲੈਦਰ ਫੈਕਟਰੀ ਹੈ। ਹੁਣ ਦੇਖੋ ਜਿਹੜਾ ਲੈਦਰ ਫੈਕਟਰੀ ਤੋਂ ਐਫਲੂਐਂਟ ਨਿਕਲ ਰਿਹਾ ਉਹਦਾ ਰੰਗ ਦੇਖੋ, ਤੇ ਪਿੱਛੇ ਜਿਹੜਾ ਪਾਣੀ ਆ ਰਿਹਾ ਉਹਦਾ ਰੰਗ ਦੇਖੋ, ਇਹ ਕਿੰਨਾ ਮਤਲਬ ਗੰਦਾ ਪਾਣੀ ਹੈ। ਕੀ ਇੱਕ ਫੈਕਟਰੀ ਵਾਲਾ ਜਿਹੜਾ ਕਰੋੜਾਂ ਰੁਪਈਆ ਕਮਾ ਰਿਹਾ ਹੈ, ਕਿ ਉਹ ਲੱਖ 2 ਲੱਖ ਰੁਪਈਆ ਨਹੀਂ ਖਰਚ ਸਕਦਾ ਕਿ ਆਪਣਾ ਟ੍ਰੀਟਮੈਂਟ ਪਲਾਂਟ ਬਣਾਵੇ, ਕਿ ਜਿਹੜਾ ਪਾਣੀ ਉਹ ਬਾਹਰ ਛੱਡ ਰਿਹਾ ਉਹਨੂੰ ਟ੍ਰੀਟ ਕਰਕੇ ਛੱਡੇ? ਪਰ ਸਾਡਾ ਇਹ ਹੈ ਕਿ ਨਹੀਂ, ਮੈਂ ਪੈਸੇ ਕਮਾਣੇ ਹੈ, ਬਾਹਰ ਜਿਹੜਾ ਕੋਈ ਮਰਦਾ ਮਰੇ। ਔਰ ਸੌਰੀ ਟੂ ਸੇ ਕਿ ਹੋ ਸਕਦਾ ਹੈ ਕੱਲ ਨੂੰ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਕੋਈ ਆਪਣਾ ਬਾਲ ਬੱਚਾ ਜਾਂ ਕੋਈ ਆਪਣਾ ਰਿਸ਼ਤੇਦਾਰ ਹੀ ਨਾ ਹੋਵੇ ਜਿਹੜਾ ਇਸ ਪਾਣੀ ਦੇ ਨਾਲ ਅਫੈਕਟ ਹੁੰਦਾ ਹੋਵੇ। ਪਰ ਸਵਾਲ ਹੈ ਕਿ ਇਹ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ, ਕਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਕਰਾਂਗੇ ਬਰਦਾਸ਼ਤ। ਸੋ ਵਾਟਰ ਕੁਆਲਿਟੀ ਦਾ ਇਸ਼ੂ ਜਿਹੜਾ ਹੈ ਉਹ ਵਾਟਰ ਸਕੇਰਸਿਟੀ ਤੋਂ ਜ਼ਿਆਦਾ ਸੀਰੀਅਸ ਇਸ਼ੂ ਹੈ। ਹਾਂਜੀ ਜੀ। ਤੇ ਆਪਾਂ ਹੁਣ ਜਿਹੜੇ ਇਫੈਕਟਸ ਵੇਖ ਲਏ ਕਿ ਜੇ ਤੇ ਆਪਾਂ ਆਪਣੇ ਜੋ ਡੇ ਟੂ ਡੇ ਲਾਈਫਸ ਹੈ ਉਹਨੂੰ ਆਪਾਂ ਨਹੀਂ ਸੁਧਾਰਿਆ, ਜਾਂ ਆਪਾਂ ਆਪਣੇ ਵਰਤਨ ਦੇ ਤਰੀਕੇ ਜੋ ਹੈਗੇ ਨੇ ਉਹ ਨਹੀਂ ਸੁਧਾਰੇ, ਤੇ ਅੱਗੇ ਕੀ ਅੰਜਾਮ ਹੋਣਾ ਹੈ ਸਾਡੇ ਸਾਰਿਆਂ ਦਾ। ਲੇਕਿਨ ਇੱਕ ਚੀਜ਼ ਇਹ ਵੀ ਹੁੰਦੀ ਹੈ, ਜਦੋਂ ਵੀ ਕੋਈ ਚੰਗਾ ਕਰਨ ਜਾਂਦਾ ਕੋਈ ਇੰਡੀਵਿਜੂਅਲ, ਤੇ ਉਹਨੂੰ ਕਹਿ ਦਿੱਤਾ ਜਾਂਦਾ ਕਿ ਤੇਰੇ ਇਕੱਲੇ ਕਰਨ ਨਾਲ ਕੀ ਹੋ ਜਾਣਾ, ਹੈ ਨਾ? ਹਾਂ, ਤੇਰੇ ਮੈਂ ਇਕੱਲੇ ਇਸ਼ਰਾਕ ਸਾਰੇ। ਹਾਂਜੀ ਬਿਲਕੁਲ ਠੀਕ ਹੈ। ਤੁਹਾਡੇ ਇਸ ਸਵਾਲ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਕ ਵੀ ਦੱਸੂਗਾ ਕਿ ਜੀ ਪੋਲਿਊਸ਼ਨ ਜੀ ਬਾਰੇ ਬਿਲਕੁਲ। ਸਾਡੇ ਪਿੰਡਾਂ ਦੇ ਵਿੱਚ ਵੀ ਅਸੀਂ, ਮੈਂ ਜਿਹੜੀ ਪਹਿਲਾਂ ਗੱਲ ਕੀਤੀ ਉਹ ਸ਼ਹਿਰਾਂ ਦੀ ਗੱਲ ਸੀ, ਸਾਡੇ ਜੀ ਪਿੰਡ ਵੀ ਘੱਟ ਨਹੀਂ ਗਏ। ਹਰ ਪਿੰਡ ਦੇ ਵਿੱਚ 1 ਜਾਂ 2 ਛੱਪੜ ਹੁੰਦੇ ਆ। ਹੁਣ ਉਹ ਛੱਪੜ ਕਿਸੇ ਟਾਈਮ ਤੇ ਪਿੰਡ ਦੀ ਲਾਈਫ ਲਾਈਨ ਹੁੰਦੇ ਸੀ, ਡੰਗਰ ਨਹਾਉਂਦੇ ਸੀ ਲੋਕੀ, ਬੀਬੀਆਂ ਕੱਪੜੇ ਜੀ ਧੋ ਲੈਂਦੀਆਂ ਸੀ, ਬੱਚੇ ਸਵਿਮਿੰਗ ਕਰਦੇ ਹੁੰਦੇ ਸੀ। ਤੇ ਅੱਜ ਜੀ ਤੁਸੀਂ ਉਹੀ ਗੱਲ ਆ ਗਈ ਕਿ ਉਸ ਛੱਪੜ ਦੇ ਕੋਲ ਖੜ ਨਹੀਂ ਸਕਦੇ, ਇੰਨੀ ਸਟਿੰਕਿੰਗ ਸਮੈਲ ਹੈ। ਔਰ ਜਦੋਂ ਮੀਂਹ ਜ਼ਿਆਦਾ ਪੈਂਦਾ ਤੇ ਇਹ ਓਵਰਫਲੋ ਕਰਕੇ ਛੱਪੜ ਲੋਕਾਂ ਦੇ ਘਰਾਂ 'ਚ ਪਾਣੀ ਚਲਾ ਜਾਂਦਾ। ਬੜੀ ਗ੍ਰਿਮ ਸਿਚੁਏਸ਼ਨ ਹੈ। ਤੇ ਇਹ ਕਿਹਨੇ ਕੀਤਾ? ਅਗਲੇ ਸਲਾਈਡ ਤੇ ਤੁਸੀਂ ਦੇਖੋ, ਸਾਡੀ ਟੈਂਡੈਂਸੀ ਇਹ ਹੁੰਦੀ ਹੈ ਕਿ ਅਸੀਂ ਜਿੰਨਾ ਗੰਦ ਹੈ ਸਾਰਾ ਲਿਆ ਕੇ ਛੱਪੜੇ ਸੁੱਟਦੇ, ਈਵਨ ਗੋਹਾ ਕੂੜਾ ਵੀ ਅਸੀਂ ਲਿਆ ਕੇ ਛੱਪੜ ਦੇ ਕੰਢੇ ਤੇ ਡੰਪ ਕਰ ਦਿੰਦੇ। ਮੁੜ ਕੇ ਕੀ, ਜਦੋਂ ਮੀਂਹ ਪੈਂਦਾ ਇਹ ਸਾਰਾ ਘੁਲ ਘਲ ਕੇ ਛੱਪੜੇ ਚਲਾ ਜਾਂਦਾ। ਛੱਪੜ ਗਰਾਊਂਡ ਵਾਟਰ ਰਿਚਾਰਜ ਦਾ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਸੀ, ਕਿ ਜਿਹੜਾ ਇਹਦੇ 'ਚ ਲੋਕੀ ਗਾਰ ਕੱਢ ਲੈਂਦੇ ਹੁੰਦੇ ਸੀ, ਗਾਰ ਕੱਢ ਕੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਲੇਪਦੇ ਸੀ ਪਹਿਲਾਂ, ਜਾਂ ਉਹ ਜੀ ਵੱਡੇ ਵੱਡੇ ਢੇਲੇ ਕੱਢ ਕੇ ਗਾਰ ਦੇ ਤੇ ਦੁਬਾਰਾ ਬਣਾ ਲੈਂਦੇ ਸੀ। ਪਰ ਅੱਜ ਹੁਣ ਡਿਵੈਲਪਮੈਂਟ ਹੋ ਗਈ, ਸਾਨੂੰ ਗਾਰ ਦੀ ਲੋੜ ਨਹੀਂ, ਸਾਨੂੰ ਛੱਪੜ ਦੀ ਲੋੜ ਨਹੀਂ। ਅਸੀਂ ਡੰਗਰ ਪਾਈਪ ਦੇ ਪਾਣੀ, ਪੀਣ ਵਾਲੇ ਪਾਈਪ ਨਾਲ ਡੰਗਰ ਨਵਾ ਰਹੇ ਹਾਂ। ਅਸੀਂ, ਤੁਸੀਂ ਦੇਖੋ ਸਿਚੁਏਸ਼ਨ ਸਾਡੀ, ਜ਼ਮੀਨ ਦਾ ਸਮਰਸੀਬਲ ਲਾ ਕੇ ਉਹਦੇ ਨਾਲ ਡੰਗਰ ਨਵਾ ਰਹੇ। ਤੇ ਜਿਹੜਾ ਗੋਹਾ ਕੂੜਾ, ਜਿਹੜਾ ਗੋਹਾ ਹੈ, ਇਹ ਫਾਰਮ ਯਾਰਡ ਮੈਨਿਓਰ ਬਣਨਾ ਚਾਹੀਦਾ ਸੀ, ਖਾਦ ਬਣਨੀ ਚਾਹੀਦੀ ਸੀ, ਕਿਉਂਕਿ ਅਸੀਂ ਯੂਰੀਆ ਪਾ ਰਹੇ, ਕੈਮੀਕਲ ਖਾਦਾਂ ਪਾ ਰਹੇ, ਤੇ ਉਹ ਖਾਦ ਦੀ ਸਾਨੂੰ ਲੋੜ ਹੀ ਨਹੀਂ। ਅਸੀਂ ਲਿਆ ਉੱਥੇ ਸੁੱਟਿਆ, ਉਹ ਘੁਲ ਕੇ ਉੱਥੇ ਚਲਾ ਗਿਆ, ਉਹਨੇ ਸਾਰੇ ਛੱਪੜ ਨੂੰ ਸੀਲ ਕਰਤਾ। ਉਹ ਜਿਹੜਾ ਪਾਣੀ ਜ਼ਮੀਨ ਦੇ ਵਿੱਚ ਜਾਣਾ ਚਾਹੀਦਾ ਸੀ ਉਹ ਜਾਂਦਾ ਹੀ ਨਹੀਂ। ਇਹ ਕਾਰਨ ਹੈ ਕਿ ਛੱਪੜ ਸੁੱਕਦਾ ਨਹੀਂ, ਤੇ ਜਦੋਂ ਮੀਂਹ ਪੈਂਦੇ ਆ ਤੇ ਉਹ ਛੱਪੜ ਦਾ ਪਾਣੀ ਫਿਰ ਲੋਕਾਂ ਨੂੰ ਖਰਾਬ ਕਰਦਾ ਹੈ। ਲੋਕੀ ਪਰੇਸ਼ਾਨ ਹੁੰਦੇ ਆ ਵੀ ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਜੀ ਇਹ ਇੱਕ ਬੜੀ ਬਿਲਕੁਲ। ਵੱਡੀ ਸਮੱਸਿਆ ਹੈ ਕਿ ਅੱਜ ਪੰਜਾਬ ਦੇ ਵਿੱਚ ਤਕਰੀਬਨ 15,000 ਛੱਪੜ ਨੇ, ਔਰ ਜਿਨ੍ਹਾਂ ਦੇ ਵਿੱਚ ਸਟਿੰਕਿੰਗ ਸਮੈਲ ਹੈ, ਗੰਦਾ ਪਾਣੀ ਖੜਾ ਹੈ। ਹੁਣ ਉੱਥੇ ਇਹ ਸ਼ੁਰੂ ਹੋ ਗਿਆ ਕਿ ਉਹਨੂੰ ਲੋਕੀ ਵੀ ਇਹਨੂੰ ਮਿੱਟੀ ਪਾਓ ਤੇ ਇਹਨੂੰ ਬੰਦ ਕਰੋ ਤੇ ਜ਼ਮੀਨ ਕਿਤੇ ਵਰਤੋ। ਨਹੀਂ, ਇਦਾਂ ਹੋਣਾ ਨਹੀਂ ਚਾਹੀਦਾ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਛੱਪੜਾਂ ਨੂੰ ਧਿਆਨ ਕਰੀਏ। ਅਗਲੀ ਗੱਲ ਆ ਗਈ ਜੀਓਜੈਨਿਕ ਪਾਵਰ। ਪਹਿਲੀ ਸੀਗੀ ਇਹ ਸਾਰੀਆਂ ਜਿਹੜੀਆਂ ਮੈਂ ਗੱਲਾਂ ਦੱਸੀਆਂ ਐਂਥਰੋਪੋਜੈਨਿਕ ਸੀ, ਹੁਣ ਇਹ ਜੀਓਜੈਨਿਕ ਹੈ, ਜਿਹੜਾ ਕਿ ਜੀਓਜੈਨਿਕ ਮੀਨਸ ਕੁਦਰਤੀ ਜ਼ਮੀਨ ਦੇ ਵਿੱਚ ਹੈਗਾ।
ਜਿਵੇਂ ਜਿਵੇਂ ਤੁਸੀਂ ਥੱਲੇ ਜਾਂਦੇ ਜਾ ਰਹੇ ਹੋ ਸਾਨੂੰ ਹੈਵੀ ਮੈਟਲ ਪਾਣੀ ਦੇ ਵਿੱਚ ਆ ਰਹੇ ਆ, ਆਰਸੈਨਿਕ ਆ ਰਿਹਾ। ਆਰਸੈਨਿਕ ਦਾ ਬੜੀ ਇਸ਼ੂ ਵੱਧਦਾ ਜਾ ਰਿਹਾ ਪੰਜਾਬ ਦੇ ਵਿੱਚ, ਖਾਸ ਤੌਰ ਤੇ ਸਾਊਥ ਵੈਸਟ ਪੰਜਾਬ ਦੇ ਵਿੱਚ। ਔਰ ਇਹ ਡੀਪਰ ਜਾਣ ਦੇ ਨਾਲ ਹੈ, ਇਹ ਬੜਾ ਕਲੀਅਰ ਸਟੱਡੀਜ਼ ਨੇ ਸਾਡੇ ਕੋਲ ਕਿ ਜਿਵੇਂ ਜਿਵੇਂ ਸਾਡਾ ਪਾਣੀ ਡੂੰਘਾ ਜਾਂਦਾ ਜਾ ਰਿਹਾ ਜ਼ਮੀਨ ਦਾ, ਉਹਦੀ ਜਿਹੜੀ ਹੈ ਕੁਆਲਿਟੀ ਮਾੜੀ ਹੁੰਦੀ ਜਾ ਰਹੀ ਹੈ। ਉਹਦੇ ਵਿੱਚ ਸਾਲਟਸ ਜ਼ਿਆਦਾ ਆ ਰਹੇ, ਉਹਦੇ ਵਿੱਚ ਹੈਵੀ ਮੈਟਲਸ ਆ ਰਹੇ। ਹੁਣ ਕਈ ਪਾਣੀਆਂ ਦੇ ਵਿੱਚ ਰਿਪੋਰਟਡ ਹੈ ਯੂਰੇਨੀਅਮ ਵੀ ਹੈ। ਹੁਣ ਉਹ ਕਿੱਥੋਂ ਆਇਆ, ਹਾਲੇ ਤੱਕ ਇਹਦੀ ਕੋਈ ਬਹੁਤਾ ਕੰਮ ਇਹਦੇ ਤੇ ਹੋਇਆ ਨਹੀਂਗਾ। ਪਰ ਜੀਓਜੈਨਿਕ ਪੋਲਿਊਸ਼ਨ ਵੀ ਪਾਣੀ ਦੀ ਹੈਗੀ ਹੈ, ਇਹ ਵੀ ਸਾਨੂੰ, ਔਰ ਖਾਸ ਤੌਰ ਤੇ ਸਾਊਥ ਵੈਸਟ ਪੰਜਾਬ ਦੇ ਵਿੱਚ ਹੈਗੀ। ਇਸ ਚੀਜ਼ ਤੇ ਵੀ ਸਾਨੂੰ ਧਿਆਨ ਦੇਣਾ ਪੈਣਾ। ਇੱਥੇ ਯਸ਼ਰਾਜ ਜੀ ਇੱਕ ਸਵਾਲ ਤਾਂ ਕਈ ਆਏ ਸੀਗੇ, ਪਰ ਆਲਮੋਸਟ ਤਕਰੀਬਨ ਇਸੇ ਨਾਲ ਰਿਲੇਟਡ ਨੇ ਕਿ ਪਾਣੀ ਦੀ ਕੁਆਲਿਟੀ ਜਿਹੜੀ ਹੈ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਜ਼ਮੀਨ ਦੀ, ਖਾਸ ਤੌਰ ਤੇ ਸਾਊਥ ਵੈਸਟ ਪੰਜਾਬ ਦੇ ਵਿੱਚ। ਤੇ ਮੈਂ ਇੱਥੇ ਇਹ ਕਹੂੰਗਾ, ਦੋ ਤਰ੍ਹਾਂ ਦੇ ਸਵਾਲ ਸੀਗੇ। ਇੱਕ ਤਾਂ ਪਾਣੀ ਦੀ ਕੁਆਲਿਟੀ ਨੂੰ ਕਿਵੇਂ ਠੀਕ ਕੀਤਾ ਜਾਵੇ। ਉੱਥੇ ਇਹ ਹੈ ਕਿ ਅਗਰ ਸਾਊਥ ਵੈਸਟ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਸਾਡੇ ਟਿਊਬਵੈਲ ਲੱਗੇ ਉਹ ਡੂੰਘੇ ਨੇ ਅੱਜ ਦੀ ਡੇਟ ਵਿੱਚ, ਤੇ ਪਰ ਨਾਲ ਦੀ ਨਾਲ ਉੱਥੇ ਪਾਣੀ ਉੱਪਰ ਵੀ ਆਇਆ ਹੋਇਆ, ਕਿਉਂਕਿ ਨਹਿਰੀ ਪਾਣੀ ਬਹੁਤ ਹੈ ਸਾਊਥ ਵੈਸਟ ਪੰਜਾਬ ਦੇ ਵਿੱਚ, ਜਿਹਦੇ ਕਰਕੇ ਉਹ ਉੱਪਰ ਪਾਣੀ ਆ ਗਿਆ। ਤੇ ਜਿਹੜਾ ਉੱਪਰ ਵਾਲਾ ਪਾਣੀ ਹੈ ਉਹਨੂੰ ਅਸੀਂ ਟੈਪ ਨਹੀਂ ਕਰ ਰਹੇ। ਉਹ ਇੱਕ ਅੱਛੀ ਕੁਆਲਿਟੀ ਦਾ ਪਾਣੀ ਹੋ ਸਕਦਾ ਹੈ, ਉਹਦੀ ਕੁਆਲਿਟੀ ਤੇ ਉਹਨੂੰ ਟੈਪ ਕਰਨ ਦੀ ਲੋੜ ਹੈ। ਉਹ ਸਾਡੇ ਕੋਲ ਟੈਕਨੋਲੋਜੀ ਹੈ, ਸਕਿਮਿੰਗ ਵੈਲ ਟੈਕਨੋਲੋਜੀ ਦੇ ਨਾਲ ਅਸੀਂ ਉਹਨੂੰ ਕਰ ਸਕਦੇ ਹਾਂ। ਦੂਸਰਾ ਇਹ ਵੀ ਹੈ ਕਿ ਹੁਣ ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਗਰਾਊਂਡ ਵਾਟਰ ਦੀ ਥਾਂ ਤੇ ਨਹਿਰੀ ਪਾਣੀ ਜਿਹੜਾ ਲੋਕਾਂ ਨੂੰ ਸਪਲਾਈ ਕੀਤਾ ਜਾਵੇ, ਸਾਫ਼ ਕਰਕੇ, ਟ੍ਰੀਟ ਕਰਕੇ। ਔਰ ਉਹਦੇ ਤੇ ਵਰਲਡ ਬੈਂਕ ਦੇ ਪ੍ਰੋਜੈਕਟ ਵੀ ਆਏ ਹੋਏ ਤੇ ਕੰਮ ਸ਼ੁਰੂ ਹੋ ਗਿਆ। ਤੀਸਰਾ ਫਿਰ ਹੈ ਹੀ ਹੈ ਕਿ ਆਰਓ ਸਿਸਟਮ ਹੈ, ਜਿੱਥੇ ਸਾਨੂੰ ਪਤਾ ਹੈ ਪਾਣੀ ਮਾੜਾ ਹੈ, ਸਾਲਟਸ ਜ਼ਿਆਦਾ ਨੇ, ਆਰਓ ਤਾਂ ਹੁਣ ਘਰਾਂ 'ਚ ਲੱਗੇ। ਪਰ ਮੈਂ ਇੱਥੇ ਇਹ ਵੀ ਗੱਲ ਕਰੂੰਗਾ ਕਿ ਜ਼ਰੂਰੀ ਨਹੀਂ ਕਿ ਸਾਰੀ ਜਗ੍ਹਾ ਤੇ ਤੁਸੀਂ ਆਰਓ ਤੋਂ ਬਿਨਾਂ ਪਾਣੀ ਨਾ ਪੀਓ। 500 ਤੱਕ ਅਸੀਂ ਜਿਹੜਾ TSS ਹੈ ਉਹ ਬੇਅਰ ਕਰ ਸਕਦੀ ਹੈ ਸਾਡਾ ਸਰੀਰ। ਸੋ ਲੋਕੀ ਉਹਨੂੰ ਬਿਲਕੁਲ ਹੀ ਥੱਲੇ ਲੈ ਆਉਂਦੇ ਆ 10,000 ਤੇ, ਜਿਹੜਾ ਕਿ ਉਹ ਵੀ ਹਾਨੀਕਾਰਕ ਹੈ ਕਿ ਤੁਸੀਂ ਜਿਹੜੇ ਸਾਡੇ ਐਸੈਂਸ਼ੀਅਲ ਸਾਲਟਸ ਨੇ, ਨਿਊਟ੍ਰੀਐਂਟਸ ਨੇ ਸਾਡੇ ਸਰੀਰ ਨੂੰ ਚਾਹੀਦੇ, ਉਹ ਵੀ ਪਾਣੀ ਚੋਂ ਕੱਢ ਦਿੰਦੇ ਹੋ। ਸੋ ਇੱਥੇ ਧਿਆਨਯੋਗ ਰੱਖਣ ਦੀ ਗੱਲ ਹੈ ਕਿ ਬਲਾਈਂਡਲੀ ਆਰਓ ਨਾ ਫੋਲੋ ਕਰੀਏ। ਦੂਸਰੇ ਜਿਹੜੇ ਜ਼ਿਆਦਾਤਰ ਸਵਾਲ ਸਾਨੂੰ ਇਹ ਆਏ ਸੀ ਕਿ ਅੰਡਰਗਰਾਊਂਡ ਵਾਟਰ ਨੂੰ ਕਿਸ ਤਰ੍ਹਾਂ ਅਸੀਂ ਮਤਲਬ ਠੱਲ ਪਾ ਸਕਦੇ ਹਾਂ ਕਿ ਥੱਲੇ ਨਾ ਜਾਵੇ, ਡਿਪਲੀਟ ਨਾ ਹੋਵੇ। ਤੇ ਉਹਦੇ ਵਿੱਚ ਮੇਰੀ ਇਹੀ ਬੇਨਤੀ ਹੈ ਕਿ ਇਹਨੂੰ ਜੁਡੀਸ਼ੀਅਸ ਇਸਤੇਮਾਲ ਕੀਤਾ ਜਾਵੇ ਪਾਣੀ ਦਾ। ਜਦੋਂ ਤੁਸੀਂ ਜੁਡੀਸ਼ੀਅਸਲੀ ਇਸਤੇਮਾਲ ਕਰੋਗੇ, ਦੁਰਉਪਯੋਗ ਨਹੀਂ ਕਰੋਗੇ ਪਾਣੀ ਦਾ, ਤਾਂ ਆਪਣੇ ਆਪ ਅਸੀਂ ਕੱਢਾਂਗੇ ਘੱਟ। ਤੇ ਜੇ ਦੁਰਉਪਯੋਗ ਕਰਾਂਗੇ ਤੇ ਫਿਰ ਬਲਾਈਂਡਲੀ ਕੱਢੀ ਜਾਂਦੇ ਆ ਤੇ ਉਹ ਹੋਏਗਾ। ਸੋ ਇਹਦੇ ਵਿੱਚ ਕਿ ਬਹੁਤ ਸਾਰੀਆਂ ਵਾਟਰ ਸੇਵਿੰਗ ਪ੍ਰੈਕਟਿਸਿਸ ਨੇ, ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ ਉਹਨਾਂ ਦੀ ਤੇ ਉਹਦਾ ਤੋਂ। ਹੁਣ ਜਿਹੜਾ ਤੁਹਾਡਾ ਸਵਾਲ ਤੁਸੀਂ ਅਗਰ ਥੋੜਾ ਜਿਹਾ ਫਿਰ ਸੰਖੇਪ ਦੇ ਵਿੱਚ ਮੈਨੂੰ ਦੱਸ ਦਿਓ, ਜਿਹੜਾ ਅਗਲਾ ਤੁਸੀਂ ਸਵਾਲ ਕਹਿਣ ਲੱਗੇ ਸੀ ਯਸ਼ਰਾਜ ਜੀ। ਜੀ, ਤੇ ਹੁਣ ਆਪਾਂ ਜਿਵੇਂ ਪਿਛਲੇ ਵਿੱਚ ਡਿਸਕਸ ਕੀਤਾ, ਆਪਾਂ ਦੋਵੇਂ ਸਿਨੈਰੀਓਜ਼ ਡਿਸਕਸ ਕਰ ਚੁੱਕੇ ਹਾਂ। ਭਾਵੇਂ ਆਪਾਂ ਸ਼ਹਿਰੀ ਲੈ ਲਈਏ ਕਿ ਭਾਵੇਂ ਰੂਰਲ ਏਰੀਆਜ਼ ਦੇ ਬਾਰੇ 'ਚ ਆਪਾਂ ਡਿਸਕਸ ਕੀਤਾ। ਲੇਕਿਨ ਜਦੋਂ ਕੋਈ ਇੰਡੀਵਿਜੂਅਲ, ਕਿਉਂਕਿ ਛੋਟੇ ਛੋਟੇ ਸਟੈਪਸ ਤੋਂ ਇੱਕ ਵੱਡਾ ਸਟੈਪ ਬਣਦਾ ਆ, ਲੇਕਿਨ ਜਦੋਂ ਵੀ ਕੋਈ ਛੋਟਾ ਸਟੈਪ ਲੈਣ ਜਾਂਦਾ ਹੈ ਤੇ ਲੋਕੀ ਉਹਨੂੰ ਕਹਿੰਦੇ ਨੇ ਕਿ ਤੇਰੇ ਇਕੱਲੇ ਹੋਣ ਨਾਲ ਕੀ ਹੋਣਾ, ਉਹ ਵੀ ਵਰਤਦਾ, ਉਹ ਵੀ ਏਦਾਂ ਵਰਤਦਾ ਹੈ ਨਾ। ਤੇ ਆਪ ਜੀ ਦੱਸੋ ਕਿ ਆਪਾਂ ਇੰਡੀਵਿਜੂਅਲ ਲੈਵਲ ਤੇ ਕੀ ਸਟੈਪਸ ਲੈ ਸਕਦੇ ਆ, ਔਰ ਉਹ ਇੰਡੀਵਿਜੂਅਲ ਜੋ ਸਟੈਪਸ ਨੇ ਉਹ ਕਿੰਨਾ ਵੱਡਾ ਇਫੈਕਟ ਪਾ ਸਕਦੇ ਆ, ਇਹਦੇ ਬਾਰੇ ਚ ਆਪ ਜੀ ਥੋੜਾ ਜਿਹਾ ਚਾਨਣ। ਬਿਲਕੁਲ, ਦੇਖੋ ਯਸ਼ਰਾਜ ਜੀ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਨੇ ਸਿਆਣੇ ਬੰਦੇ ਨੇ ਕਿਹਾ ਹੋਇਆ ਕਿ ਬੂੰਦ ਬੂੰਦ ਤੋਂ ਸਮੁੰਦਰ ਬਣਦਾ ਜੀ। ਜੇ ਅਸੀਂ ਕਹੀਏ ਕਿ ਅੱਜ ਮੈਂ ਰੁਪਈਆ ਵੱਧ ਖਰਚ ਲਾਂ, ਰੁਪਈਆ ਬਚਾਵਾਂ ਨਾ, ਤੇ ਫਿਰ ਇਹਦਾ ਰੁਪਈਆ ਖਰਚਦੇ ਤਾਂ ਮੇਰੇ ਸਾਲ ਦੇ ਵਿੱਚ ਮੇਰੀ ਜੇਬ ਵਿੱਚੋਂ ਹਜ਼ਾਰਾਂ ਰੁਪਏ ਨਿਕਲ ਜਾਣੇ। ਤੇ ਜੇ ਮੈਂ ਅੱਜ ਰੁਪਈਆ ਬਚਾਉਣ ਲੱਗਾ ਤੇ ਉਹ ਰੁਪਈਏ ਦੀ ਕੋਈ ਵੁਕਤ ਨਹੀਂ ਗੀ, ਮਗਰ ਜਦੋਂ ਉਹਨੂੰ ਕਿਊਮੂਲੇਟ ਹੁੰਦਾ ਤੇ ਉਹਦੀ ਵੁਕਤ ਬਹੁਤ ਪੈਂਦੀ ਹੈ। ਸੋ ਸਭ ਤੋਂ ਦੂਸਰੀ ਗੱਲ ਇਹ ਵੀ ਮੈਂ ਕਹਿੰਦਾ ਕਿ ਅਸੀਂ ਪਾਣੀ ਨੂੰ ਇੱਕ ਲਿਵਿੰਗ ਐਂਟਾਈਟੀ ਦੇਖੀਏ। ਇਹ ਸੋਚ ਕੇ ਚਲੋ ਕਿ ਪਾਣੀ ਜਿਹੜਾ ਹੈ ਇਹ ਇੱਕ ਜਿਉਂਦੀ ਚੀਜ਼ ਹੈ। ਗੁਰਬਾਣੀ ਨੇ ਵੀ ਤੇ ਕਿਹਾ ਨਾ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਜੇ ਅਸੀਂ ਜੀਵ ਦੀ ਗੱਲ ਕਰੀਏ ਤੇ ਜੀਵ ਤਾਂ ਪਹਿਲਾਂ ਪਾਣੀ ਹੈ, ਕਿਉਂਕਿ ਪਾਣੀ ਤੋਂ ਬਿਨਾਂ ਕੋਈ ਚੀਜ਼ ਹਰੀ ਨਹੀਂ ਹੁੰਦੀ, ਨਾ ਐਨੀਮਲਸ, ਨਾ ਹਿਊਮਨਸ ਤੇ ਨਾ ਪੌਦੇ। ਜੇ ਤੁਸੀਂ ਪਾਣੀ ਨਾ ਹੋਏਗਾ ਕੋਈ ਚੀਜ਼ ਉਪਜੇਗੀ ਨਹੀਂ। ਸੋ ਇੱਥੇ ਦੂਸਰੀ ਗੱਲ ਹੈ ਕਿ ਹੁਣ ਅਗਰ ਮੈਂ ਕਹਿੰਦਾ ਕਿ ਮੇਰੇ ਕਰਨ ਨਾਲ ਕੀ ਹੋਏਗਾ, ਬੜੇ ਲੋਕੀ ਕਹਿੰਦੇ ਨਹੀਂ ਯਾਰ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ। ਛੋਟੀਆਂ ਛੋਟੀਆਂ ਗੱਲਾਂ ਹੀ ਵੱਡੀਆਂ ਬਣਦੀਆਂ, ਇਹ ਹਮੇਸ਼ਾ ਯਾਦ ਰੱਖੋ ਦਿਮਾਗ ਦੇ ਵਿੱਚ। ਸਿੰਪਲ ਜੀ ਗੱਲ ਹੈ ਇੱਥੇ, ਅਗਰ ਤੁਸੀਂ ਹੁਣ ਛੋਟੀ ਗੱਲ ਵਾਲੀ ਕਰਦੇ ਹੋ, ਮੈਂ ਦੋ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ।
ਭਾਂਡੇ ਧੋਣ ਲੱਗੇ ਸਾਡੀ ਆਦਤ ਹੈ ਕਿ ਜਦੋਂ ਸਾਡੀ ਲੇਡੀਜ਼ ਭਾਂਡੇ ਧੋਂਦੀ ਹੈ ਤਾਂ ਰਸੋਈ 'ਚ ਵੜੀਆਂ ਤਾਂ ਟੈਪ ਔਨ ਕਰਤਾ, ਔਰ ਜਿੰਨੀ ਦੇਰ ਉਹ ਡਿਟਰਜੈਂਟ ਲਾ ਰਹੀ ਹੈ ਤੇ ਉਹ ਪਾਣੀ ਜਿਹੜਾ ਟੂਟੀ ਦਾ ਸਾਡਾ ਉਹ ਚੱਲਦਾ ਰਹਿੰਦਾ, ਵਗਦਾ ਰਹਿੰਦਾ ਪਾਣੀ। ਹੁਣ ਕੁਐਸਚਨ ਇੱਥੇ ਅਗਰ ਛੋਟੀ ਜਿਹੀ ਮੈਂ ਕੈਲਕੂਲੇਸ਼ਨ ਕੀਤੀ ਸੀ ਕਿ ਅਗਰ ਤੁਸੀਂ ਡਿਟਰਜੈਂਟ ਸਿਰਫ 5 ਮਿੰਟ ਲਾਇਆ ਤੇ ਦਿਨ ਵਿੱਚ 2 ਟਾਈਮ ਤੁਸੀਂ ਭਾਂਡੇ ਮਾਂਜਦੇ ਹੋ, 5 ਤੇ 5 10 ਮਿੰਟ ਹੋ ਗਏ। 10 ਮਿੰਟ ਤੁਸੀਂ ਡਿਟਰਜੈਂਟ ਲਾ ਰਹੇ ਹੋ ਤੇ 10 ਮਿੰਟ ਤੁਹਾਡੀ ਟੂਟੀ ਚੱਲਦੀ ਹੈ, ਤਾਂ ਕੀ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਅਸੀਂ 26 ਤੋਂ ਲੈ ਕੇ 36,000 ਲੀਟਰ ਪਾਣੀ ਸਾਲ ਦਾ ਵਜ਼ਾਇਆ ਕਰਤਾ। ਜੇ ਅਸੀਂ ਉਹ ਟੂਟੀ ਬੰਦ ਰੱਖਦੇ ਤੇ 26,000 ਲੀਟਰ ਤੋਂ ਲੈ ਕੇ 36,000 ਲੀਟਰ ਪਾਣੀ ਬਚ ਸਕਦਾ ਸੀ। ਹੁਣ ਇਹਨੂੰ ਤੁਸੀਂ ਕਹੋ ਛੋਟੀ ਗੱਲ ਹੈ, ਇਹਨੂੰ ਕਹੋ ਵੱਡੀ ਗੱਲ ਹੈ, ਮੈਨੂੰ ਨਹੀਂ ਪਤਾ। ਦੂਸਰੀ ਜਿਹੜੀ ਆਮ ਸਾਡੇ ਘਰਾਂ ਦੀ ਸਿਚੁਏਸ਼ਨ ਹੁੰਦੀ ਹੈ ਕਿ ਸਾਡੀਆਂ ਟੂਟੀਆਂ ਚੱਲਦੀਆਂ ਰਹਿੰਦੀਆਂ, ਟੈਪਸ ਹਮੇਸ਼ਾ ਸਾਡੇ ਮਤਲਬ ਚਲਦੀਆਂ ਨਹੀਂ, ਸੌਰੀ ਮੈਨੂੰ ਲੀਕੇਜ ਹੁੰਦੀ ਹੈ, ਅਸੀਂ ਪਰਵਾਹ ਨਹੀਂ ਕਰਦੇ, ਕੋਈ ਗੱਲ ਨਹੀਂ ਯਾਰ ਟਿਪ ਟਿਪ ਵਗਦਾ, ਕੁਝ ਕਿੰਨਾ ਫਰਕ ਪੈ ਗਿਆ। ਮਗਰ ਇਹ ਟਿਪ ਟਿਪ ਵਗਣਾ ਜੇ ਤੁਸੀਂ 8 ਘੰਟੇ ਵੀ ਤੁਹਾਡੇ ਘਰ ਪਾਣੀ ਆ ਰਿਹਾ। ਵੈਸੇ ਤਾਂ ਅਸੀਂ ਟੈਂਕੀ ਹੁੰਦੀ ਹੈ ਉੱਪਰ, ਪਾਣੀ ਤਾਂ 24 ਘੰਟੇ ਚੱਲਦਾ, ਮੈਂ ਸਿਰਫ 8 ਘੰਟੇ ਦੀ ਕੈਲਕੂਲੇਸ਼ਨ ਲਈ ਹੈ ਕਿ ਇੱਕ ਦਿਨ ਦੇ ਵਿੱਚ 8 ਘੰਟੇ ਅਗਰ ਤੁਹਾਡੀ ਲੀਕੇਜ ਹੁੰਦੀ ਹੈ ਟੈਪਸ ਦੀ, ਤਾਂ ਅਸੀਂ 1400 ਤੋਂ ਲੈ ਕੇ 4300, ਇਹ ਡਿਪੈਂਡ ਕਰਦਾ ਕਿਤੇ ਟੈਪ ਸਲੋ ਲੀਕ ਕਰਦਾ ਹੈ, ਕਿਤੇ ਫਾਸਟ ਡਿੱਗ ਰਿਹਾ ਹੈ ਨਾ, ਫਿਰ ਵੀ 1400 ਤੋਂ ਲੈ ਕੇ 4300 ਲੀਟਰ ਪਾਣੀ ਇੱਕ ਸਾਲ ਦੇ ਵਿੱਚ ਸਿੰਪਲੀ ਇਹ ਲੀਕੇਜ ਦੇ ਨਾਲ। ਤੇ ਜਾਂ ਤਾਂ ਅਸੀਂ ਟੂਟੀ ਬਦਲ ਦਈਏ ਜਾਂ ਸਿੰਪਲੀ ਦੇ ਵਾਸ਼ਰ ਪਾ ਦਈਏ। ਇੰਨੀ ਹੁਣ ਕੁਐਸਚਨ ਕੋਈ ਨਹੀਂ ਪਾਵਾਂਗੇ ਯਾਰ, ਮੇਰੇ ਕੋਲ ਟਾਈਮ ਹੈ ਨਹੀਂ, ਮੇਰੇ ਕੋਲ ਫਲਾਣਾ ਨਹੀਂ, ਮੇਰੇ ਕੋਲ ਇਹ ਨਹੀਂ। ਅਸੀਂ ਉਹ ਟਾਈਮ ਦੇ ਕਰਕੇ ਸਾਨੂੰ ਪਾਣੀ ਦੀ ਅਹਿਮੀਅਤ ਜਿਹੜੀ ਹੈ ਅਸੀਂ ਨਹੀਂ ਦਿੰਦੇ, ਅਸੀਂ ਆਪਣੇ ਕੰਮ ਨੂੰ ਅਹਿਮੀਅਤ ਜ਼ਿਆਦਾ ਦੇ ਰਹੇ। ਕੰਮ ਨਾ ਵੀ ਹੋਵੇ, ਬੈਠੇ ਟੀਵੀ ਵੀ ਦੇਖ ਰਹੇ ਹੋਈਏ, ਇੰਨਾ ਨਹੀਂ ਕਰਾਂਗੇ ਕਿ ਇਹਨੂੰ ਵਾਸ਼ਰ ਪਵਾ ਦਈਏ, ਮੈਂ ਟੂਟੀ ਨਵੀਂ ਲਵਾ ਲਾਂ। ਸੋ ਇਹ ਛੋਟੀਆਂ ਗੱਲਾਂ ਨੇ। ਅੱਗੇ ਆਈਏ ਚੱਲੀਏ, ਮਤਲਬ ਕਿਉਂਕਿ ਮੈਂ ਸ਼ੁਰੂ ਕੀਤੀ ਗੱਲਾਂ ਘਰ ਤੋਂ, ਸੋ ਪਹਿਲਾਂ ਘਰ ਦੀਆਂ ਗੱਲਾਂ ਸਾਰੀਆਂ। ਹੁਣ ਸ਼ਾਵਰ ਨਾਲ ਨਹਾਉਂਦੇ ਆ, ਵੈਸੇ 5 ਮਿੰਟ ਕੋਈ ਵੀ ਸ਼ਾਵਰ ਨਾਲ ਨਹੀਂ ਨਹਾਉਂਦਾ, ਜਦੋਂ ਸ਼ਾਵਰ ਥੱਲੇ ਆ ਗਏ ਤੇ ਚੰਗਾ ਬੜਾ ਲੱਗਦਾ, ਫਿਰ ਤਾਂ ਲੋਕੀ ਅੱਧਾ ਘੰਟਾ ਲੱਗੇ ਰਹਿੰਦੇ। ਪਰ ਮੈਂ ਕਹਿੰਦਾ ਕਿ ਜੇ 5 ਮਿੰਟ ਵੀ ਸ਼ਾਵਰ ਚਲਾਇਆ ਤਾਂ ਮੈਂ ਕੈਲਕੂਲੇਸ਼ਨ ਕੀਤੀ ਹੈ, ਨਾਪਿਆ ਹੈ, 50 ਲੀਟਰ ਪਾਣੀ ਲੱਗਦਾ। ਤੇ ਮੇਰੇ ਖਿਆਲ ਦੇ ਨਾਲ ਅਗਰ ਅਸੀਂ ਕਹੀਏ ਕਿ ਬਾਲਟੀ ਇੱਕ ਵੀ ਵਰਤਣੀ ਹੈ, ਤੁਸੀਂ 1.5 ਬਾਲਟੀ ਵੀ ਵਰਤਣੀ ਹੈ, ਤੇ ਫਿਰ 15 ਤੇ 7 22 25 ਵੀ ਲੀਟਰ ਪਾਣੀ। ਇਹਦਾ ਮਤਲਬ ਅਗਰ ਬਾਲਟੀ ਨਾਲ ਨਹਾਉਂਦੇ ਹੋ ਤੁਸੀਂ 1.5 ਬਾਲਟੀ ਪਾਣੀ ਵਰਤ ਲਓ, ਵੱਡੀ ਬਾਲਟੀ ਮੈਂ ਕਰ ਰਿਹਾ 15 ਲੀਟਰ ਵਾਲੀ, 1.5 ਬਾਲਟੀ ਵਰਤਦੇ ਤਾਂ 22.5 ਮਤਲਬ ਅੱਧਾ ਪਾਣੀ ਤੁਸੀਂ ਬਚਾ ਸਕਦੇ ਹੋ। ਤੇ ਇਹ 5 ਮਿੰਟ ਦੇ ਸ਼ਾਵਰ ਦੇ ਨਾਲ ਤੁਸੀਂ 17,500 ਲੀਟਰ ਪਾਣੀ ਜਿਹੜਾ ਵਰਤ ਰਹੇ ਹੋ। ਤੇ ਅਗਰ ਤੁਸੀਂ ਅੱਧਾ ਬਚਾਇਆ ਤੇ 8 8,500 ਪਾਣੀ ਬਚਾ ਲਿਆ ਨਾ। ਇਹ ਸੋਚਣਾ ਹੁਣ ਬਚਾਉਣਾ ਹੈ ਕਿ ਸ਼ਾਵਰ ਦਾ ਮਜ਼ਾ ਲੈਣਾ। ਬਰਸ਼ ਕਰਦੇ ਹਾਂ ਜੀ ਅਸੀਂ ਘਰਾਂ ਦੇ ਵਿੱਚ, ਸਾਡੀ ਆਦਤ ਹੈ ਬਰਸ਼, ਟੂਟੀ ਔਨ ਕੀਤੀ, ਬਰਸ਼ ਦੇ ਵਿੱਚ ਪੇਸਟ ਲਾ ਰਹੇ ਆ, ਫਿਰ ਪੇਸਟ ਜਿੰਨੀ ਦੇਰ ਕਰਦੇ ਆ ਟੂਟੀ ਚੱਲਦੀ ਹੈ, ਕਿਉਂਕਿ ਨਾਲ ਨਾਲ ਵਿੱਚੋਂ ਪਾਣੀ ਲਈ ਜਾਂਦੇ। ਸੋ ਮੈਂ ਹਿਸਾਬ ਲਾਇਆ ਕਿ ਅਗਰ ਅਸੀਂ ਇੱਕ ਵਾਰੀ ਬਰਸ਼ ਕਰਦੇ ਹਾਂ 24 ਘੰਟੇ ਵਿੱਚ 2 ਮਿੰਟ ਸਿਰਫ ਆਪਣੇ ਜਿਹੜੇ ਸਾਫ਼ ਕਰਦੇ ਆ ਦੰਦ, ਤੇ ਤੁਹਾਡਾ 8,500 ਲੀਟਰ ਪਾਣੀ ਲੱਗਦਾ। ਕਿਉਂਕਿ ਤੁਸੀਂ ਇੱਕ ਬਰਸ਼ਿੰਗ ਦੇ ਵਿੱਚ, ਜੇ ਟੂਟੀ ਔਨ ਹੈ, ਟੈਪ ਔਨ ਹੈ, ਬਰਸ਼ਿੰਗ ਕਰਦੇ ਆ ਤਾਂ 24 ਲੀਟਰ ਪਾਣੀ ਲਾ ਰਹੇ। ਤੇ ਮੈਂ ਹਿਸਾਬ ਲਾਇਆ ਕਈ ਵਾਰੀ ਸਾਡੇ ਪਾਣੀ ਚਲਾ ਜਾਂਦਾ ਤੇ ਮੈਂ ਮੱਗ ਭਰ ਲੈਣਾ, ਮੇਰਾ ਅੱਧਾ ਮੱਗ ਨਾਲ ਹੀ ਮੈਂ ਬਰਸ਼ ਕਰ ਲੈਣਾ, ਤੇ ਅੱਧਾ ਮੱਗ ਦਾ ਮਤਲਬ ਹੋ ਗਿਆ ਅੱਧਾ ਲੀਟਰ। ਕਿੱਥੇ ਅੱਧਾ ਲੀਟਰ, ਕਿੱਥੇ 24 ਲੀਟਰ। ਹੁਣ ਇਹ ਤੁਸੀਂ ਕਹੋਗੇ ਛੋਟਾ ਕੰਮ ਹੈ ਕਿ ਵੱਡਾ ਕੰਮ ਹੈ, ਮੈਨੂੰ ਨਹੀਂ ਪਤਾ, ਇਹ ਤੁਸੀਂ ਅੰਦਾਜ਼ਾ ਆਪ ਲੈਣਾ, ਮੈਂ ਆਡੀਅנס ਤੇ ਛੱਡਦਾ। ਹਾਂਜੀ ਅੱਗੇ ਚਲੋ ਜੀ। ਫਿਰ ਆਈਏ ਕਾਰ ਧੋਣਾ। ਅੱਜ ਕੱਲ ਮੈਨੂੰ ਸੌਰੀ ਟੂ ਸੇ ਕੀ ਕਵਾਂ ਮੈਂ, ਅੱਜ ਕੱਲ 300 ਰੁਪਏ ਤੇ ਬੰਦਾ ਮਿਲ ਜਾਂਦਾ, ਰੋਜ਼ ਆ ਕੇ ਤੁਹਾਡੀ ਗੱਡੀ ਧੋ ਦਿੰਦਾ, ਭਾਵੇਂ ਉਹਨੂੰ ਧੋਣ ਦੀ ਲੋੜ ਹੈ ਨਹੀਂ ਹੈ। ਤੁਸੀਂ ਕਹਿੰਦੇ ਨਹੀਂ 300 ਰੁਪਏ ਦਿੱਤਾ ਵੀ ਰੋਜ਼ ਆ ਕੇ ਧੋਣੀ ਹੈ ਗੱਡੀ, ਫਿਰ ਧੋਂਦਾ ਵੀ ਇਸ ਤਰ੍ਹਾਂ ਪਾਈਪ ਨਾਲ। ਅਗਰ ਤੁਸੀਂ 20 ਮਿੰਟ ਪਾਈਪ ਚੱਲਦੀ ਹੈ, ਮੈਂ ਬੜਾ ਮਤਲਬ ਘੱਟ ਸਮਾਂ ਲੈ ਕੇ ਕਰ ਰਿਹਾ ਕਿ 20 ਮਿੰਟ ਦੇ ਵਿੱਚ ਉਹਨੇ ਗੱਡੀ ਧੋਤੀ, 20 ਮਿੰਟ ਉਹਦੇ ਪਾਈਪ ਚੱਲ ਰਹੀ ਹੈ, ਪਾਣੀ ਚੱਲ ਰਿਹਾ, ਤੇ ਹਫ਼ਤੇ ਸਿਰਫ 2 ਦਿਨ, ਮੈਂ 2 ਦਿਨ ਲਏ। ਲੋਕੀ ਰੋਜ਼ ਗੱਡੀ ਧੋਂਦੇ ਆ, ਇੱਥੇ ਮੇਰੀ ਯੂਨੀਵਰਸਿਟੀ 'ਚ ਵੀ ਹਾਲ ਹੈ। ਤੇ ਉਹ ਪਾਣੀ ਕਿੰਨਾ ਖਰਚ ਰਿਹਾ ਜੀ, ਤਕਰੀਬਨ 15 ਤੋਂ 20,000 ਲੀਟਰ ਪਾਣੀ ਸਾਲ ਦਾ ਵਰਤ ਰਿਹਾ। ਤੇ ਮੈਂ ਤਾਂ ਆਪਣੀ ਗੱਡੀ ਜਿਹੜੀ ਹੈ ਬਾਲਟੀ ਅੱਧੀ ਕਹਿ ਲਓ, ਪੌਣੀ ਕਹਿ ਲਓ, ਮੈਂ ਬਾਲਟੀ ਲੈ ਕੇ ਜਾਣਾ ਨਾਲ, ਕੱਪੜੇ ਦੇ ਨਾਲ, ਮੈਂ ਫਸਟ ਕਲਾਸ ਗੱਡੀ ਮੇਰੀ ਸਾਫ਼ ਹੋ ਜਾਂਦੀ ਹੈ, ਤੇ ਉਹ ਪਾਣੀ ਬਣਦਾ 1500 ਲੀਟਰ। ਸੋ 10 ਟਾਈਮਸ ਪਾਣੀ ਘਟਾਤਾ, ਕਿੱਥੇ 1500 ਲੀਟਰ ਤੇ ਕਿੱਥੇ 15,000 ਲੀਟਰ।
ਸੋ ਜੀ ਸੋਚੋ ਇਹ ਚੀਜ਼। ਯੂਰੀਨਲਸ, ਅਸੀਂ ਪਿਸ਼ਾਬ ਕਰਦੇ ਹਾਂ, ਸਾਡੇ ਘਰਾਂ ਦੇ ਵਿੱਚ ਟਾਇਲਟ ਬਣੇ ਹੋਏ ਹੈ, ਅਸੀਂ ਪਿਸ਼ਾਬ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਫਲਸ਼ ਕਰਦੇ ਹਾਂ, ਤੇ 10 ਲੀਟਰ ਦੀ ਟੈਂਕੀ ਹੁੰਦੀ ਹੈ, ਕਿਤੇ ਅੱਜ ਕੱਲ੍ਹ 8 ਲੀਟਰ ਵਾਲੀਆਂ ਵੀ ਆ ਗਈਆਂ, ਤੇ ਕਿਉਂ ਨਾ ਯੂਰੀਨਲ ਲਾਇਆ ਜਾਵੇ। ਤੇ ਮੈਂ ਹਿਸਾਬ ਲਾਇਆ ਕਿ ਅਗਰ ਤੁਸੀਂ 4 ਬੰਦੇ ਦੀ ਫੈਮਿਲੀ ਹੈ, ਉਹਦੇ 2 ਮੇਲ ਮੈਂਬਰਸ ਨੇ, ਕਿਉਂਕਿ ਮੇਲ ਯੂਰੀਨਲਸ, ਤਾਂ ਅਸੀਂ ਇਹ ਮੇਲ ਯੂਰੀਨਲ ਲਾਉਣ ਦੇ ਨਾਲ 8000 ਲੀਟਰ ਪਾਣੀ ਸਾਲ ਦਾ ਬਚਾ ਸਕਦੇ। ਹੁਣ ਹਾਲੇ ਮੈਂ ਕੁਝ ਐਗਜ਼ਾਮਪਲਸ ਦੇ ਰਿਹਾ, ਮੈਂ ਸਾਰੀਆਂ ਨਹੀਂ ਐਗਜ਼ਾਮਪਲਸ ਦੇ ਰਿਹਾ, ਤੇ ਤੁਸੀਂ ਜੀ ਇਹਨੂੰ ਸਾਰਾ ਅਗਰ ਜੋੜੋਗੇ ਤੇ ਕਿੱਥੇ ਪਹੁੰਚ ਜਾਂਦਾ ਪਾਣੀ। ਹਾਂਜੀ ਅੱਗੇ ਦੇਖੋ ਜੀ, ਅਗਲਾ ਵੀ ਸਲਾਈਡ ਇਸੇ ਤੇ ਸ਼ਾਇਦ ਥੋੜਾ ਜਿਹਾ ਹੋਰ। ਹਾਂ, ਇਹ ਬੜੀ ਇੰਪੋਰਟੈਂਟ ਚੀਜ਼ ਹੈ। ਬੀਫ ਕਹਿ ਲਓ, ਸਾਡੇ ਇੱਥੇ ਖੈਰ ਨਹੀਂ ਹੈਗਾ, ਫੋਰਨ ਕੰਟਰੀਜ਼ ਦੇ ਵਿੱਚ ਹੈ, 1 ਕਿਲੋ ਬੀਫ ਦੇ ਪਿੱਛੇ 44,000 ਲੀਟਰ ਪਾਣੀ ਦੀ ਕੰਜ਼ੰਪਸ਼ਨ ਹੁੰਦੀ ਹੈ। ਕਿਉਂਕਿ ਇਹ ਮੈਂ ਸ਼ੁਰੂ ਕਰ ਰਿਹਾ, ਇਹ ਜਿਹੜੀ 44,000 ਲੀਟਰ ਦੇ ਵਿੱਚ ਇਹ ਜਿਹੜਾ ਤੁਹਾਡੇ ਐਨੀਮਲ ਹੈ ਉਹਦੇ ਵਾਸਤੇ ਫਾਡਰ ਬਣਿਆ ਸਾਰਾ ਕੁਝ, ਫਿਰ ਉਹ ਪ੍ਰੋਸੈਸਿੰਗ ਇੰਡਸਟਰੀ ਦੇ ਵਿੱਚ ਕਿੰਨਾ ਪਾਣੀ ਵਰਤਿਆ, ਤੇ ਤੁਸੀਂ ਹਿਸਾਬ ਲਾ ਲਓ 1 ਕਿਲੋ ਬੀਫ ਪਿੱਛੇ 44,000 ਲੀਟਰ ਪਾਣੀ। 1 ਦਰਜਨ ਅੰਡਿਆਂ ਦੇ ਪਿੱਛੇ 8400 ਲੀਟਰ ਪਾਣੀ ਲੱਗਦਾ। ਬਰਗਰ ਤੇ ਫ੍ਰੈਂਚ ਫਰਾਈ ਸਾਡੇ ਬੱਚੇ, ਯੂਥ, ਛੋਟੇ ਬੱਚੇ ਬੜਾ ਪਸੰਦ ਕਰਦੇ ਹੈ। 1 ਬਰਗਰ ਤੇ 1 ਪੈਕਟ ਛੋਟਾ ਫਰਾਈਜ਼ ਦਾ 8000 ਲੀਟਰ ਪਾਣੀ ਖਾ ਜਾਂਦਾ। ਤਾਂ ਕਿ ਸ਼ੁੱਡ ਵੀ ਗੋ, ਕਿਉਂਕਿ ਜਿੱਥੇ ਵੀ ਪ੍ਰੋਸੈਸਿੰਗ ਹੁੰਦੀ ਹੈ ਪਾਣੀ ਦੀ ਇਸਤੇਮਾਲ ਹੋਏਗਾ। ਤੁਸੀਂ ਸੌਫਟ ਡਰਿੰਕ ਪੀਂਦੇ ਹੋ, 1 ਕੈਨ ਜਾਂ 1 ਛੋਟੀ ਬੋਤਲ ਪੀਂਦੇ ਹੋ, ਉਹਦੇ ਪਿੱਛੇ 90 ਲੀਟਰ ਪਾਣੀ ਇਸਤੇਮਾਲ ਹੁੰਦਾ। 1 ਲੀਟਰ ਵੀ ਨਹੀਂ, ਮੈਂ ਕਹੂੰਗਾ 500 ml ਜਿਹੜਾ ਸੌਫਟ ਡਰਿੰਕ ਬਣਨ ਦੇ ਪਿੱਛੇ 90 ਲੀਟਰ ਪਾਣੀ ਇਸਤੇਮਾਲ ਹੁੰਦਾ। 1 ਲੀਟਰ ਬੀਅਰ ਦੇ ਪਿੱਛੇ 100 ਲੀਟਰ ਪਾਣੀ ਇਸਤੇਮਾਲ ਹੁੰਦਾ। ਬ੍ਰੈਡ ਸਾਡੇ ਘਰਾਂ ਦੇ ਵਿੱਚ ਆਮ ਖਾਧੀ ਜਾਂਦੀ ਹੈ, ਅਸੀਂ ਅੱਜ ਕੱਲ੍ਹ ਸਾਡੀਆਂ ਲੇਡੀਜ਼ ਥੋੜਾ ਜਿਹਾ ਫੁਲਕੇ ਬਣਾਉਣ ਤੋਂ, ਰੋਟੀ ਬਣਾਉਣ ਤੋਂ ਭੱਜਦੀਆਂ ਤੇ ਬ੍ਰੈਡ ਮੰਗਾ ਲਿਆ, ਤੇ 1 ਬ੍ਰੈਡ ਜਿਹੜੀ ਹੈ ਉਹ 1700 ਲੀਟਰ ਪਾਣੀ ਕੰਜ਼ਿਊਮ ਕਰਦੀ ਹੈ। ਸੋਚਿਆ ਕਦੀ? ਸੋ ਇਹ ਸੋਚਣ ਵਾਲੀ ਕੁਐਸਚਨ ਮਾਰਕ ਨੇ। ਫਿਰ ਗੱਲ ਕਰਦੇ ਆ, ਤੇ ਇਹ ਇੱਕ ਹੋਰ ਬੜਾ, ਹਾਂਜੀ ਅਗਲਾ ਸਲਾਈਡ ਹੀ ਚਲੋ। ਹੁਣ ਤੁਸੀਂ ਦੇਖੋ, ਆਮ 10 ਮਿੰਟ ਮੀਂਹ ਪਿਆ ਨਹੀਂ ਤੇ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਜਲ ਥਲ ਹੋ ਜਾਂਦਾ, ਪਾਣੀ 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 ਪਾਣੀ। ਕਾਰਨ ਕੀ ਹੈ? ਇਹ ਅਗਲੇ ਸਲਾਈਡ ਹੀ ਦੇਖੋ ਕਾਰਨ ਕੀ ਹੈ। ਦੇਖੋ, ਇੱਧਰ ਸੜਕ ਹੈ, ਇੱਧਰ ਤੁਹਾਡੇ ਸੱਜੇ ਪਾਸੇ ਬਾਉਂਡਰੀ ਵਾਲ ਹੈ, ਵਿਚਾਲੇ ਗ੍ਰੀਨ ਬੈਲਟ ਹੈ। ਜੇ ਅਸੀਂ ਹਰ ਥਾਂ ਤੇ ਗ੍ਰੀਨ ਬੈਲਟ ਰੱਖ ਦਈਏ ਤਾਂ ਕਦੀ ਵੀ ਸਾਡੀ ਸਟਰੀਟ ਤੇ, ਕਦੀ ਵੀ ਕਿਸੇ ਸੜਕ ਤੇ ਫਲੱਡਿੰਗ ਨਹੀਂ ਹੋਏਗੀ, ਕਿਉਂਕਿ ਜਿਹੜਾ ਸੜਕ ਤੇ ਜਿਹੜਾ ਪਾਣੀ ਹੈ ਉਹਨੇ ਰੁੜ ਕੇ ਇੱਧਰ ਆ ਜਾਣਾ ਗ੍ਰੀਨ ਵਾਲੇ ਪਾਸੇ, ਤੇ ਜਿੱਥੇ ਗ੍ਰੀਨਰੀ ਹੈ, ਜਿੱਥੇ ਕੱਚਾ ਛੱਡਿਆ ਹੋਇਆ, ਉਹ ਸਾਰਾ ਪਾਣੀ ਜ਼ਮੀਨ ਦੇ ਵਿੱਚ ਜੀਰ ਜਾਂਦਾ, ਨਾਲੇ ਰੀਚਾਰਜ ਹੋ ਗਿਆ, ਨਾਲੇ ਤੁਹਾਡੀ ਫਲੱਡਿੰਗ ਨਹੀਂ ਹੋਈ। ਹੁਣ ਲੋਕੀ ਕੀ ਕਰਦੇ ਆ ਬਈ, ਇਹ ਸਾਰਾ ਪੋਰਸ਼ਨ ਜਿਹੜਾ ਇਹਨੂੰ ਪੱਕਾ ਕੀਤਾ ਹੋਇਆ, ਨਹੀਂ 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 ਜੀ, ਇਹ ਮਿੱਟੀ ਸਾਡੇ ਘਰ ਆਊਗੀ, ਪੈਰਾਂ ਨਾਲ ਮਿੱਟੀ ਅੰਦਰ ਆਉਂਦੀ ਹੈ, ਸਾਡੇ ਗੰਦ ਪੈਂਦਾ, ਮਿੱਟੀ ਦੇ ਵਿੱਚੋਂ ਤਾਂ ਉਪਜੇ ਅਸੀਂ, ਤੇ ਮਿੱਟੀ ਦੇ ਵਿੱਚ ਹੀ ਜਾ ਰਲਣਾ, ਤੇ ਜੇ ਮਿੱਟੀ ਤੋਂ ਡਰਦੇ ਆ ਤਾਂ ਫਿਰ ਫਾਇਦਾ ਕੀ ਹੈ? ਹੁਣ ਸਿਚੁਏਸ਼ਨ, ਚਲੋ ਤੁਸੀਂ ਮਿੱਟੀ ਨਹੀਂ ਕਰਨਾ ਚਾਹੁੰਦੇ, ਅਗਲੇ ਸਲਾਈਡ ਦੇ ਵਿੱਚ ਇਹ ਤਾਂ ਕਰ ਸਕਦੇ ਆ। ਦੇਖੋ ਘਾਹ ਲਾਤਾ, ਅੱਗੇ ਦੇਖੋ ਤੁਸੀਂ ਪਰਫੋਰੇਟਡ ਟਾਈਲਾਂ ਲੱਗੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਘਾਹ ਕਿੰਨੀ ਖੂਬਸੂਰਤ ਲੱਗ ਰਹੀ ਹੈ, ਗ੍ਰੀਨਰੀ ਵੀ ਹੈ, ਤੁਹਾਡੇ ਪੱਕੇ ਦਾ ਪੱਕਾ ਵੀ ਹੋ ਗਿਆ, ਤੇ ਉਹਦਾ ਇਨਫਿਲਟ੍ਰੇਸ਼ਨ ਰੇਟ, ਜਿਹੜਾ ਪਾਣੀ ਦਾ ਜੀਰਨ ਦਾ ਰੇਟ ਹੈ, ਉਹ ਵੀ ਉਨਾ ਹੀ ਬਰਕਰਾਰ ਹੈ। ਸੋ ਫਲੱਡਿੰਗ ਨਹੀਂ ਹੋਏਗੀ, ਸਾਰਾ ਪਾਣੀ ਜਿਹੜਾ ਤੁਹਾਡਾ, ਇਹਨੂੰ ਅਸੀਂ ਗ੍ਰੀਨ ਬੈਲਟ ਕਹਿੰਦੇ ਹਾਂ। ਤੁਸੀਂ US ਵੈਸਟਰਨ ਕੰਟਰੀਜ਼ ਦੇ ਵਿੱਚ ਚਲੇ ਜਾਓ, ਆਸਟ੍ਰੇਲੀਆ ਦੇ ਵਿੱਚ ਚਲੇ ਜਾਓ, ਕੈਨੇਡਾ ਵਿੱਚ, ਹਰ ਬਿਲਡਿੰਗ ਦੇ ਨਾਲ ਗ੍ਰੀਨ ਬੈਲਟ ਹੈ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਛੱਤਾਂ ਦਾ ਸਾਰਾ ਪਾਣੀ, ਵੱਡੀਆਂ ਵੱਡੀਆਂ ਬਿਲਡਿੰਗਾਂ ਦਾ ਛੱਤਾਂ ਦਾ ਪਾਣੀ, ਉਹ ਕਿਸੇ ਸੀਵਰ ਦੇ ਵਿੱਚ ਨਹੀਂ ਡਿੱਗਦਾ, ਉਹ ਗ੍ਰੀਨ ਬੈਲਟ ਤੇ ਛੱਡਿਆ ਹੁੰਦਾ ਉਹਨਾਂ ਨੇ, ਤੇ ਜਿਵੇਂ ਪਾਣੀ ਆਇਆ ਉਹ ਵਿੱਚ ਐਬਜ਼ੌਰਬ ਹੋ ਜਾਂਦਾ, ਜ਼ਮੀਨ ਦੇ ਵਿੱਚ ਜੀਰ ਜਾਂਦਾ। ਤੇ ਅਸੀਂ ਇੱਥੇ ਉਹ ਸਾਰਾ ਛੱਤਾਂ ਦਾ ਪਾਣੀ ਘਰਾਂ ਦਾ ਬਾਹਰ ਸੀਵਰ ਦੇ ਵਿੱਚ ਕੱਢਿਆ। ਅਗਲਾ ਦੇਖਿਓ ਜੀ ਸਲਾਈਡ, ਨੈਕਸਟ ਸਲਾਈਡ। ਹਾਂਜੀ, ਹੁਣ ਆ ਗਿਆ ਛੱਤੇ ਦੇ ਪਾਣੀ ਦੀ ਗੱਲ ਮੈਂ ਕੀਤੀ ਸੀ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਮੈਂ ਗੱਲ ਕਰਦਾ ਤਾਂ ਪਹਿਲਾਂ ਮੈਂ ਆਪਣੇ ਤੋਂ ਸ਼ੁਰੂ ਕਰਦਾ। ਮੈਂ ਜਦੋਂ ਆਪਣਾ ਘਰ ਬਣਾ ਰਿਹਾ ਸੀ ਤੇ ਮੇਰੇ ਮਨ ਨਹੀਂ ਸੀ ਕਿ ਮੈਂ ਇਹ ਪਾਣੀ ਸਟੋਰ ਕਰੂੰਗਾ ਛੱਤ ਦਾ ਪਾਣੀ ਹਮੇਸ਼ਾ ਬੜਾ ਸਾਫ਼ ਹੁੰਦਾ, ਕਿਉਂਕਿ ਇਸ ਤੋਂ ਸਾਫ਼ ਪਾਣੀ ਨਹੀਂ ਮਿਲ ਸਕਦਾ। ਪਰ ਮੈਨੂੰ ਮੇਰੇ ਸਾਰਿਆਂ ਨੇ ਮੈਨੂੰ ਡਿਸਕਰੇਜ ਕੀਤਾ ਕਿ ਨਹੀਂ ਨਹੀਂ ਨਹੀਂ, ਇਹ ਖਰਾਬ ਹੋ ਜਾਂਦਾ, ਇਹ ਫਲਾਣਾ ਹੁੰਦਾ, ਕੀ ਲੋੜ ਹੈ ਪੈਸੇ ਖਰਚਣੇ ਹੈ, ਇਹ ਹੈ ਉਹ ਹੈ, ਪਾਣੀ ਬਥੇਰਾ ਆਉਂਦਾ ਹੈ। ਮੇਰਾ ਆਪਣਾ ਬ੍ਰਦਰ ਉਹ ਵੀ ਨਹੀਂ ਸੀ ਮੰਨ ਰਿਹਾ, ਪਰ ਮੈਨੂੰ ਸਪੋਰਟ ਮਿਲਿਆ ਮੇਰੇ ਪਲੰਬਰ ਤੋਂ, ਕਹਿੰਦਾ ਨਹੀਂ ਮੈਂ ਬਣਾਉਂਗਾ ਜੀ, ਮੈਂ ਕਰੂੰਗਾ, ਕੋਈ ਬਾਤ ਨਹੀਂ। ਮੈਨੂੰ 1.5 ਲੱਖ ਰੁਪਇਆ ਜ਼ਰੂਰ ਲੱਗਿਆ
ਮੈਂ ਇੱਕ ਅੰਡਰਗਰਾਉਂਡ ਟੈਂਕ ਬਣਾਇਆ, ਤੁਹਾਨੂੰ ਦਿਸ ਰਿਹਾ। ਇਹ ਪਾਈਪਾਂ ਸਾਰੀਆਂ ਇਕੱਠੀਆਂ ਜਿਹੜੀਆਂ ਤੁਹਾਨੂੰ ਦਿਸ ਰਹੀਆਂ, ਇਹ ਸਾਰੀਆਂ ਮੇਰੇ ਚਾਰੇ ਪਾਸੇ ਛੱਤ ਤੋਂ ਪਾਈਪਾਂ ਆਈਆਂ ਹੋਈਆਂ। ਔਰ ਇਹ ਟੈਂਕ ਤੋਂ ਪਹਿਲਾਂ ਇੱਕ ਛੋਟੀ ਜਿਹੀ ਹੋਦੀ ਬਣਾ ਰਹੇ ਹਾਂ, ਤਾਂ ਕਿ ਜਿਹੜਾ ਵੀ ਉਹਦੇ ਵਿੱਚ ਮਿੱਟੀ ਜਾਂ ਕੋਈ ਡਸਟ ਹੈ ਉਹ ਪਹਿਲਾਂ ਹੋਦੀ ਸੈਟਲ ਹੋ ਜਾਵੇ, ਫਿਰ ਨਿੱਥਰ ਕੇ ਪਾਣੀ ਜਿਹੜਾ ਉਹ ਟੈਂਕ ਦੇ ਵਿੱਚ ਜਾਵੇ। 28,000 ਲੀਟਰ ਕਪੈਸਿਟੀ ਹੈ। ਹੁਣ ਵੀ ਐਤਕੀ ਮੀਂਹ ਬੜੇ ਘੱਟ ਪਏ ਹੈ, ਤੇ ਮੀਂਹ ਬੰਦ ਹੋਇਆ ਨੂੰ ਤਕਰੀਬਨ 1.5 ਮਹੀਨਾ ਹੋ ਗਿਆ। 1.5 ਮਹੀਨੇ, ਸਤੰਬਰ ਵੀ ਮੀਂਹ ਪਿਆ ਨੀਗਾ, 1.5 ਮਹੀਨੇ ਤੋਂ ਉੱਪਰ ਹੋ ਗਿਆ, ਤੇ ਹਾਲੇ ਤੱਕ ਮੇਰਾ ਉਹ ਟੈਂਕ ਚੱਲਦਾ। ਤੇ ਮੈਂ ਐਕਸਪੈਕਟ ਕਰਦਾ ਕਿ 1.5-2 ਮਹੀਨੇ ਉਹ ਟੈਂਕ ਦਾ ਪਾਣੀ ਮੁੱਕਦਾ ਨੀਗਾ। ਮੇਰੇ ਸਾਰੇ ਲੌਨ ਦੇ ਵਿੱਚ, ਮੇਰੇ ਸਾਰੇ ਕਿਚਨ ਗਾਰਡਨ ਦੇ ਵਿੱਚ ਮੈਨੂੰ ਉਹ ਪਾਣੀ ਦੀ ਵਰਤੋਂ ਕਰ ਰਹੇ। ਮੈਂ ਬੜਾ ਖੁਸ਼ ਹਾਂ। ਮੈਨੂੰ ਬੜੇ ਮਨ ਦੀ ਤਸੱਲੀ ਹੈ ਕਿ ਮੈਂ ਆਪਣੇ ਪ੍ਰਮਾਤਮਾ ਨੂੰ ਇਹ ਜਵਾਬ ਦੇ ਰਿਹਾ ਕਿ ਮੈਂ ਜਿਹੜਾ ਪੀਣ ਵਾਲਾ ਪਾਣੀ ਮੈਨੂੰ ਸਰਕਾਰ ਜਾਂ ਕਾਰਪੋਰੇਸ਼ਨ ਦੇ ਰਹੀ ਹੈ, ਮੈਂ ਉਹਨੂੰ ਅਜਾਈ ਨਹੀਂ ਵਰਤਿਆ, ਮੈਂ ਉਹਨੂੰ ਗੱਡੀ ਧੋਣ ਤੇ ਨਹੀਂ ਵਰਤਿਆ, ਮੈਂ ਉਹਨੂੰ ਕਿਚਨ ਗਾਰਡਨ ਵਿੱਚ ਨਹੀਂ ਵਰਤਿਆ, ਮੈਂ ਉਹਨੂੰ ਲਾਉਣ ਤੇ ਨਹੀਂ ਵਰਤਿਆ। ਮੈਂ ਜਿਹੜਾ ਪਾਣੀ, ਬਾਰਿਸ਼ ਦਾ ਪਾਣੀ ਹਾਰਵੈਸਟ ਕੀਤਾ ਸੀ, ਉਹਨੂੰ ਸਟੋਰ ਕੀਤਾ ਸੀ, ਉਹ ਪਾਣੀ ਨੂੰ ਵਰਤ ਰਿਹਾ। ਮੇਰੇ ਮਨ ਦੀ ਇੰਨੀ ਖੁਸ਼ੀ ਹੋ ਰਹੀ ਹੈ। ਮੈਂ ਤੁਹਾਨੂੰ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਕੀਤਾ ਹੈ, ਮੈਂ ਆਪਣੀ ਵਡਿਆਈ ਨਹੀਂ ਕਰਦਾ, ਪਰ ਮੇਰੇ ਅੰਦਰ ਇੱਕ ਸੈਟਿਸਫੈਕਸ਼ਨ ਹੈ, ਮੈਨੂੰ ਤਸੱਲੀ ਹੈ ਕਿ ਮੈਂ ਪਾਣੀ ਦਾ ਮੁੱਲ ਪਛਾਣਿਆ ਤੇ ਪਾਣੀ ਨੂੰ ਸਾਂਭਿਆ। ਤੇ ਅਗਰ ਇਹ ਸਾਰੇ ਕਰ ਲੈਣ ਤਾਂ ਮੈਂ ਕਹਿੰਦਾ ਬਹਿਜਾ ਵਾਲੀ ਗੱਲ ਹੈ ਕਿ, ਔਰ ਇੱਥੇ ਮੈਨੂੰ ਹਮੇਸ਼ਾ ਇਹ ਹੁੰਦਾ ਹੈ ਕਿ ਸਿੱਖ ਕੌਮ ਹਮੇਸ਼ਾ ਅੱਗੇ ਰਹੀ ਹੈ ਹਰ ਕੰਮ ਵਾਸਤੇ। ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਈ ਹੈ, ਤੇ ਮੈਂ ਕਹਿੰਦਾ ਸਿੱਖ ਕੌਮ ਹੀ ਸਾਨੂੰ ਲੀਡ ਕਰੇ, ਸਾਰਿਆਂ ਨੂੰ, ਹਿੰਦੁਸਤਾਨ ਨੂੰ ਲੀਡ ਕਰੇ। ਇਹ এনवायरमेंट ਕੱਲਾ ਪਾਣੀ ਨਹੀਂ, ਹਵਾ, ਧਰਤੀ, ਇਹ ਸਾਰਿਆਂ ਨੂੰ ਖਰਾਬ ਹੋਣ ਤੋਂ ਅਸੀਂ ਬਚਾ ਸਕਦੇ ਹਾਂ, ਕਿਉਂਕਿ ਸਿਰਫ ਗੁਰਦੁਆਰੇ ਹੀ ਨੇ ਜਿੱਥੇ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ। ਕੋਈ ਸੋਚ ਸਕਦਾ ਇਸ ਚੀਜ਼ ਨੂੰ? ਤੇ ਇਹੀ ਮੈਂ ਕਹਿੰਦਾ ਕਿ ਸਾਡੇ ਜਿਹੜੇ ਜਿੰਨੇ ਵੀ ਰਿਲੀਜੀਅਸ ਬਾਡੀਜ਼ ਨੇ, SGPC ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਹੋਰ ਧਾਰਮਿਕ ਸੰਸਥਾਵਾਂ ਨੇ, ਉਹ ਅੱਗੇ ਆਉਣ, ਉਪਰਾਲਾ ਕਰਨ, ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਚੇਤਨਾ ਜਗਾ ਦੇਣ ਕਿ ਪਾਣੀ ਜਿਹੜਾ ਇਹ ਜੀਵ ਹੈ, ਔਰ ਇਹ ਪ੍ਰਮਾਤਮਾ ਦੀ ਇੱਕ ਦਾਤ ਹੈ, ਇਹ ਅਮੁੱਲ ਹੈ, ਇਹਦਾ ਮੁੱਲ ਨੀਗਾ। ਇਹ ਨਾ ਸੋਚਿਓ ਕਿ ਮੈਂ ਪੈਸੇ ਦੇ ਕੇ ਪਾਣੀ ਖਰੀਦ ਲੂੰਗਾ। ਇਹ ਪਾਣੀ ਨੂੰ ਸਾਂਭਣਾ ਸਾਡੇ ਵਾਸਤੇ ਬਹੁਤ ਬਹੁਤ ਹੀ ਜ਼ਰੂਰੀ ਹੈ। ਹਾਂਜੀ ਜੀ ਬਿਲਕੁਲ। ਤੇ ਸਾਨੂੰ ਸੰਗਤ ਜੀ ਬਹੁਤ ਬਿਊਟੀਫੁਲੀ ਪਤਾ ਲੱਗਾ ਕਿ ਆਪਾਂ ਇੰਡੀਵਿਜੂਅਲ ਲੈਵਲ ਤੇ ਕਿਵੇਂ ਚੇਂਜਸ ਕਰ ਸਕਦੇ ਹਾਂ। ਭਾਈ ਸਾਹਿਬ ਜੀ, ਹੁਣ ਆਪਾਂ ਜਾਣਨਾ ਚਾਹਾਂਗੇ ਕਿ ਹੁਣ ਆਪਾਂ ਥੋੜੇ ਵੱਡੇ ਪੱਧਰ ਤੇ ਚੱਲ ਜਾਈਏ। ਜਿਵੇਂ ਆਪ ਜੀ ਨੇ ਆਖਿਆ ਕਿ ਜੋ ਗੁਰੂ ਮਹਾਰਾਜ ਦੀ ਸਾਜੀ ਹੋਈ ਜਿਹੜੀ ਕੌਮ ਹੈਗੀ ਆ, ਉਹ ਹਰ ਇੱਕ ਵਿੱਚ ਲੀਡਿੰਗ ਰਹੀ ਹੈਗੀ ਆ, ਕਿ ਹਰ ਇੱਕ ਤਰ੍ਹਾਂ ਨਾਲ ਲੀਡ ਕਰਦੀ ਆ। ਤੇ ਆਪਾਂ ਇੱਕ ਪੰਥਿਕ ਤੌਰ ਤੇ ਜਾਂ ਤੇ ਆਪਾਂ ਸ਼ਹਿਰ ਦੇ ਲੋਕ ਨੂੰ ਐਜ਼ ਅ ਕਮਿਊਨਿਟੀ ਮੰਨ ਕੇ ਆਪਾਂ ਅਗਰ ਤੁਰੀਏ, ਤੇ ਕਿਵੇਂ ਆਪਾਂ ਕਮਿਊਨਿਟੀ ਲੈਵਲ ਤੇ ਚੇਂਜਸ ਲਿਆ ਸਕਦੇ, ਕਿਹੜੇ ਉਪਰਾਲੇ ਆਪਾਂ ਕਰ ਸਕਦੇ? ਬਿਲਕੁਲ ਦੇਖੋ ਜੀ, ਕਮਿਊਨਿਟੀ ਲੈਵਲ ਤੇ ਵੀ, ਕਿਉਂਕਿ ਇੰਡੀਵਿਜੂਅਲ ਲੈਵਲ ਤੇ ਵੀ ਅਸੀਂ ਦੇਖ ਲਿਆ ਬੜਾ ਕੁਝ ਕੀਤਾ ਜਾ ਸਕਦਾ। ਉਸ ਤੋਂ ਬਾਅਦ ਅਸੀਂ ਇਕੱਠੇ ਹੋ ਕੇ ਇੱਕ ਮਹੱਲੇ ਦੇ ਵਿੱਚ, ਇੱਕ ਸ਼ਹਿਰ ਦੇ ਵਿੱਚ, ਇੱਕ ਪਿੰਡ ਦੇ ਵਿੱਚ ਬੜਾ ਕੁਝ ਕਰ ਸਕਦੇ। ਜਿਵੇਂ ਮੈਂ ਇੱਕ ਅਗਲੇ ਸਲਾਈਡ ਦੇ ਵਿੱਚ ਅਗਰ ਤੁਹਾਨੂੰ ਦੱਸਾਂ, ਥੋੜਾ ਜਿਹਾ ਜਦੋਂ ਮੀਂਹ ਪੈਂਦਾ, ਅਗਲਾ ਸਲਾਈਡ ਆਇਓ ਜੀ। ਸਾਡੇ ਭਾਵੇਂ ਤੁਸੀਂ ਕਹਿ ਲਓ ਨੀਮ ਪਹਾੜੀ ਇਲਾਕੇ ਨੇ ਜਾਂ ਸਾਡੇ ਸ਼ਹਿਰਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਰੁੜਦਾ। ਇਹ ਜਿਹੜਾ ਹੈ ਸਾਡਾ ਪੰਜਾਬ ਦਾ ਕੰਢੀ ਏਰੀਆ, ਥੋੜੀਆਂ ਪਹਾੜੀਆਂ ਨੇ, ਸ਼ਿਵਾਲਿਕਸ ਦੀਆਂ, ਫੁੱਟਹਿਲਸ ਸ਼ਿਵਾਲਿਕਸ ਨੇ। ਇਹ ਜਿਹੜਾ ਪਾਣੀ ਤੁਸੀਂ ਵਗਦਾ ਦੇਖ ਰਹੇ ਹੋ, ਇਹ ਤਕਰੀਬਨ 5-7 ਮਿੰਟ ਬਾਅਦ ਹੀ ਇਸ ਤਰ੍ਹਾਂ ਪਾਣੀ ਤੇਜ਼ ਵਹਾਅ ਸ਼ੁਰੂ ਹੋ ਗਿਆ। ਇੰਨਾ ਤੇਜ਼ ਹੋ ਗਿਆ ਕਿ ਇੱਥੋਂ ਕ੍ਰਾਸ ਕਰਨਾ ਵੀ ਇਹਨੂੰ ਔਖਾ ਸੀ। ਮਗਰ ਅਨਫੋਰਚੂਨੇਟਲੀ ਇਹ ਪਾਣੀ ਜਿਹੜਾ ਸਾਡਾ, ਇਹ ਜਾ ਰਿਹਾ ਹੈ ਆਪਣੇ ਦਰਿਆਵਾਂ ਦੇ ਵਿੱਚ, ਨਦੀਆਂ ਨਾਲਿਆਂ 'ਚ ਹੁੰਦਾ ਦਰਿਆ, ਸਮੁੰਦਰ। ਇਹ ਪਾਣੀ ਨੂੰ ਸਾਨੂੰ ਸਾਂਭਣ ਦੀ ਲੋੜ ਹੈ। ਔਰ ਅਗਲੇ ਸਲਾਈਡ ਦੇ ਵਿੱਚ ਅਗਰ ਮੈਂ ਤੁਹਾਨੂੰ ਦੱਸਾਂ ਕਿ ਇਹ ਪਾਣੀ ਨੂੰ ਕਿਤੇ ਜਾ ਕੇ ਅਸੀਂ ਡਗ ਆਊਟ ਟਾਈਪ ਆਫ, ਜਿਹੜੇ ਡਗ ਆਊਟ ਮੀਨਸ ਅਸੀਂ ਆਪ ਪੱਟੇ ਜਾਈਏ, ਰੈਜ਼ਰਵਾਇਰ ਬਣਾਈਏ, ਇਸ ਤਰ੍ਹਾਂ ਦੇ ਡਗ ਆਊਟ ਟਾਈਪ ਆਫ ਰੈਜ਼ਰਵਾਇਰ, ਉਹਦੀ ਲਾਈਨਿੰਗ ਕਰ ਲਈਏ। ਲਾਈਨਿੰਗ ਮੈਂ ਇਸ ਕਰਕੇ ਕਹਿ ਰਿਹਾ ਤਾਂ ਕਿ ਉਹ ਜ਼ਮੀਨ ਦੇ ਵਿੱਚ ਨਾ ਜਾਵੇ। ਜ਼ਮੀਨ ਦੇ ਵਿੱਚ ਕਿਉਂ ਨਾ ਜਾਵੇ? ਕਿਉਂਕਿ ਇਹ ਸਾਨੂੰ ਪਾਣੀ ਦੀ ਲੋੜ ਹੈ। ਜਿੱਥੇ ਸਾਨੂੰ ਪਾਣੀ ਦੀ ਕਿੱਲਤ ਹੈ ਖੇਤੀਬਾੜੀ ਵਾਸਤੇ, ਅਸੀਂ ਇਸ ਪਾਣੀ ਨੂੰ ਮੁੜ ਵਰਤੋਂ ਕਰ ਸਕਦੇ ਹਾਂ, ਡ੍ਰਿਪ ਇਰੀਗੇਸ਼ਨ ਜਾਂ ਹੋਰ ਤਰੀਕਿਆਂ ਦੇ ਨਾਲ। ਸੋ ਇਹਨੂੰ ਸਟੋਰ ਕਰ ਸਕਦੇ ਹਾਂ, ਜਾਂ ਇਸੇ ਪਾਣੀ ਨੂੰ ਇਕੱਠਾ ਕਰਕੇ, ਜੇ ਤੁਸੀਂ ਲਾਈਨਿੰਗ ਨਹੀਂ ਕਰਦੇ ਤਾਂ ਰੀਚਾਰਜ ਵਾਲੇ ਪਾਸੇ ਕਰੋ। ਫਿਰ ਅਸੀਂ ਗੱਲ ਕਰੀਏ ਪਿੰਡਾਂ ਦੇ ਵਿੱਚ ਛੱਪੜ ਦੀ। ਮੈਂ ਗੱਲ ਕੀਤੀ ਸੀ, ਅਸੀਂ ਛੱਪੜਾਂ ਨੂੰ ਇਸ ਵੇਲੇ ਸਾਡੀ ਲੋੜ ਹੈ ਕਿ ਅਸੀਂ ਰੀਨਿਊ ਕਰੀਏ, ਰੈਨੋਵੇਟ ਕਰੀਏ, ਛੱਪੜ ਨੂੰ ਬੰਦ ਨਾ ਕਰੀਏ।
ਕਿਉਂਕਿ ਉਹ ਸਾਡਾ ਰੀਚਾਰਜ ਪੁਆਇੰਟ ਵੀ ਹੈ। ਉਹ ਸਾਰਾ ਗਰਾਊਂਡ ਵਾਟਰ ਦੇ ਵਿੱਚ ਜਿਹੜਾ ਪਾਣੀ ਜਾਣਾ ਛੱਪੜ ਦੇ ਥਰੂ ਜਾਣਾ। ਸੋ ਇੱਕ ਅਸੀਂ ਕੋਸ਼ਿਸ਼ ਕੀਤੀ ਸੀ, ਇੱਕ ਪ੍ਰੋਜੈਕਟ ਵੀ ਸੀਗਾ, ਤੇ ਕਪੂਰਥਲੇ ਦੇ ਵਿੱਚ ਇੱਕ ਬੜਾ ਵੱਡਾ ਉਹਨਾਂ ਨੇ NRI ਵੀਰ ਸਾਡੇ ਜਿਹੜੇ ਨਾਨ ਰੈਜ਼ੀਡੈਂਟ ਇੰਡੀਅਨਸ ਨੇ, ਉਹਨਾਂ ਨੇ ਪੈਸਾ ਪੂਸਾ ਦੇ ਕੇ ਤੇ ਉਹ ਪਿੰਡ ਦੇ ਵਿੱਚ ਬੜਾ ਵਧੀਆ ਛੱਪੜ ਦਾ ਸਿਸਟਮ ਕੀਤਾ ਕਿ ਜਿਹੜਾ ਗੰਦਾ ਪਾਣੀ ਆ ਰਿਹਾ, ਤੁਸੀਂ ਉਹ ਦੇਖ ਰਹੇ ਹੋ ਗੋਲ ਗੋਲ ਟੈਂਕ ਜੇ ਬਣਾਏ ਹੋਏ ਆ, ਇਹਨੂੰ ਅਸੀਂ ਸੈਡੀਮੈਂਟੇਸ਼ਨ ਟੈਂਕ ਕਹਿੰਦੇ ਆ, ਜਿਹੜਾ ਕਿ ਸਸਪੈਂਡਡ ਇਹਦੇ ਵਿੱਚ ਇੰਪਿਊਰਿਟੀਜ਼ ਨੇ ਉਹ ਟੈਂਕ ਦੇ ਵਿੱਚੋਂ ਸੈਪਰੇਟ ਹੋ ਜਾਣ, ਔਰ ਜਿਹੜਾ ਸਾਫ਼ ਪਾਣੀ ਹੈ ਇੰਪਿਊਰਿਟੀਜ਼ ਤੋਂ ਬਿਨਾਂ ਉਹ ਛੱਪੜ ਦੇ ਵਿੱਚ ਆਵੇ। ਉੱਥੇ ਉਹਨਾਂ ਨੇ ਬੜਾ ਸੋਹਣਾ ਨਾਲ ਵਾਕਵੇ ਬਣਾ ਲਿਆ, ਨਾਲ ਦੋ ਤਰ੍ਹਾਂ ਦੇ ਬਣਾਏ, ਇੱਕ ਤਾਂ ਜਿਹੜਾ ਬਾਰਿਸ਼ ਦਾ ਪਾਣੀ ਵਾਸਤੇ ਬਣਾ ਲਿਆ ਛੱਪੜ, ਇੱਕ ਬਣਾ ਲਿਆ ਜਿਹੜਾ ਸੀਵਰੇਜ ਵਾਸਤੇ ਟ੍ਰੀਟ ਕਰਕੇ, ਤਾਂ ਕਿ ਉਹ ਜ਼ਮੀਨ ਦੇ ਵਿੱਚ ਸੀਪ ਹੋ ਜਾਵੇ, ਗਰਾਊਂਡ ਵਾਟਰ ਰਿਚਾਰਜ ਵੀ ਹੋਵੇ ਤੇ ਪਾਣੀ ਵੀ ਰਵੇ, ਲੋਕੀ ਉਹਨੂੰ ਛੱਪੜ ਮਤਲਬ, ਕਿਉਂਕਿ ਜਦੋਂ ਤੁਸੀਂ ਕਿਸੇ ਵਾਟਰ ਬਾਡੀ ਦੇ ਆਸੇ-ਪਾਸੇ ਬੈਠਦੇ ਆ ਕੇ, ਤੁਹਾਨੂੰ ਇੱਕ ਖੁਸ਼ੀ ਜੀ ਮਿਲਦੀ ਹੈ, ਤੁਹਾਨੂੰ ਇੱਕ ਅੱਛਾ ਜਿਹਾ ਵਾਤਾਵਰਨ ਮਿਲਦਾ। ਸੋ ਪਿੰਡਾਂ ਦੇ ਵਿੱਚ ਅਸੀਂ ਇਹ ਕਰ ਸਕਦੇ ਹਾਂ, ਸ਼ਹਿਰਾਂ ਦੇ ਵਿੱਚ ਵੀ ਸਾਨੂੰ ਬੜੀ ਕਰਨ ਦੀ ਲੋੜ ਹੈ। ਸ਼ਹਿਰ ਦੇ ਵਿੱਚ ਮੈਂ ਅਗਲਾ ਸਲਾਈਡ ਅਗਰ ਤੁਹਾਨੂੰ ਦਿਖਾਵਾਂ, ਤੇ ਸ਼ਹਿਰ ਹੁਣ ਕੀ ਹੈ ਕਿ ਸ਼ਹਿਰੀਕਰਨ ਇੰਨਾ ਹੋ ਗਿਆ ਹੈ ਕਿ ਸਾਰਾ ਕੁਝ ਪੱਕਾ ਕਰਤਾ ਅਸੀਂ ਮਤਲਬ ਸੜਕਾਂ। ਮੈਂ ਇਹ ਬੜੀ ਵਾਰੀ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਐਗਜ਼ਾਮਪਲ ਦਿੰਦਾ ਹੁੰਦਾ ਕਿ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਨਿਕਲ ਜਾਓ ਤੇ ਸਾਰਾ ਲੁਧਿਆਣਾ ਘੁੰਮ ਕੇ ਆ ਜਾਓ, ਤੁਹਾਨੂੰ ਕਿਤੇ ਮਿੱਟੀ ਦੇਖਣ ਨੂੰ ਨਹੀਂ ਮਿਲਦੀ, ਕਿਉਂਕਿ ਕੱਚਾ ਹੈ ਹੀ ਨਹੀਂ, ਛੱਡੇ ਨਹੀਂ ਅਸੀਂ, ਜਿਹਨੂੰ ਅਸੀਂ ਕਹਿੰਦੇ ਕੰਕਰੀਟ ਜੰਗਲਸ ਬਣ ਚੁੱਕੇ ਆ ਸਾਡੇ। ਉਹ ਕੰਕਰੀਟ ਜੰਗਲਸ ਹੁਣ ਬਣ ਗਏ, ਹੁਣ ਕੀ ਕਰੀਏ? ਹੁਣ ਉਹਨਾਂ ਦਾ ਜਿਹੜਾ ਪਾਣੀ, ਜਿੰਨਾ ਮੀਂਹ ਦਾ ਪਾਣੀ ਹੈ, ਉਹ ਸਾਰਾ ਰੁੜ ਕੇ ਸੀਵਰੇਜ। ਅੱਛਾ, ਸੀਵਰੇਜ ਦੀ ਇੰਨੀ ਤਾਕਤ ਹੈ ਨਹੀਂ, ਕਿ ਇੰਨੀ ਉਹਨਾਂ ਦੀ ਕਪੈਸਿਟੀ ਹੈ ਨਹੀਂ ਕਿ ਉਹ ਪਾਣੀ ਨੂੰ ਕੈਰੀ ਕਰ ਸਕਣ, ਤੇ ਫਲੱਡਿੰਗ ਹੁੰਦੀ ਹੈ। ਹੁਣ ਜੇ ਤੁਸੀਂ ਉਸ ਚੀਜ਼ ਨੂੰ ਰੋਕਣਾ, ਤੇ ਸਾਨੂੰ ਅਗਲੇ ਸਲਾਈਡ ਦੇ ਵਿੱਚ ਤੁਸੀਂ ਦੇਖੋਗੇ ਅਸੀਂ ਉਹ ਸ਼ਹਿਰਾਂ ਦੇ ਵਿੱਚ ਵੀ ਸਾਡੇ ਕੋਲ ਟੈਕਨੋਲੋਜੀਜ਼ ਹੈ, ਰੀਚਾਰਜ ਸਟਰਕਚਰ ਅਸੀਂ ਬਣਾ ਸਕਦੇ ਹਾਂ। ਅਗਲਾ ਸਲਾਈਡ ਕਰਿਓ ਜੀ, ਜਿੱਥੇ ਕਿ ਅਸੀਂ ਬਾਰਿਸ਼ ਦਾ ਪਾਣੀ ਹੈ ਉਹਨੂੰ, ਹਾਂ ਦੇਖੋ ਇਹ ਇਸ ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦੇ ਫਿਲਟਰ ਨੇ, ਵਿੱਚ ਫਾਈਬਰ ਪਾਇਆ ਹੈ, ਕਿਤੇ ਮੋਟੀ ਬਜਰੀ ਪਾਈ ਹੈ, ਰੇਤ ਪਾਈ ਹੈ, ਉਹ ਸਾਰਿਆਂ ਦੇ ਵਿੱਚੋਂ ਅਗਲੇ ਵਿੱਚ ਦੇਖੋਗੇ ਤੁਸੀਂ ਪਾਣੀ ਜਿਹੜਾ ਉਹ ਫਿਲਟਰ ਹੋ ਕੇ ਅੱਗੇ ਆ ਰਿਹਾ। ਅਗਲਾ ਸਲਾਈਡ ਦਿਖਾ ਦਿਓ ਜੀ। ਸੋ ਇਸ ਤਰ੍ਹਾਂ ਦੇ ਸਾਨੂੰ ਰੀਚਾਰਜ ਸਟਰਕਚਰ ਜਿਹੜੇ ਨੇ ਉਹ ਸ਼ਹਿਰਾਂ ਦੇ ਵਿੱਚ ਬਣਾਉਣੇ ਪੈਣੇ। ਦੇਖੋ ਹੁਣ ਇਹ ਪਾਣੀ ਜਿੰਨਾ ਇਕੱਠਾ ਹੋਇਆ ਸੀ, ਇਹ 3-4 ਤਰ੍ਹਾਂ ਦੇ ਫਿਲਟਰ ਨੇ, ਪਹਿਲਾਂ ਫਾਈਬਰ ਪਿਆ ਹੋਇਆ, ਫਿਰ ਬਜਰੀ ਹੈ, ਫਿਰ ਰੇਤ ਹੈ, ਉਹਦੇ ਵਿੱਚੋਂ ਸਾਰਾ ਸਾਫ਼ ਹੋ ਕੇ ਪਾਣੀ ਫਿਰ ਅਸੀਂ ਉਹਨੂੰ ਜ਼ਮੀਨ ਦੇ ਵਿੱਚ ਪਾਉਂਦੇ, ਤਾਂ ਕਿ ਸਾਡਾ ਜਿਹੜਾ ਜ਼ਮੀਨੀ ਪਾਣੀ ਵੀ ਹੈ ਉਹ ਖਰਾਬ ਨਾ ਹੋਵੇ। ਸੋ ਇਹ ਕੁਝ ਤਕਨੀਕਾਂ ਨੇ ਜਿਹੜੀਆਂ ਅਸੀਂ ਕਮਿਊਨਿਟੀ ਲੈਵਲ ਤੇ ਕਰ ਸਕਦੇ ਹਾਂ, ਜਿਹੜੀ ਰਲ ਮਿਲ ਕੇ ਕੀਤੀਆਂ ਜਾ ਸਕਦੀਆਂ। ਔਰ ਮੈਨੂੰ ਇੱਥੇ ਇੱਕ, ਮੈਂ ਪਰਸੋਂ ਅਖਬਾਰ ਤੇ ਪੜ੍ਹ ਰਿਹਾ ਸੀ ਕਿ ਮੋਗਾ ਜਿਹੜਾ ਜ਼ਿਲ੍ਹਾ ਸਾਡਾ ਪੰਜਾਬ ਦੇ ਵਿੱਚ, ਉੱਥੇ ਇੱਕ ਪਿੰਡ ਦੇ ਵਿੱਚ ਨੌਜਵਾਨਾਂ ਨੇ ਰਲ ਕੇ ਬੜੀ ਹਿੰਮਤ ਕੀਤੀ ਹੈ। ਉਹ ਕਹਿੰਦੇ ਕਿ ਅਸੀਂ ਇੱਕ ਬੂੰਦ ਵੀ ਪਾਣੀ ਜ਼ਾਇਆ ਨਹੀਂ ਹੋਣ ਦੇਣਾ। ਔਰ ਮੈਂ ਹੈਰਾਨ ਹੋਇਆ, ਕਹਿੰਦੇ ਕਿ ਉੱਥੇ ਜਿਹੜੇ ਘਰਾਂ ਦੇ ਵਿੱਚ ਵੀ ਅਗਰ ਕੋਈ ਗੈਸਟ ਆਇਆ ਤੇ ਉਹਨੇ ਗਲਾਸ ਤੁਸੀਂ ਪਾਣੀ ਦਾ ਦਿੱਤਾ ਉਹਨੂੰ, ਤੇ ਉਹਨੇ ਅੱਧਾ ਗਲਾਸ ਪੀ ਲਿਆ ਤੇ ਅੱਧਾ ਪਿਆ, ਤੇ ਹੁਣ ਸਾਡੀ ਤਾਂ ਕੋਸ਼ਿਸ਼ ਹੁੰਦੀ ਇਹਨੂੰ ਡੋਲ ਦਿੰਦੇ, ਉਹ ਕਹਿੰਦੇ ਉਹਨੂੰ ਇੱਕ ਬਾਲਟੀ 'ਚ ਪਾ ਦਿੰਦੇ। ਫਿਰ ਜਦੋਂ ਬਾਲਟੀਆਂ ਭਰ ਜਾਂਦੀਆਂ ਤੇ ਉਹਨੂੰ ਚੁੱਕ ਕੇ ਉਹਨਾਂ ਨੇ ਇੱਕ ਕਾਮਨ ਰੈਜ਼ਰਵਾਇਰ ਬਣਾਇਆ ਹੋਇਆ ਪਿੰਡ ਲੈਵਲ ਤੇ, ਉੱਥੇ ਪਾ ਦਿੰਦੇ, ਤਾਂ ਕਿ ਉਹ ਪਾਣੀ ਜ਼ਮੀਨ ਦੇ ਵੀ ਰਿਚਾਰਜ ਹੋ ਜਾਵੇ, ਜਾਂ ਉਹ ਸਟੋਰ ਹੋ ਕੇ ਉਹਨੂੰ ਕਿਤੇ ਇਰੀਗੇਸ਼ਨ ਵਾਸਤੇ, ਹੋਰ ਕੰਮਾਂ ਵਾਸਤੇ ਵਰਤੇ ਜਾਵੇ। ਤੇ ਜੇ ਉਹ ਕਰ ਸਕਦੇ ਤੇ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ? ਸੋ ਇਹ ਇਸ ਚੀਜ਼ ਦੀ ਵੀ ਬੜੀ ਲੋੜ ਹੈ ਜੀ। ਜੀ, ਤੇ ਹੁਣ ਆਪਾਂ ਗੱਲ ਕਰੀਏ ਕਿ ਮੌਲਿਓ ਤੇ ਇਹੋ ਜਿਹੇ ਜਿਹੜੇ ਅਨੇਕ ਜਿਹੜੀ ਆਰਗੇਨਾਈਜੇਸ਼ਨਸ ਨੇ, ਉਹ ਜਿਵੇਂ ਆਪ ਜੀ ਦੇ ਵਰਗੇ ਜਿਹੜੇ ਆਗੂ ਨੇ, ਜੋ ਦਰਦੀ ਨੇ, ਜੋ ਇਸ ਖੇਤਰ ਵਿੱਚ ਕੰਮ ਕਰ ਰਹੇ ਆ, ਤੇ ਉਹ ਆਪਾਂ ਕਿਵੇਂ ਕੰਟਰੀਬਿਊਟ ਕਰ ਸਕਦੇ ਆ ਇਸ ਸੇਵ ਵਾਟਰ ਇਨੀਸ਼ੀਏਟਿਵ ਵਿੱਚ? ਬਿਲਕੁਲ, ਬੜਾ ਅੱਛਾ ਪੁੱਛਿਆ ਤੁਸੀਂ ਜਸਰਾਜ ਜੀ। ਮੈਂ ਆਗੂ ਤਾਂ ਨਹੀਂ ਕਹਿੰਦਾ, ਮੈਂ ਦਰਦੀ ਜ਼ਰੂਰ ਹਾਂ। ਉਹਦੇ ਵਿੱਚ ਮੈਂ ਜਦੋਂ ਇੱਥੇ ਪੰਜਾਬ ਵਾਟਰ ਰੈਗੂਲੇਸ਼ਨ ਅਥਾਰਟੀ ਦੇ ਵਿੱਚ ਆਇਆ, ਤਾਂ ਮੇਰਾ ਇੱਕ ਮਕਸਦ ਇਹ ਸੀਗਾ ਆਉਣ ਦਾ। ਮੈਨੂੰ ਇਹ ਨਹੀਂਗਾ ਕਿ ਮੈਂ NOCs ਦੇਣੀ ਹੈ ਜਾਂ ਕੁਛ ਹੈ, ਮੈਨੂੰ ਉਹਦਾ ਕੰਸਰਨ ਨਹੀਂ। ਮੇਰਾ ਇੱਕ ਮਕਸਦ ਸੀ ਕਿ ਮੈਂ ਡਿਵੈਲਪਮੈਂਟ ਵਾਲੇ ਪਾਸੇ ਕੀ ਕਰ ਸਕਦਾ। ਤਾਂ ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਵੀਰ ਨੇ, ਭੈਣਾਂ ਨੇ, ਬੱਚੇ ਨੇ, ਉਹਨਾਂ ਦੇ ਵਿੱਚ ਅਵੇਅਰਨੈਸ ਹੈ ਨਹੀਂ। ਬਹੁਤ ਸਾਰੇ ਜਦੋਂ ਅਸੀਂ ਕਿਤੇ ਲੈਕਚਰ ਦਿੰਦੇ ਹਾਂ ਤਾਂ ਲੋਕ ਇਕੱਠੇ ਹੋ ਕੇ ਆ ਕੇ ਪੁੱਛਦੇ ਆ ਜੀ ਮੈਂ ਵੀ ਕਰਨਾ ਚਾਹੁੰਦਾ, ਕਿਵੇਂ ਕਰੀਏ? ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ, ਪਾਣੀ ਦੀ ਇੰਪੋਰਟੈਂਸ ਦਾ ਨਹੀਂ ਪਤਾ। ਮੈਨੂੰ ਜਿਹੜੇ ਹੁਣੇ ਮੰਨ ਲਿਓ ਤੁਸੀਂ ਕਰ ਰਹੇ ਹੋ, ਇੰਨਾ ਵੋਲੰਟੀਅਰ ਕੰਮ ਕਰਦੇ ਹੋ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ, ਮੈਨੂੰ ਇੰਨੀ ਕਦਰ ਹੈ, ਤੁਹਾਡਾ ਪ੍ਰਾਊਡ ਫੀਲ ਕਰਦਾ ਮੈਂ ਕਿ ਤੁਹਾਡੇ ਵਰਗੇ ਵੋਲੰਟੀਅਰਸ ਦੀ ਸਾਨੂੰ ਲੋੜ ਹੈ।
ਮੇਰੇ ਜ਼ਹਿਨ ਦੇ ਵਿੱਚ ਹੈ ਕਿ ਮੈਂ ਅਥਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਇੱਕ ਮਾਸ ਕੰਪੇਨ ਕਰਾਂ ਪਾਣੀ ਤੇ, ਔਰ ਉਹ ਮਾਸ ਕੰਪੇਨ ਇਸ ਤਰ੍ਹਾਂ ਦਾ ਹੋਵੇ ਕਿ ਇੱਕ ਦਿਨ ਦਾ ਨਹੀਂ, 2 ਦਿਨ ਦਾ ਨਹੀਂ, ਇਹ ਡੇਲੀ ਬੇਸਿਸ ਤੇ ਹੈ। ਕਿਉਂਕਿ ਅਸੀਂ ਗੱਲ ਕਹੀ ਜਾਣੀ ਹੈ, ਕਹੀ ਜਾਣੀ, ਕਹੀ ਜਾਣੀ ਹੈ, ਫਿਰ ਜਾ ਕੇ ਸਟ੍ਰਾਈਕ ਕਰਨੀ ਹੈ ਲੋਕਾਂ ਦੇ ਮਨਾਂ ਤੇ। ਅਸੀਂ ਇਹ ਨਾ ਸੋਚੀਏ ਜੀ ਕਿ ਅੱਜ ਮੈਂ ਲੈਕਚਰ ਦੇਤਾ ਤੇ ਲੋਕੀ ਤੁਰ ਪਏ ਇਸ ਪਾਸੇ, ਨਾ, ਇਹ ਡੇਲੀ ਬੇਸਿਸ ਤੇ ਹੋਵੇ। ਇੱਥੇ ਸਭ ਤੋਂ ਜ਼ਿਆਦਾ ਸਾਨੂੰ ਮੈਂ ਸਮਝਦਾ ਕਿ ਜਿਹੜੇ ਰੋਲ ਪਲੇ ਕਰ ਸਕਦੇ ਆ ਸਾਡੀਆਂ ਧਾਰਮਿਕ ਸੰਸਥਾਵਾਂ, ਸਾਡੇ ਗੁਰਦੁਆਰੇ, ਸਾਡੇ ਕਥਾਵਾਚਕ। ਕਿਉਂਕਿ ਜਦ ਪਾਣੀ ਦਾ ਜ਼ਿਕਰ ਹੀ ਹੈ ਗੁਰਬਾਣੀ ਦੇ ਵਿੱਚ, ਐਨਵਾਇਰਨਮੈਂਟ ਦਾ ਇੰਨਾ ਜ਼ਿਕਰ ਗੁਰਬਾਣੀ ਦੇ ਵਿੱਚ ਹੈ, ਤੇ ਅਸੀਂ ਉਹਨੂੰ ਰਟਦੇ ਵੀ ਹਾਂ, ਮਗਰ ਸਾਨੂੰ ਉਹਦੀ ਸਮਝ ਨਹੀਂ ਹੁੰਦੀ। ਉਹਨੂੰ ਸਮਝਾਉਣ ਦਾ ਕੰਮ ਹੈ ਕਥਾਵਾਚਕ ਦਾ, ਕਿ ਉਹ ਆਪਣੀ ਜਿਹੜੀ ਵੀ ਕਥਾ ਕਰਦੇ ਆ ਉਹਦੇ ਵਿੱਚ 5 ਮਿੰਟ ਵਾਸਤੇ ਪਾਣੀ ਦਾ ਜ਼ਿਕਰ ਜ਼ਰੂਰ ਕਰਨ। ਕਿਵੇਂ ਇਹਨੂੰ ਸਾਂਭਣਾ ਹੈ, ਕਿਸ ਤਰ੍ਹਾਂ ਇਹ ਜੀਵ ਹੈ, ਕਿਵੇਂ ਇੱਕ ਪ੍ਰਮਾਤਮਾ ਦੀ ਦਾਤ ਹੈ, ਦੇਣ ਹੈ, ਇਹਨੂੰ ਜ਼ਾਇਆ ਨਹੀਂ ਕਰਨਾ, ਇਹਨੂੰ ਅਸੀਂ ਵਰਤਣਾ ਢੰਗ ਨਾਲ, ਜੁਡੀਸ਼ੀਅਸ ਇਸਤੇਮਾਲ ਕਰਨਾ। ਉਹ ਕੰਪੇਨ ਮੈਂ ਸਮਝਦਾ ਕਿ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਇੱਕ ਆਮ ਆਦਮੀ ਨੂੰ ਕਿਸ ਤਰ੍ਹਾਂ ਸਮਝਾਉਣਾ ਹੈ, ਕਿਹੜੇ ਕਿਹੜੇ। ਔਰ ਮੈਂ ਸਭ ਤੋਂ ਜ਼ਿਆਦਾ ਰਿਲੀਜੀਅਸ ਬਾਡੀਜ਼ ਤੇ ਇਸ ਕਰਕੇ ਆ ਰਹੇ ਕਿ ਮੇਰੇ ਵਰਗੇ ਬੰਦੇ ਦੀ ਗੱਲ ਸ਼ਾਇਦ ਲੋਕ ਘੱਟ ਮਤਲਬ ਉਹਨੂੰ ਇੰਪੋਰਟੈਂਸ ਦਿੰਦੇ ਕਿ ਯਾਰ ਇਹਦਾ ਤਾਂ ਕੰਮ ਹੀ ਹੈ, ਇਹ ਪ੍ਰੋਫੈਸਰ ਹੈ, ਇਹਨੇ ਤਾਂ ਗੱਲਾਂ ਕਰਨੀਆਂ, ਇਹ ਡਿਵੈਲਪਮੈਂਟ ਅਥਾਰਟੀ 'ਚ ਹੈ, ਇਹਨੇ ਤਾਂ ਕਹਿਣਾ ਹੀ ਹੈ। ਪਰ ਜਦੋਂ ਇਹੀ ਗੱਲ ਜਦੋਂ ਸਾਡੇ ਗ੍ਰੰਥੀ ਸਿੰਘ ਕਹਿੰਦੇ ਆ, ਕਥਾਵਾਚਕ ਕਹਿੰਦੇ ਆ, ਤਾਂ ਉਹਦਾ ਅਸਰ ਜ਼ਿਆਦਾ ਹੁੰਦਾ। ਤਾਂ ਮੈਂ ਕਹਿੰਦਾ ਕਿ ਸਾਡਾ ਫਰਜ਼ ਬਣਦਾ ਹੈ ਸਾਡੀਆਂ ਧਾਰਮਿਕ ਸੰਸਥਾਵਾਂ ਦਾ, ਔਰ ਤੁਸੀਂ ਉਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕੜੀ ਬਣ ਸਕਦੇ ਹੋ। ਤੁਹਾਡੇ ਵਰਗੇ ਵੋਲੰਟੀਅਰਸ ਦੀ ਸਾਨੂੰ ਬਹੁਤ ਲੋੜ ਹੈ, ਜਿਹੜੇ ਕਿ ਅਸੀਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਘਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਕਰਵਾਈਏ ਕਿ ਇਹ ਪਾਣੀ ਮੁੱਕਦਾ ਜਾ ਰਿਹਾ ਹੈ, ਇਹ ਪਾਣੀ ਹੁਣ ਰਿਨਿਊ ਨਹੀਂ ਹੁੰਦਾ, ਇਹਨੂੰ ਅਸੀਂ ਸਾਂਭੀਏ ਤਾਂ ਕਿ ਸਾਨੂੰ ਅੱਗੇ ਆਉਣ ਵੇਲੇ ਵੀ ਅਸੀਂ ਇਸ ਆਪਣੇ ਬੱਚਿਆਂ ਨੂੰ ਕੁਝ ਜਿਹੜਾ ਇੱਕ ਸਰੋਤ, ਜਿਹੜਾ ਕੁਦਰਤੀ ਸਰੋਤ, ਉਸੇ ਤਰ੍ਹਾਂ ਦੇ ਕੇ ਜਾਈਏ ਜਿਵੇਂ ਸਾਨੂੰ ਸਾਡੇ ਵੱਡਿਆਂ ਤੋਂ ਮਿਲਿਆ ਸੀ। ਇਹ ਸਾਡਾ ਫਰਜ਼ ਬਣਦਾ। ਤਾਂ ਦੂਸਰੀ ਗੱਲ ਮੈਂ ਇਹ ਜ਼ਰੂਰ ਕਹੂੰਗਾ, ਜਿੰਨੇ ਤੁਹਾਡੇ ਮੈਂਬਰ ਨੇ ਮੌਲਿਓ ਦੇ, ਜਿੰਨੇ ਤੁਹਾਡੇ ਸਬਸਕ੍ਰਾਈਬਰਸ ਨੇ ਇਸ ਚੈਨਲ ਦੇ, ਉਹ ਸਾਰੇ ਤਾਂ ਹੀ ਸਬਸਕ੍ਰਾਈਬਰ ਰਖਵਾ ਸਕਦੇ ਹੈ, ਤਾਂ ਹੀ ਮੈਂਬਰ ਰਖਵਾ ਸਕਦੇ ਹੈ ਕਿ ਉਹ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਅੱਜ ਅਸੀਂ ਕੀਤੀਆਂ ਇਹਨੂੰ ਅਪਣਾਉਣ, ਆਪਣੇ ਘਰਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਕਰਨ। ਇਹ ਬਹੁਤ ਵੱਡਾ ਪਾਣੀ ਹੈ ਜਿਹਨੂੰ ਸਾਂਭਣ ਦੀ ਲੋੜ ਹੈ, ਔਰ ਜਿਹਦੇ ਤੇ ਕੋਈ ਅਥਾਰਟੀ, ਕੋਈ ਸਰਕਾਰ, ਕੋਈ ਕੁਛ ਧਿਆਨ ਨਹੀਂ ਦੇ ਰਹੀ। ਸੋ ਕਿਉਂ ਨਾ ਜੇ ਅਸੀਂ ਇਹਦੇ ਮੈਂਬਰ ਬਣੇ ਆ ਤੇ ਸਾਨੂੰ ਮੌਲਿਆਂ ਨੂੰ ਕਿਹਾ ਹੈ, ਵਾਲੰਟੀਅਰਸ ਨੇ ਲੈਕਚਰ ਕਰਵਾਇਆ ਹੈ, ਮੈਨੂੰ ਇੱਕ ਮੌਕਾ ਮਿਲਿਆ ਦਰਸ਼ਨ ਕਰਨ ਦਾ ਸੰਗਤ ਦਾ, ਤੇ ਉਹ ਸੰਗਤ ਇਸ ਚੀਜ਼ ਨੂੰ ਅਪਣਾਵੇ। ਉਹ ਮੈਂਬਰ ਪਹਿਲਾਂ ਆਪ ਇਸ ਚੀਜ਼ ਨੂੰ ਅਪਣਾਉਣ, ਫਿਰ ਅੱਗੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣ। ਸੋ ਇਸ ਤਰ੍ਹਾਂ ਇੱਕ ਚਿਰਾਗ ਦੇ ਨਾਲ ਚਿਰਾਗ ਬਲਦਾ ਤੇ ਜਿਹੜੀ ਰੋਸ਼ਨੀ ਜਿਹੜੀ ਹੁੰਦੀ ਹੈ। ਜੀ ਬਿਲਕੁਲ। ਤੇ ਆਈ ਹੋਪ ਆਪਾਂ ਸਾਰੇ ਮੌਲਿਓ ਦੇ ਨਾਲ ਜਿਹੜੀ ਹੋਰ ਵੀ ਜਿਹੜੀ ਆਰਗੇਨਾਈਜੇਸ਼ਨਸ ਆ ਉਹ ਇੱਕ ਇੱਕ ਕਦਮ ਚੁੱਕਣ ਤੇ ਘਰ ਘਰ ਤੱਕ ਇਹ ਜੋ ਗੱਲ ਹੈ ਉਹ ਪਹੁੰਚ ਸਕੇ ਜੀ। ਤੇ ਆਖਿਰ ਵਿੱਚ ਭਾਈ ਸਾਹਿਬ ਜੀ, ਆਪ ਜੀ ਦੇ ਜੋ ਵੀ ਦਰਸ਼ਕ ਵੇਖ ਰਹੇ ਨੇ, ਤੇ ਆਪ ਜੀ ਦਾ ਉਹ ਸਾਰਿਆਂ ਨੂੰ ਕੀ ਸੁਨੇਹਾ ਹੈਗਾ? ਹਾਂਜੀ ਇਸ਼ਰਾਜ ਜੀ, ਦਰਸ਼ਕ ਔਰ ਖਾਸ ਤੌਰ ਤੇ ਯੂਥ ਵਾਸਤੇ ਮੇਰਾ ਸੁਨੇਹਾ ਹੈ ਕਿ ਸਭ ਤੋਂ ਪਹਿਲਾਂ ਚੀਜ਼ ਕਿ ਪਾਣੀ ਨੂੰ ਇੱਕ ਜੀਵ ਸਮਝੋ, ਲਿਵਿੰਗ ਐਂਟਾਈਟੀ ਸਮਝੋ। ਕਿਉਂਕਿ ਗੁਰਬਾਣੀ ਨੇ ਸਾਨੂੰ ਕਿਹਾ ਹੈ, ਗੁਰੂ ਸਾਹਿਬ ਨੇ ਕਿਹਾ ਹੈ ਕਿ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ। ਨਹੀਂ ਤਾਂ ਕੋਈ ਹਰਿਆਵਲ ਨਹੀਂ ਹੋਏਗੀ, ਕੋਈ ਕੁਛ ਨਹੀਂ ਹੋਏਗਾ, ਸਾਡੀ ਲਾਈਫ ਪੋਸੀਬਲ ਨਹੀਂ ਹੋਏਗੀ ਜੇ ਪਾਣੀ ਨਹੀਂ ਹੋਏਗਾ। ਇਹ ਚੀਜ਼ ਆਪਣੇ ਦਿਮਾਗ ਦੇ ਵਿੱਚ ਪਾ ਦਈਏ। ਕੁਦਰਤ ਦੀ ਅਮੁੱਲ ਦਾਤ ਹੈ, ਕਿਉਂਕਿ ਇਸ ਤੋਂ ਬਿਨਾਂ ਕੁਦਰਤ ਨੂੰ ਵੀ ਸੀ ਕਿ ਇਸ ਤੋਂ ਬਿਨਾਂ ਲਾਈਫ ਪੋਸੀਬਲ ਨਹੀਂ ਗੀ, ਨਾ ਪਲਾਂਟ ਲਾਈਫ, ਨਾ ਹਿਊਮਨ ਲਾਈਫ, ਨਾ ਐਨੀਮਲ ਲਾਈਫ। ਦੂਸਰੀ ਗੱਲ, ਜੇ ਅਸੀਂ ਇਹਨੂੰ ਰਿਨਿਊਏਬਲ ਕਹਿੰਦੇ ਰਹੇ ਹਾਂ ਤੇ ਇਹ ਹੁਣ ਰਿਨਿਊਏਬਲ ਨਹੀਂ ਰਹੀ। ਵਾਟਰ ਸਾਈਕਲ ਡਿਸਟਰਬ ਹੋ ਚੁੱਕਿਆ। ਵਾਟਰ ਸਾਈਕਲ ਨੂੰ ਠੀਕ ਕਰਨਾ ਤੇ ਪੌਦੇ ਲਾਈਏ, ਬੂਟੇ ਲਾਈਏ, ਵਾਤਾਵਰਨ ਸੰਭਾਲੀਏ ਤਾਂ ਕਿ ਵਾਟਰ ਸਾਈਕਲ ਕੁਛ ਹੱਦ ਤੱਕ ਠੀਕ ਹੋਵੇ। ਤੇ ਤੀਸਰੀ ਚੀਜ਼, ਇਹ ਪ੍ਰਣ ਕਰੀਏ ਕਿ ਅਸੀਂ ਪਾਣੀ ਦੀ ਇੱਕ ਇੱਕ ਬੂੰਦ ਬਚਾਉਣੀ ਹੈ, ਭਾਵੇਂ ਉਹ ਆਪਣੇ ਘਰ ਵਿੱਚ ਹੈ, ਉਸ ਤੋਂ ਬਾਅਦ ਆਪਣੇ ਮੁਹੱਲੇ ਦੇ ਵਿੱਚ ਹੈ। ਜੇ ਕਿਸੇ ਗੁਆਂਢੀ ਨੂੰ ਵੀ ਸਮਝਾਉਣਾ ਪੈਂਦਾ ਤੇ ਅੱਗੋਂ ਗੁਆਂਢੀ ਅਗਰ ਤੁਹਾਨੂੰ ਗਾਲਾਂ ਵੀ ਕੱਢਦਾ ਤੇ ਕੋਈ ਗੱਲ ਨਹੀਂ, ਉਹ ਗਾਲਾਂ ਖਾ ਲਓ, ਕਿਉਂਕਿ ਸੋਚੋ ਕਿ ਇਹ ਧਰਮ ਹੈ ਮੇਰਾ, ਮੈਂ ਆਪਣਾ ਧਰਮ ਨਿਭਾ ਰਿਹਾ। ਉਹਨੂੰ ਜਿਵੇਂ ਹੁੰਦਾ ਹੈ ਕਿ ਉਹਨੇ ਇੱਕ ਥੱਪੜ ਮਾਰਿਆ, ਉਹਨੂੰ ਕਹ ਤੂੰ ਦੂਜਾ ਮਾਰ ਲਿਆ,
ਪਰ ਇਹ ਪਲੀਜ਼ ਪਾਣੀ ਜ਼ਾਇਆ ਨਾ ਕਰ, ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਆਮ ਤੌਰ ਤੇ ਲੋਕ ਪਾਈਪਾਂ ਲੈ ਕੇ ਬਾਹਰ ਸੜਕ ਤੇ ਪਾਣੀ ਹੈ ਖਲੇਰ ਰਹੇ ਹੁੰਦੇ, ਨਾਲੇ ਸੜਕ ਟੁੱਟਦੀ ਹੈ ਨਾਲੇ ਪਾਣੀ ਜ਼ਾਇਆ ਕਰਦੇ। ਤੇ ਇਹ ਜੀ ਪ੍ਰਣ ਲਓ ਕਿ ਬੂੰਦ ਬੂੰਦ ਬਚਾਈਏ, ਨਾ ਸਿਰਫ ਆਪਣੇ ਘਰ ਵੀ, ਮਹੱਲੇ ਦੇ ਵਿੱਚ ਵੀ, ਸ਼ਹਿਰ ਦੇ ਵਿੱਚ ਵੀ, ਕਮਿਊਨਿਟੀ ਲੈਵਲ ਦੇ ਵਿੱਚ ਵੀ, ਤੇ ਅਖੀਰ ਦੇ ਵਿੱਚ ਕਿ ਪਾਣੀ ਦਾ ਉਪਯੋਗ ਕਰੀਏ, ਨਾ ਕਿ ਇਹਦਾ ਦੁਰਉਪਯੋਗ ਕਰੀਏ। ਸੋ ਇਹ ਮੇਰੀ ਇੱਕ ਮੈਸੇਜ ਹੈ ਹੱਥ ਜੋੜ ਕੇ ਸਾਰਿਆਂ ਨੂੰ, ਭਾਵੇਂ ਉਹ ਛੋਟਾ ਬੱਚਾ ਹੈ, ਭਾਵੇਂ ਉਹ ਯੂਥ ਹੈ, ਭਾਵੇਂ ਉਹ ਮੇਰੇ ਵਰਗੇ ਬਜ਼ੁਰਗ ਨੇ। ਥੈਂਕ ਯੂ, ਧੰਨਵਾਦ। ਜੀ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਆਪ ਜੀ ਜੁਆਇਨ ਕਰਨ ਵਾਸਤੇ। ਬਹੁਤ ਹੀ ਡੀਪ ਇਨਸਾਈਟ ਸਾਨੂੰ ਮਿਲੇ ਇਸ ਟੌਪਿਕ ਦੇ ਉੱਤੇ। ਤੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜਿਵੇਂ ਸਾਡੀ ਟੀਮ ਵੱਲੋਂ ਤੁਹਾਡੀ ਸੇਵਾ ਨੂੰ ਸਮਰਪਿਤ ਇੱਕ ਰੁੱਖ ਲਗਾਇਆ ਜਾਏਗਾ। ਸੋ ਜੀ, ਸੋ ਸੰਗਤ ਜੀ, ਆਪਾਂ ਇਸ ਸੈਸ਼ਨ ਵਿੱਚ ਬਹੁਤ ਸਾਰੀ ਛੋਟੀ ਛੋਟੀ ਚੀਜ਼ਾਂ ਜੋ ਅੱਗੇ ਜਾ ਕੇ ਵੱਡੇ ਲੈਵਲ ਤੇ ਬਹੁਤ ਬਿਗ ਇੰਪੈਕਟ ਪਾਉਂਦੀਆਂ ਨੇ ਸੁਸਾਇਟੀ, ਆਪਾਂ ਬਹੁਤ ਸਾਰੀ ਜਗ੍ਹਾ ਤੇ ਵਿਚਰੇ ਆ ਉਨ ਚੀਜ਼ਾਂ ਨੂੰ। ਜਦ ਆਪਾਂ ਗੁਰਬਾਣੀ ਪੜ੍ਹਦੇ ਹੋਏ, ਭਾਈ ਸਾਹਿਬ ਜੀ ਨੇ ਆਖਿਆ ਕਿ ਆਪਾਂ ਹਰ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੇ ਆਪਾਂ ਜੋ ਵੀ ਬਾਣੀ ਪੜ੍ਹੀਏ, ਭਾਵੇਂ ਉਹ ਇਹ ਪੰਕਤੀ ਹੋਏ ਕਿ ਭਾਵੇਂ ਕੋਈ ਵੀ ਪੰਕਤੀ ਹੋਏ, ਉਹਨੂੰ ਚੰਗੀ ਤਰ੍ਹਾਂ ਵਿਚਾਰੀਏ, ਉਹਨੂੰ ਆਪਣੀ ਜ਼ਿੰਦਗੀ ਵਿੱਚ ਲਿਆਈਏ। ਆਪਾਂ ਨਾਰਮਲੀ ਕੀ ਕਰਦੇ, ਆਪਾਂ ਵਹਿੰਦੇ ਆ, ਸ਼ੇਅਰ ਕਰ ਦਿੰਦੇ ਆ, ਪਰ ਕਿਤੇ ਨਾ ਕਿਤੇ ਆਪਾਂ ਉਹਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਵਿਸਾਰ ਦਿੰਦੇ ਆ। ਇੱਕ ਹੋਰ ਚੀਜ਼ ਬਹੁਤ ਪਿਆਰੀ ਜੀ ਭਗਤ ਪੂਰਨ ਸਿੰਘ ਜੀ ਦੀ ਬੁੱਕ ਵਿੱਚ ਸੀਗੀ ਕਿ ਜੇ ਆਪਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚੇ ਅੱਗੇ ਜਾ ਕੇ, ਕਿਉਂਕਿ ਇਹ ਜੋ ਬੀਜ ਆ ਬਚਪਨ ਵਿੱਚ ਹੀ ਪਾਇਆ ਜਾਣਾ, ਤੇ ਜਦੋਂ ਸਕੂਲ ਭੇਜਦੇ ਆ, ਆਪਾਂ ਸਾਰੇ ਥੀਓਰੀਟੀਕਲ ਤੌਰ ਤੇ ਸਾਰਿਆਂ ਨੂੰ ਪੜ੍ਹਾਈ ਵਿੱਚ ਦੇਖਣ ਨੂੰ ਮਿਲਦਾ ਹੈ ਵਾਟਰ ਕੰਜ਼ਰਵੇਸ਼ਨ ਦੇ ਬਾਰੇ ਵਿੱਚ, ਲੇਕਿਨ ਆਪਾਂ ਉਹਨੂੰ ਜਦੋਂ ਰੀਅਲ ਲਾਈਫ ਵਿੱਚ ਅਪਲਾਈ ਨਹੀਂ ਕਰਦੇ ਤੇ ਕੋਈ ਚੇਂਜ ਨਹੀਂ ਆ ਪਾਉਂਦਾ। ਤਾਂ ਜਿਹੜੀ ਸਾਡੀ ਸਾਰੀ ਸਿੱਖਿਆ ਆ ਉਹ ਇਦਾਂ ਹੀ ਵਿਅਰਥ ਚੱਲ ਜਾਂਦੀ ਆ। ਤੇ ਭਗਤ ਪੂਰਨ ਸਿੰਘ ਜੀ ਨੇ ਦੱਸਿਆ ਕਿ ਅਗਰ ਆਪ ਜੀ ਨੇ ਆਪਣੇ ਜੋ ਬੱਚੇ ਨੇ ਉਹਨਾਂ ਨੂੰ ਸੇਵਾ ਵਿੱਚ ਲਾਣਾ ਆ, ਤੇ ਉਹਨਾਂ ਨੂੰ ਉਹ ਥਾਵਾਂ ਤੇ ਲੈ ਕੇ ਜਾਓ ਜਿੱਥੇ ਇਹ ਸਭ ਸੇਵਾਵਾਂ ਚੱਲਦੀਆਂ ਹੋਣ, ਜਿੱਥੇ ਰੁੱਖ ਲਾਏ ਜਾਣ, ਜਿੱਥੇ ਪਾਣੀ ਦੇ ਪ੍ਰੀਜ਼ਰਵੇਸ਼ਨ ਦੇ ਲੋਕਾਂ ਨੂੰ ਦੱਸਿਆ ਜਾਏ, ਜਿੱਥੇ ਇਸ ਸਭ ਚੀਜ਼ਾਂ ਦੇ ਕੰਮ ਹੋਏ। ਤੀਜੀ ਚੀਜ਼ ਜੋ ਗੁਰਬਾਣੀ ਆ, ਉਹ ਇੱਕ ਗੁਰੂ ਸਾਹਿਬ ਨੇ ਇੰਨੀ ਵੱਡੀ ਦਾਤ ਬਖਸ਼ੀ ਹੈ, ਗੁਰੂ ਸਾਹਿਬ ਨੇ, ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਉਦੋਂ ਆਪਾਂ ਆਪਣੇ ਅੰਦਰ ਦੀ ਝਾਕੀ ਮਾਰਦੇ ਆ, ਕਿਤੇ ਨਾ ਕਿਤੇ ਆਪਾਂ ਆਪਣੇ ਅੰਦਰ ਜੋ ਵੀ ਚੀਜ਼ਾਂ ਸਾਨੂੰ ਪਰਮਾਤਮਾ ਤੋਂ ਮਿਲੀਆਂ, ਆਪਾਂ ਉਹਦੀ ਅਹਿਮੀਅਤ ਨੂੰ ਭੁਲਾ ਚੁੱਕੇ ਹਾਂ। ਤੇ ਫਿਰ ਸਾਡੇ ਅੰਦਰ ਜਿਹੜਾ ਗਰੀਡ ਆਉਂਦਾ ਹੈ, ਲੋਭ ਆਉਂਦਾ, ਆਪਾਂ ਵੇਖਿਆ ਕਿ ਇੰਨੇ ਲੱਖਾਂ ਲੱਖਾਂ ਕਰੋੜ ਕਰੋੜ ਕਮਾਉਣ ਵਾਲੇ ਵੀ ਉਹ ਪਾਣੀ ਜਿਹਦੇ ਨਾਲ ਸਾਰੇ ਜੀਵ ਜ਼ਿੰਦਾ ਆ, ਉਹ ਉਹਨਾਂ ਦੀ ਅਹਿਮੀਅਤ ਨਹੀਂ ਸਮਝ ਪਾਉਂਦੇ। ਜੇ ਤੇ ਸਾਨੂੰ ਰੋਟੀ ਤੇ ਪਾਣੀ ਦੀ ਅਹਿਮੀਅਤ ਸਮਝਣਾ ਹੈ, ਤੇ ਉਹ ਮੀਰ ਮੰਨੂ ਦੀ ਜੇਲ੍ਹ ਵਿੱਚ ਜਿਹੜੇ ਬੀਬੀਆਂ ਨੂੰ ਬੰਦੀ ਬਣਾਇਆ ਗਿਆ ਸੀ, ਉਹਨਾਂ ਨੂੰ ਅੱਧੀ ਰੋਟੀ ਮਿਲਦੀ ਸੀ ਤੇ ਅੱਧਾ ਗਲਾਸ ਪਾਣੀ ਮਿਲਦਾ ਸੀਗਾ। ਤੇ ਉਹ ਜਿਹੜੀ ਮਾਵਾਂ ਸੀਗੀਆਂ, ਉਹ ਆਪਣੇ ਬੱਚਿਆਂ ਨੂੰ ਘੁੱਟ-ਘੁੱਟ ਪਾਣੀ ਪਿਵਾਉਂਦੀ ਸੀਗੀ ਕਿ ਇੱਕ ਵੀ ਬੂੰਦ ਪਾਣੀ ਦਾ ਡਿੱਗ ਨਾ ਜਾਏ, ਤੇ ਸਾਰੇ ਦਾ ਸਾਰੇ ਪਾਣੀ ਉਹਦੇ ਜੋ ਉਹਨਾਂ ਦੇ ਬੱਚੇ ਆ ਉਹਨਾਂ ਦੇ ਮੁਖ 'ਚ ਜਾਏ। ਤੇ ਜਿਹੜੇ ਜੰਗਲ ਆਪਾਂ ਕੱਟਣ ਦੀ ਗੱਲ ਕਰਦੇ ਆ, ਉਹੀ ਜੰਗਲਾਂ ਤੋਂ ਜੋ ਗੁਰੂ ਸਾਹਿਬ ਨੇ ਜਦੋਂ ਆਪਾਂ 1700 ਤੋਂ 1800 ਦੀ ਗੱਲ ਕਰਦੇ ਆ, ਉਹੀ ਜੰਗਲਾਂ ਦੇ ਥਰੂ, ਉਹੀ ਕੁਦਰਤ ਦੇ ਥਰੂ ਗੁਰੂ ਸਾਹਿਬ ਨੇ ਸਾਨੂੰ ਸਾਡੇ ਪੰਥ ਨੂੰ ਬਹੁਤ ਵੱਡੇ ਮੁਸ਼ਕਿਲ ਤੋਂ ਬਚਾਇਆ ਸੀ, ਐਕਸਟਿੰਕਸ਼ਨ ਤੋਂ ਬਚਾਇਆ ਸੀ। ਤੇ ਆਪਾਂ ਜਿਹੜੀ ਛੋਟੀ ਛੋਟੀ ਦਾਤਾਂ ਨੇ, ਖਾਸ ਕਰ ਪਾਣੀ ਦੀ, ਆਪਾਂ ਇਸ ਸੈਸ਼ਨ ਵਿੱਚ ਬਹੁਤ ਡਿਟੇਲ ਵਿੱਚ ਗੱਲ ਕੀਤੀ ਸੀ। ਇਹ ਸੈਸ਼ਨ ਤਾਂ ਹੀ ਮਤਲਬ ਸਿਰੇ ਚੜੇਗਾ, ਤਾਂ ਹੀ ਇਹਦਾ ਫਾਇਦਾ ਹੋਏਗਾ ਕਿ ਆਪਾਂ ਜੋ ਵੀ ਐਡਵਾਈਜ਼ਸ, ਜੋ ਵੀ ਭਾਈ ਸਾਹਿਬ ਜੀ ਨੇ ਬਹੁਤ ਬਿਊਟੀਫੁਲੀ ਸਾਨੂੰ ਐਕਸਪਲੇਨ ਕੀਤਾ ਆ, ਉਹ ਆਪਾਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕੀਏ। ਬਹੁਤ ਬਹੁਤ ਸ਼ੁਕਰ ਹੈ ਪਰਮਾਤਮਾ ਦਾ, ਬਹੁਤ ਬਹੁਤ ਸ਼ੁਕਰ ਗੁਰੂ ਸਾਹਿਬ ਜੀ ਦਾ
ਆਪ ਸਭ ਜੀ ਦਾ ਜੁਆਇਨ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਪਾਂ ਸਾਰੇ ਜੋ ਵੀ ਪੁਆਇੰਟ ਡਿਸਕਸ ਕੀਤੇ ਆ ਤੇ ਉਸ ਤੇ ਅਮਲ ਕਰ ਪਾਈਏ ਤੇ ਆਪ ਜੀ ਦੇ ਹੋਰ ਵੀ ਜਿਹੜੇ ਟੌਪਿਕਸ ਆਪ ਜੀ ਨੇ ਡਿਸਕਸ ਕਰਨੇ ਨੇ ਜਾਂ ਆਪ ਜੀ ਕੋਈ ਵੀ ਡਿਫਿਕਲਟੀਜ਼ ਫੇਸ ਕਰ ਰਹੇ ਹੋ, ਆਪ ਜੀ ਸਾਡੇ ਈਮੇਲ ਆਈਡੀ 'ਚ ਸਾਨੂੰ ਕੁਐਸਚਨ ਪੁੱਛ ਸਕਦੇ ਹੋ ਜਾਂ ਕੋਈ ਵੀ ਐਡਵਾਈਸ ਨੇ, ਕੋਈ ਵੀ ਆਪ ਜੀ ਕੁਐਸਚਨਸ ਪੁੱਛਣਾ ਚਾਹੁੰਦੇ ਹੋ ਤੇ ਆਪ ਜੀ ਦਾ ਜੋ ਇੰਸਟਾਗ੍ਰਾਮ ਹੈਂਡਲ ਹੈ, ਆਪ ਜੀ ਉਸ ਤੇ ਜੋ ਵੀ ਸਪੀਕਰ ਆ ਰਿਹਾ ਆਪ ਜੀ ਉਹਨਾਂ ਨੂੰ ਕੁਐਸਚਨਸ ਪੁੱਛ ਸਕਦੇ ਹੋ, ਉਹ ਆਪਾਂ ਸੈਸ਼ਨ ਵਿੱਚ ਜ਼ਰੂਰ ਕਵਰ ਕਰਾਂਗੇ। ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ। ਭੁੱਲਾ ਚੁੱਕਾ ਦਿਖੇ ਮਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।